ਇਹ ਭਾਂਤ ਦਤ ਉਸਤਤੀ ਉਚਾਰ ਦੰਡਵਤ ਕੀਨ ਅਤਰਜ ਉਦਾਰ। ਇਸ ਤਰੀਕੇ ਨਾਲ ਉਹਨੇ ਸਤੋਤਰ ਉਸਤਤੀ ਕਰੀ, ਸਤੋਤਰ ਪੜਿਆ। ਉਸਤਤੀ ਆ ਗੁਰਬਾਣੀ ਵੀ ਉਸਤਤੀ ਹੋਈ ਹੈ, ਗੁਰਬਾਣੀ ਵੀ ਉਸਤਤੀ ਹੈ, ਉਹ ਵੀ ਉਸਤਤੀ ਹੈ। ਇਹਦਾ ਮਤਲਬ ਗੁਰਬਾਣੀ ਯਾਰੇ ਇੱਕ ਗੱਲ ਹੋਈ ਨਾ ਜੋ ਦੱਤ ਨੇ ਕਿਹਾ, ਜਿਹੜੀ ਆਦਿ ਬਾਣੀ ਉਹ ਵੀ ਉਸਤਤੀ ਹੈ। ਉਸਤਤ ਕਰਾਂ ਅਨੇਕ ਜਨ ਅੰਤ ਨ ਬਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧੀ ਅਨਕ ਪ੍ਰਕਾਰ। ਉਹ ਵੀ ਉਸਤਤੀ ਹੈ, ਇਹ ਵੀ ਉਸਤਤੀ ਹੈ। ਆਦਿ ਬਾਣੀ ਔਰ ਦਸਮ ਦੀ ਬਾਣੀ ਕੋਈ ਗੱਲ, ਦੋ ਕਿਵੇਂ ਨੇ? ਦੋ ਉਹਨਾਂ ਵਾਸਤੇ ਨੇ ਜਿਨ੍ਹਾਂ ਨੂੰ ਆਦਿ ਸਮਝ ਨਹੀਂ ਤੇ ਦਸਮ ਦੀ ਤਾਂ ਕੀ ਆਉਣੀ ਹੈ ਸਮਝ ਉਹਨਾਂ ਨੂੰ। ਜਿਨ੍ਹਾਂ ਨੂੰ 35 ਅੱਖਰਾਂ ਦੀ ਪਛਾਣ ਨਹੀਂ, ਉਹ ਗਾਹਾਂ ਅਖਬਾਰ ਕੀ ਪੜ੍ਹ ਲੈਣਗੇ ਪੰਜਾਬੀ ਦਾ? 35 ਅੱਖਰਾਂ ਦਾ ਪਤਾ ਨਹੀਂ, ਫਿਰ ਅਖਬਾਰ ਚੱਕ ਲਿਆ ਪੰਜਾਬੀ ਦਾ, ਫਿਰ ਕਿਵੇਂ ਪੜ੍ਹ ਲੈਣਗੇ? ਪੁੱਠਾ ਹੀ ਕਰਨਗੇ, ਉਹ ਰੱਖਣਗੇ। ਹਾਂਜੀ, ਉਸ ਤੋਂ ਉਚਾਰਨ ਕੀਤੀ ਬਹੁਤ ਪ੍ਰਕਾਰ ਨਾਲ। ਉਹਦਾ ਜਿਹੜਾ ਮਨ ਸੀ ਨਾ, ਅਨੇਕ ਪ੍ਰਕਾਰ ਨਾਲ ਮਨ ਉਹਦਾ ਝੁਕਿਆ। ਡੰਡਵਤ ਕੀਨੀ, ਸਿੱਧਾ ਹੋ ਗਿਆ ਮਨ। ਮਨ ਦੇ ਵਿੱਚ ਜਿਹੜਾ ਸੀ ਨਾ ਆਪਣਾ ਬੁੱਧ ਵਲ, ਜਿੰਨੇ ਬੁੱਧ ਆਪਣੇ ਆਪ ਨੂੰ ਚੰਗਾ ਸਮਝਦਾ, ਆਪਣੇ ਆਪ 'ਚ ਗੁਣ ਸਮਝਦਾ, ਉਹ ਸਾਰੇ ਵਲ ਹੁੰਦੇ ਨੇ ਅਸਲ 'ਚ। ਉਹ ਜਿਹੜੇ ਵਲ ਛਲ ਕਰਕੇ ਝੱਟ ਕੱਢਦੇ ਨੇ ਸੰਗਤ ਵਿੱਚ ਆ ਕੇ, ਅਸਲ ਦੇ ਵਿੱਚ ਉਹ ਟਕਰਾਅ ਹੁੰਦਾ ਹਰ ਗੱਲ ਨਾਲ ਗੁਰਬਾਣੀ ਦੀ ਨਾ। ਉਹਨਾਂ ਦੀ ਆਪਣੀ ਬੁੱਧ ਹੁੰਦੀ ਹੈ ਨਾ, ਆਪਣੀ ਬੁੱਧ ਹੈ ਜੇਤੀ ਬਣਤ ਭਿੰਨ ਭਿੰਨ ਤੋਂ ਹੈ ਤੇਤੀ। ਉਹ ਭਿੰਨ ਭਿੰਨ ਜਿੱਥੇ ਹੁੰਦੀ ਹੈ ਉਹ ਨਹੀਂ ਵਲ ਨੇ, ਸਾਰੇ ਵਲ ਨਿਕਲ ਗਏ। ਬਹੁਤ ਪ੍ਰਕਾਰ ਨਾਲ ਡੰਡੌਤ ਕੀਤੀ। ਡੰਡੌਤ ਹੁੰਦਾ ਮਨ ਨੂੰ ਸਿੱਧਾ ਕਰਨਾ। ਇਹ ਸਰੀਰ ਨੂੰ ਸਿੱਧਾ ਕਰਕੇ ਡੰਡੌਤ, ਲੰਮੇ ਪੈ ਜਾਂਦੇ ਨੇ, ਇਹਨੂੰ ਡੰਡੌਤ ਕਹਿੰਦੇ। ਡੰਡਵਤ, ਡੰਡਵਤ ਡੰਡੇ ਵਾਂਗੂ ਸਿੱਧਾ ਹੋ ਜਾਣਾ। ਮਨ ਸੱਪ ਹੈ, ਸੱਪ ਕਦੇ ਸਿੱਧਾ ਨਹੀਂ ਹੁੰਦਾ ਮਰੇ ਤੇ ਬਿਨਾਂ। ਸੱਪ ਨਹੀਂ ਸਿੱਧਾ ਹੋ ਸਕਦਾ ਕਦੇ ਵੀ ਮਰੇ ਤੇ ਬਿਨਾਂ। ਮਨ ਮਰੇ ਤੋਂ ਬਿਨਾਂ ਨਹੀਂ ਸਿੱਧਾ ਹੁੰਦਾ। ਸੱਪ ਦਾ ਮਤਲਬ ਹੈ ਸੱਪ ਨਹੀਂ ਹੈ ਮਨ। ਜਿਵੇਂ ਸੱਪ ਨਹੀਂ ਸਿੱਧਾ ਹੋ ਸਕਦਾ ਮਰੇ ਤੇ ਬਿਨਾਂ, ਪੁੱਠਾ ਵੀ ਨਹੀਂ ਹੁੰਦਾ ਮਰੇ ਤੇ ਬਿਨਾਂ। ਮਨ ਵੀ ਜਾਂ ਪੁੱਠਾ ਹੋਊ ਨਾ, ਹਾਲੇ ਮਾਇਆ ਵਾਲਾ ਨਾ, ਪੁੱਠਾ ਹੋਊ ਤਾਂ ਮੂੰਹ ਦੂਏ ਪਾਸੇ ਹੋ ਜਾਊਗਾ। ਪੁੱਠਾ ਹੋਊ ਮਾਇਆ ਤੋਂ ਤਾਂ ਸਿੱਧੇ ਪਾਸੇ ਮੂੰਹ ਹੋਊਗਾ ਆਪਣੇ ਮੂਲ ਵੱਲ। ਸਿੱਧਾ ਵੀ ਫਿਰ ਹੋ ਜੂ, ਮਰ ਵੀ ਜਾਊ। ਸਾਰੀਆਂ ਗੱਲਾਂ ਤੇਨੇ ਇੱਕੋ ਹੀ ਹੋ ਗਈਆਂ, ਇੱਕੋ ਹੀ ਅਰਥ ਚੱਲਾਂਗਾ। ਸਿੱਧਾ ਹੋ ਜਾਣਾ, ਡੰਡਵਤ ਹੋ ਜਾਣਾ, ਡੰਡਵਤ ਕਰ ਲੈਣੀ, ਡੰਡੌਤ ਕਰ ਦੇਣੀ। ਭਾਣਾ ਮੰਨ ਲੈਣਾ, ਆਪਣਾ ਭਾਣਾ ਤਿਆਗ ਦੇਣਾ। ਆਪਣਾ ਭਾਣਾ ਜਗ੍ਹਾ ਜਗ੍ਹਾ ਜਿੰਨਾ ਆਪਣਾ ਭਾਣਾ ਜਿੰਨੀਆਂ ਇੱਛਾਵਾਂ ਨੂੰ ਨਹੀਂ ਵੜਨੇ 'ਚ ਤੇ ਤਿਆਗ ਤਾਂ ਸਿੱਧਾ ਹੋ ਗਿਆ। ਵੀ ਜੋ ਪਰਮੇਸ਼ਰ ਕਰਦਾ ਫਿਰ ਕਹਿੰਦਾ ਕਰਤਾ ਕਰੇ ਸੋ ਹੋਏ। ਬਸ ਜੇ ਕਰਤਾ ਕਰੇ ਸੋ ਹੋਏ ਤੇ ਆ ਗਿਆ, ਸਾਰੇ ਵੜ ਨਿਕਲ ਗਏ। ਕੋਈ ਵੜ ਨਹੀਂ ਰਿਹਾ ਫਿਰ। ਅਤਰਜ ਉਦਾਰ, ਅਤਰਜ, ਅਤਰ ਰਿਸ਼ੀ ਦਾ ਪੁੱਤਰ। ਅਤਰਜ, ਅਤਰ ਜਮਾ ਅਨੁਜ, ਅਤਰ ਦਾ ਲੜਕਾ। ਅਤਰ ਜਮਾ ਅਨੁਜ, ਅਨੁਜ ਬੱਚੇ ਨੂੰ ਕਹਿੰਦੇ। ਅਤਰਜ ਦੋ ਲਫ਼ਜ਼ਾਂ ਤੋਂ ਬਣੇ। ਅਤਰ ਰਿਸ਼ੀ ਦਾ ਅਨੁਜ ਪੁੱਤਰ। ਉਦਾਰ ਚਿੱਤ ਵਾਲਾ, ਉਦਾਰ ਚਿੱਤ ਵਾਲਾ ਉਹ ਹੁੰਦਾ ਜਿਹੜਾ ਸੱਚ ਨੂੰ ਮੰਨ ਲਵੇ। ਨੈਰੋ ਮਾਈਂਡਡ ਆਦਮੀ ਗੁਰਮਤਿ ਨੂੰ ਨਹੀਂ ਮੰਨ ਸਕਦਾ। ਗੁਰਮਤਿ ਨੂੰ ਮੰਨਣ ਦੇ ਬਾਅਦ ਮਾਈਂਡ ਜਿਹੜੀ ਸੋਚ ਨੈਰੋ ਰਹਿੰਦੀ ਹੋਈ ਦੀ ਸਰਵਿਆਪੀ ਸੋਚ ਹੋ ਜਾਂਦੀ ਹੈ, ਫਿਰ ਨੈਰੋ ਨਹੀਂ ਰਹਿੰਦੀ। ਜੇ ਨੈਰੋ ਮਾਈਂਡਡ ਹੈ ਤਾਂ ਮਹਿਜ਼ ਸਿੱਖਾਂ ਦਾ ਭਲਾ ਹੀ ਸੋਚੂਗਾ। ਸਿੱਖਾਂ ਦਾ ਮਹਿਜ਼ ਭਲਾ ਸੋਚਣਾ, ਮੰਗਣਾ ਜਾਂ ਚਾਹਣਾ, ਇਹ ਨੈਰੋ ਮਾਈਂਡ ਦੀ ਨਿਸ਼ਾਨੀ ਹੈ। ਸਰਬੱਤ ਦਾ ਭਲਾ ਐਕਚੁਅਲੀ ਚਾਹਣਾ, ਮੂੰਹੋਂ ਨਹੀਂ ਕਹਿਣਾ, ਅੰਦਰੋਂ ਮੰਗਣਾ, ਕਿਤੇ ਪਹਿਰਾ ਦੇਣਾ, ਇਹ ਉਦਾਰ ਚਿੱਤ ਹੈ। ਸਰਬੱਤ ਦਾ ਭਲਾ ਉਦਾਰ ਚਿੱਤ ਜਾਂ ਹੁੰਦਾ, ਫਿਰ ਉਹ ਕਿਸੇ ਫਿਰਕੇ ਦਾ ਬੰਦਾ ਨਹੀਂ ਰਹਿੰਦਾ।
ਉਹ ਸਭ ਦਾ ਹੁੰਦਾ ਔਰ ਕਿਸੇ ਦਾ ਵੀ ਨਹੀਂ ਹੁੰਦਾ। ਸਭ ਦਾ ਹੁੰਦਾ, ਕਿਸੇ ਦਾ ਵੀ ਨਹੀਂ ਹੁੰਦਾ। ਲਗਾਓ ਕਿਸੇ ਨਾਲ ਵੀ ਨਹੀਂ ਜਿਹਦਾ, ਉਹ ਸਭ ਦਾ। ਜਿਹਦਾ ਕਿਸੇ ਨਾਲ ਲਗਾਓ ਸਭ ਦਾ ਹੋ ਨਹੀਂ ਸਕਦਾ। ਇਸ ਕਰਕੇ ਤੁਮ ਸੰਗ ਜੋੜ ਅਵਰ ਸੰਗ ਤੇ ਤੁਮ ਸੰਗ ਜੋੜ ਲਈ, ਉਹ ਜਿਹਦੇ ਨਾਲ ਜੋੜੀਏ ਉਹ ਸਭ ਦਾ ਹੀ ਹੈ। ਜਿਹਦੇ ਨਾਲ ਜੋੜੀਏ ਕਿਉਂਕਿ ਉਹ ਸਭ ਦਾ, ਇਸ ਕਰਕੇ ਵੀ ਸਭ ਦਾ ਹੀ ਹੈ। ਜਿਹਦੇ ਨਾਲ ਜੋੜੀਏ ਉਹ ਸਭ ਦਾ ਹੀ ਹੈ ਨਾ, ਇਸ ਕਰਕੇ ਇਹ ਵੀ ਸਾਰਿਆਂ ਦਾ ਹੀ ਹੈ। ਜੁੜਦੀ ਹੋਈ ਨਹੀਂ, ਉਹਦੇ ਨਾਲ ਨਹੀਂ ਜੁੜਦੀ ਹੈ। ਅਸਲ 'ਚ ਬਾਹਰੋਂ ਤੋੜੀ ਹੋਈ ਹੈ, ਮਾਇਆ 'ਚ ਨਹੀਂ ਜੋੜੀ ਹੋਈ ਕਿਸੇ ਨਾਲ। ਸਾਰਿਆਂ ਨਾਲ ਜੋੜੀ ਹੋਈ ਹੈ, ਕਿਸੇ ਨਾਲ ਵੀ ਜੋੜੀ ਹੋਈ ਨਹੀਂ। ਜਿਵੇਂ ਪਰਮੇਸ਼ਰ ਸਾਰਿਆਂ ਨਾਲ ਜੁੜਿਆ ਹੈ, ਕਿਸੇ ਨਾਲ ਵੀ ਜੁੜਿਆ ਹੈ ਨਹੀਂ। ਕਿਸੇ ਨਾਲ ਕਿਉਂ? ਜਦ ਉਹ ਵੱਖਰਾ, ਜਿਹਦੀ ਸੋਚ ਵੱਖਰੀ ਹੈ ਉਹ ਵੱਖਰਾ ਹੈ। ਜਿਹੜਾ ਅੰਤਰਾਤਮਾ ਮਿਲਿਆ ਹੋਇਆ ਉਹਦੇ ਨਾਲ ਤਾਂ ਉਹ ਵੀ ਮਿਲਿਆ ਹੋਇਆ। ਜਿਹੜਾ ਅੰਤਰਾਤਮਾ ਉਹਦੇ ਨਾਲ ਨਹੀਂ ਮਿਲਿਆ ਹੋਇਆ, ਅਸਲ 'ਚ ਉਹਦੇ ਨਾਲ ਅਸੀਂ ਨਹੀਂ ਮਿਲੇ ਹੋਏ। ਉਹ ਤਾਂ ਫੇਰ ਵੀ ਸਰਵਿਆਪੀ ਹੈ, ਉਹ ਤਾਂ ਸਰਵਿਆਪੀ ਹੋਈ ਆ। ਅਸੀਂ ਉਹਦੇ ਨਾਲ ਨਹੀਂ ਮਿਲੇ ਹੋਏ, ਉੱਥੇ ਹੀ ਰਹਿੰਦੇ, ਸਾਨੂੰ ਦੀਦਾ ਨਹੀਂ। ਉਹ ਸੇਜਾ ਰਬਤ ਨੈਣ ਨਹੀਂ, ਉਹ ਅੱਖ ਨਹੀਂ ਨਾ ਸਾਡੇ ਕੋਲ ਹੈ। ਅੱਖ, ਇਹ ਅੱਖ ਤੇ ਵਿਸ਼ਵਾਸ ਕਰਦੇ ਇਹਦੇ ਨਾਲ ਮਾਇਆ ਦਿਖੂਗੀ, ਉਹ ਨਹੀਂ ਦੀਦਾ। ਅਸੀਂ ਇਸ ਅੱਖ ਨਾਲੇ ਦੇਖਣ ਦੀ ਕੋਸ਼ਿਸ਼ ਕਰਦੇ। ਜਿਹੜੇ ਇਸ ਅੱਖ ਨਾਲ ਦਰਸ਼ਨ ਦੀ ਕੋਸ਼ਿਸ਼ ਕਰਦੇ ਨੇ ਕਦੇ ਦੇਖ ਨਾ ਸਕੇ ਨੇ, ਨਾ ਸਕਣਗੇ। ਝੂਠ ਜਿੰਨਾ ਮਰਜ਼ੀ ਬੋਲਣ, ਸਾਖੀਆਂ ਝੂਠੀਆਂ ਨਾ ਗ੍ਰੰਥ ਜਿੰਨੇ ਮਰਜ਼ੀ ਭਰ ਲੈਣ, ਉਹਦਾ ਸਾਰਾ ਝੂਠ ਹੈ ਸਾਰਾ ਝੂਠ ਹੈ ਉਹ। ਹਾਂਜੀ, ਹਰ ਭਾਂਤ ਭਾਂਤ ਉੱਠ ਪਰਤ ਚੱਲਣਾ। ਹਾਂ, ਭਾਂਤ ਭਾਂਤ ਨਾਲ ਉਹਦੇ ਜਿਹੜੇ ਗੁਣ ਨੇ ਉਹਨਾਂ ਵੱਲ ਉਹਦਾ ਧਿਆਨ ਜਾਂਦਾ। ਉੱਠ ਪੜਤ ਚੱਲਣ ਦਾ ਮਤਲਬ ਇਹ ਹੈ, ਉਹਦੇ ਚੱਲਣ ਤਾਂ ਹੈ ਨਹੀਂ। ਭਾਂਤ ਦੇ ਗੁਣਾਂ ਤੇ ਹੁਣ ਧਿਆਨ ਜਾਣ ਲੱਗ ਗਿਆ ਉਹਦਾ। ਗੁਣ ਤਾਂ ਉਹਦੇ ਸਰਵਿਆਪੀ ਨੇ। ਉਹ ਇਹ ਜਿਹੜਾ ਬੋਲਦਾ ਹੈ, ਜਿਹਦੀ ਆਵਾਜ਼ ਹੈ ਦੀਦਾ ਨਹੀਂ, ਇਹ ਸਾਰਾ ਇਸੇ ਦਾ ਸਿਸਟਮ ਹੈ, ਇਹੀ ਤਾਂ ਚਲਾ ਰਿਹਾ। ਫਿਰ ਆਹ ਚੀਜ਼ ਵੀ ਇਹਦੇ ਹੁਕਮ ਨਾਲ ਹੁੰਦੀ ਹੈ, ਆਹ ਚੀਜ਼ ਵੀ ਇਹਦੇ ਹੁਕਮ ਨਾਲ ਹੁੰਦੀ ਹੈ। ਐਂ ਜਾ ਰਿਹਾ ਧਿਆਨ। ਹੁਣ ਕਾਦਰ ਨੂੰ ਕੁਦਰਤ ਵਿੱਚੋਂ ਦਰਸ਼ਨ ਕਰ ਰਿਹਾ ਹੈ। ਕਾਦਰ ਦਾ ਦਰਸ਼ਨ ਕੁਦਰਤ ਵਿੱਚੋਂ ਕਰ ਰਿਹਾ ਹੈ। ਜਿੱਥੇ ਧਿਆਨ ਜਾਂਦਾ ਹੈ ਉੱਥੇ ਹੀ ਉਹਦੇ ਚਰਨ ਨੇ, ਉਹਦੇ ਗੁਣਾਂ 'ਚ ਉਹਦੇ ਚਰਨ ਨੇ, ਉਹਦੇ ਗੁਣ ਉਹਦੇ ਚਰਨ ਨੇ। ਚਰਨ ਉਹਦਾ ਪਾਰਟ। ਜੇ ਗੁਣਾਂ ਦਾ ਖਜ਼ਾਨਾ ਤਾਂ ਹਰ ਗੁਣ ਖਜ਼ਾਨੇ ਦਾ ਹਿੱਸਾ ਹੈ, ਪਾਰਟ ਹੈ। ਜੇ ਗੁਣ ਸਾਗਰ ਹੈ, ਉਹ ਇੱਕ ਇੱਕ ਗੁਣ ਉਹ ਸਾਗਰ ਦਾ ਹਿੱਸਾ ਹੈ। ਹਿੱਸੇ ਦਾ ਮਤਲਬ ਹੁੰਦਾ ਹੈ ਪਾਰਟ। ਪਾਰਟ ਦਾ ਅਰਥ ਹੈ ਚਰਨ, ਪੈਰ ਨਹੀਂ ਚਰਨ ਹੁੰਦੇ, ਹਿੱਸਾ ਹੁੰਦਾ। ਜਿਵੇਂ ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਸਾਗਰ 'ਚ ਬੂੰਦਾਂ ਨੇ, ਹਰ ਬੂੰਦ ਦੇ ਵਿੱਚ ਸਾਗਰ ਦਾ ਹਿੱਸਾ ਹੈ। ਹਰ ਬੂੰਦ ਸਾਗਰ ਦਾ ਹਿੱਸਾ, ਹਰ ਬੂੰਦ 'ਚ ਥੋੜ੍ਹਾ ਜਿਹਾ ਸਾਗਰ ਹੈ। ਉਹਨਾਂ ਜਿੰਨੀ ਕੁ ਬੂੰਦ ਹੈ ਉਹਨਾਂ ਵਿੱਚ ਸਾਗਰ ਹੈ। ਇਸ ਕਰਕੇ ਹਰ ਚਰਨ ਦੇ, ਹਰ ਗੁਣ ਦੇ ਵਿੱਚ ਉਹ ਹੈ, ਸਾਰੇ ਗੁਣ ਉਹਦੇ ਨੇ। ਸਭ ਗੁਣ ਤੇਰੇ, ਮੈਂ ਨਹੀਂ ਕੋਈ, ਮੇਰਾ ਕੋਈ ਗੁਣ ਨਹੀਂ। ਸਾਰੇ ਗੁਣ ਉਹਦੇ ਨੇ, ਹਰ ਗੁਣ ਉਹਦਾ ਹਿੱਸਾ ਹੈ। ਇੱਕ ਚਰਨ ਦਾ ਮਤਲਬ ਹਿੱਸਾ ਹੁੰਦਾ। ਚਰਨ ਦਾ ਪੈਰ ਨਹੀਂ ਹੁੰਦੇ। ਇਹਨੂੰ ਚੜਨ ਕਿਉਂ ਕਹਿੰਦੇ ਨੇ? ਜੇ ਅਸੀਂ ਚੱਲਦੇ ਹਾਂ, ਆਦੇ ਡਿੱਗ ਪੜਦੇ ਹਾਂ। ਸਫ਼ਰ ਹਿੱਸਿਆਂ ਨਾਲ ਤੈਅ ਹੁੰਦਾ, ਹਿੱਸਿਆਂ ਨਾਲ ਤੈਅ ਹੁੰਦਾ ਨਾ। 5.5 ਫੁੱਟ ਦੀ ਉਹ ਸਾਡੀ ਕਰਮ ਹੁੰਦੀ ਹੈ। 2 ਡਿੰਗਾ 5.5 ਫੁੱਟ ਦੀਆਂ ਜੇ ਬੰਨੀਏ ਆਪਾਂ, ਇੱਕ ਕਿੰਨੇ ਦੀ ਹੋਈ? 2.5 ਪੌਣੇ 3 ਫੁੱਟ ਦੀ। ਤੇ ਉਹ ਸਫ਼ਰ ਦਾ ਹਿੱਸਾ ਹੀ ਬਣਿਆ ਨਾ ਫਿਰ ਇਹ ਚਰਨ। ਇਹਨੂੰ ਤਾਂ ਚਰਨ ਕਹਿੰਦੇ ਨੇ। ਪਹਿਲੇ ਅਸੀਂ ਤਾਂ ਇਹਨਾਂ ਨੂੰ ਆਪਣੀ ਬੋਲੀ 'ਚ ਚਰਨ ਕਹਿੰਦੇ ਨਹੀਂ, ਕਹਿਣ ਲੱਗ ਗਏ। ਇਹ ਕਹਿਣ ਲੱਗ ਗਏ। ਹਾਂਜੀ, ਜਾਨੀ ਨਾ ਜਾਏ ਜਹ ਜਾਤ ਵਰਨ। ਜਿਹਦੀ ਜਾਤ ਔਰ ਵਰਨ ਜਾਣਿਆ ਨਹੀਂ ਜਾ ਸਕਦਾ, ਉਹਦੇ ਫਿਰ ਚਰਨ ਕਿਵੇਂ ਹੋ ਗਏ? ਇੱਥੇ ਜਦੇ ਕਹਿਤਾ, ਨਾਲ ਜਦੇ ਕਹਿਤਾ ਜਾਨੀ ਨਾ ਜਾਏ ਜਹ ਜਾਤ ਵਰਨ। ਨਾ ਉਹਦਾ ਸਰੀਰ ਜਾਣਿਆ ਜਾ ਸਕਦਾ ਹੈ, ਨਾ ਉਹਦਾ ਵਰਨ ਕੋਈ, ਫਿਰ ਚਰਨ ਕਿਵੇਂ ਹੋ ਗਏ?
ਪੈਰ ਕਿਵੇਂ ਹੋ ਗਏ? ਉੱਤੇ ਹੀ ਟੱਪਤਾ ਵੀ ਇਹ ਕਿਤੇ ਇੱਧਰ ਨੂੰ ਚਲੇ ਜਾਣ। ਗੁਰਬਾਣੀ 'ਚ ਅਜੋ ਕਈ ਵਾਰ ਇਸ ਚੀਜ਼ ਦਾ ਧਿਆਨ ਨਹੀਂ ਰੱਖਿਆ ਗਿਆ, ਜਦੋਂ ਹੀ ਟੱਪਤਾ। ਤੁਸੀਂ ਪੈਰ ਨਹੀਂ ਅਰਥ ਕਰ ਸਕਦੇ ਤੇ ਉਹਦੀ ਜਾਤ ਔਰ ਵਰਣ ਤਾਂ ਜਾਣੇ ਨਹੀਂ ਜਾ ਸਕਦਾ। ਅੱਖਾਂ ਨੂੰ ਦੇਖਣ ਵਾਲੀ ਚੀਜ਼ ਹੈ ਨਹੀਂ ਕੋਈ, ਤੇ ਫਿਰ ਪੈਰ ਕਿੱਥੋਂ ਹੋ ਜਾਣਗੇ? ਪੈਰ ਤਾਂ ਅੱਖਾਂ ਨੂੰ ਦੇਖਣ ਵਾਲੀ ਚੀਜ਼ ਹੈ। ਹਾਂਜੀ, ਜੋ ਕਰੈ ਕ੍ਰਿਤ ਕਈ ਯੁਗ ਉਚਾਰ, ਜੇ ਹਾਂ ਨਹੀਂ ਤਦ ਬਤਾਸ ਲੈ ਜਾਤ ਪਾਰ। ਜੇ ਕਈ ਯੁੱਗ ਤੱਕ ਕੋਈ ਕਿਰਤ ਕੀ ਹੁੰਦਾ ਹੈ? ਕਿਰਤ ਹੁੰਦਾ ਹੈ ਵਿਚਾਰ ਕਰਨਾ ਜਾਂ ਸੋਚਣਾ। ਸੋਚਣਾ ਜਿਹੜਾ ਹੈਗਾ ਇਹ ਦੁਕ੍ਰਿਤੀ ਹੈ, ਵਿਚਾਰ ਕਰਨਾ ਸੁਕ੍ਰਿਤੀ ਹੈ। ਗੁਰਬਾਣੀ ਤੇ ਵਿਚਾਰ ਕਰਨਾ ਇਹ ਸੁਕ੍ਰਿਤੀ ਹੈ, ਗੁਰ ਕੇ ਪਾਣੀ ਚੱਲਣਾ ਸੁਕ੍ਰਿਤੀ ਹੈ, ਕਲਪਨਾ ਕਰਨਾ ਦੁਕ੍ਰਿਤੀ ਹੈ। ਜੇ ਕੋਈ ਵਿਚਾਰ ਕਰਦਾ ਰਹੇ, ਸੁਕ੍ਰਿਤੀ ਕਰਦਾ ਰਹੇ ਕੋਈ ਯੁੱਗ ਤੱਕ, ਇਹ ਕੁਦਰਤ ਦੇ ਵਿੱਚ ਉਹਨੂੰ ਦੇਖਦਾ ਰਹੇ, ਕਿੰਨੇ ਯੁੱਗ ਤੱਕ ਦੇਖਦਾ ਰਹੇ, ਤਾਂ ਵੀ ਸਾਰਾ ਪਾਰ ਨਹੀਂ ਪਾਇਆ ਜਾ ਸਕਦਾ। ਇੱਥੇ ਧਰਤੀ ਤੇ ਕਰੂ, ਜਿਹੜੀਆਂ ਹੋਰ ਧਰਤੀਆਂ ਨੇ ਉੱਥੇ ਕਿਵੇਂ ਜਾਊਗਾ? ਉੱਥੇ ਵੀ ਤਾਂ ਕੁਦਰਤ ਹੈਗੀ ਹੈ। ਇੱਥੇ ਹੀ ਦੇਖ ਲਓ, ਉਹ ਬਾਹਰ ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਨੇ, ਕਿੰਨੇ ਕੁ ਮੰਡਲ ਦੇਸ਼ ਨੇ, ਪਾਰ ਕਿਵੇਂ ਕਰੂਗਾ? ਇੱਥੇ ਦਾ ਹੀ ਅੰਤ ਨਹੀਂ, ਗਾਹਾਂ ਦਾ ਗੱਲੇ ਛੱਡੋ। ਹਾਂਜੀ, ਮਮ ਅਲਪ ਬੁੱਧ ਤਬ ਗੁਣ ਅਨੰਤ। ਮੇਰੀ ਬੁੱਧੀ ਤਾਂ ਥੋੜੀ ਜਿਹੀ ਹੈ, ਦਸਮ ਪਾਤਸ਼ਾਹ ਕਹਿੰਦੇ। ਉੱਥੋਂ ਜਦ ਉਸਤਤੀ ਕਹਿਤੀ ਨਾ, ਉੱਥੋਂ ਆਪਣਾ ਬੁੱਧੀ ਤੇ ਹੁਣ ਜੋ ਮੈਂ ਕਿਹਾ, ਇਹ ਕਿਹਾ ਵੀ ਮੈਂ ਜਿਹੜਾ ਵਿਚਾਰ ਕਰਦਾ ਤੇਰੀ ਦੱਸਿਆ, ਉਹਦੇ ਵੱਲੋਂ ਦੇਖੋ ਨਾ, ਐਗਜ਼ੈਕਟ ਉਹੀ ਗੱਲ ਨਹੀਂ ਕਹੀ ਜਿਹੜੀ ਦੱਤ ਨੇ ਕਹੀ ਸੀ। ਲਿਖਿਆ ਤਾਂ ਦਸਮ ਪਾਤਸ਼ਾਹ ਨੇ ਵੀ ਆਹ ਦੱਤ ਨੇ ਕਿਹਾ, ਦੱਤ ਦੀ ਕਿਤੇ ਭਾਸ਼ਾ ਸੀ, ਕਿਹਾ ਆਪਣੇ ਕੋਲੋਂ ਹੈ, ਪਰ ਉਹਨਾਂ ਗ੍ਰੰਥਾਂ 'ਚ ਲਿਖਿਆ ਉਹ ਪਿਛਲਿਆ। ਮੈਂ ਵੀ ਜੋ ਕੁਝ ਕਿਹਾ, ਮੇਰੀ ਬਹੁਤ ਜ਼ਿਆਦਾ ਬੁੱਧੀ ਨਹੀਂ ਹੈਗੀ, ਅਲਪ ਬੁੱਧੀ ਹੈ, ਥੋੜੀ ਜਿਹੀ ਬੁੱਧੀ ਹੈ ਤੇਰੇ ਮੁਕਾਬਲੇ 'ਚ। ਮੈਂ ਵੀ ਕੋਈ ਪਾਰ ਪਾਉਣ ਵਾਲੀ ਗੱਲ ਨਹੀਂ ਕਰੀ, ਥੋੜਾ ਜਿਹਾ ਲਿਖਿਆ ਤੇਰੇ ਗੁਣਾਂ ਬਾਰੇ। ਉਹ ਕਿੰਨਾ ਲਿਖਿਆ? ਜਿਹੜਾ ਭਰਮ ਪਾਇਆ ਹੋਇਆ ਮੂਰਤੀ ਪੂਜਾ ਵਾਲਿਆਂ ਨੇ, ਉਹੀ ਤੋੜਿਆ ਸਿਰਫ। ਜਿਹੜਾ ਰਾਹ ਪਾੜਿਆ ਹੋਇਆ ਨਾ, ਬਣਾ ਕੇ ਆਦਮੀ ਨੂੰ ਭਗਵਾਨ ਮੰਨ ਕੇ, ਉਹ ਬਦਲਣ ਵਾਸਤੇ ਕੁਛ ਕਿਹਾ ਮੈਂ ਥੋੜਾ ਜਿਹਾ, ਤਾਂ ਕਿ ਲੋਕ ਪਿਛਲੀ ਗੱਲ ਨਾ ਜੋੜ ਜਿਹੜੀ ਵੇਦ ਵਿੱਚ ਕਹੀ ਹੋਈ ਹੈ। ਜੋ ਬਾਟ ਪਾੜੀ ਹੈ, ਬਾਟ ਤੇ ਹੀ ਉਹ ਲਾਇਆ ਮੂਹਰੇ, ਵੇਦ ਨੂੰ ਨਹੀਂ ਜਾਣਾ। ਉੱਥੇ ਦੀਵਾਰ ਖੜੀ ਕੀਤੀ ਹੈ, ਪੂਰਾ ਵਿਸਤਾਰ ਸਾਰਾ ਨਹੀਂ ਦੱਸਿਆ ਮੈਂ। ਜਿਹੜੀ ਗੱਲ ਦੱਸਣੀ ਚਾਹੀਦੀ ਸੀ ਭਰਮ ਦੂਰ ਕਰਨ ਵਾਸਤੇ, ਜਿਹੜਾ ਭਰਮ ਪਾਇਆ ਗਿਆ, ਉਨੀ ਕੁ ਗੱਲ ਦੱਸੀ ਹੈ। ਕਹਿਣ ਦਾ ਮਤਲਬ ਇਹ ਹੈ, ਤਬ ਗੁਣ ਅਨੰਤ। ਤੇਰੇ ਗੁਣ ਤਾਂ ਅਨੰਤ ਨੇ, ਮੈਂ ਗੁਣ ਨਹੀਂ ਗਾਇਨ ਕੀਤੇ। ਗੁਣ ਗਾਇਨ ਇਹਨਾਂ ਤਾਂ ਕੀਤੇ ਨੇ, ਉਹਨਾਂ ਨੇ ਤੇਰੇ ਚਰਨਾਂ ਨੂੰ ਪੈਰ ਮੰਨ ਲਿਆ, ਤੇਰਾ ਸਰੀਰ ਬਣਾ ਲਿਆ, ਤੇਰੇ ਸਿਰ ਤੇ ਤਾਜ ਰੱਖ ਦਿੱਤਾ, ਤੇਰੇ ਮਾਂ ਪਿਓ ਮੰਨ ਲਏ, ਉਹਦੇ ਭੈਣ ਭਾਈ ਮੰਨ ਲਏ, ਤੇਰਾ ਜਨਮ ਹੋਇਆ ਮੰਨ ਲਿਆ, ਮਰਿਆ ਵੀ ਮੰਨ ਲਿਆ। ਤੂੰ ਤਾਂ ਸਾਰੀ ਗੱਲ ਬਦਲਤੀ ਉਹਨਾਂ ਨੇ, ਤੇਰੇ ਸਾਰੇ ਗੁਣੇ ਬਦਲਤੇ। ਤੈਨੂੰ ਕਿਰਤ ਮੰਨ ਲਿਆ, ਕਿਰਤ ਨੂੰ ਮੈਂ ਕਰਤਾ ਮੰਨ ਲਿਆ। ਕਰਤੇ ਫਿਰ ਕਰਤਾ ਕੌਣ ਰਹਿ ਗਿਆ? ਕਰਤਾ ਤਾਂ ਫਿਰ ਉੱਥੇ ਰਹਿ ਗਿਆ। ਤਾਂ ਹੀ ਕਹਿੰਦਾ ਵੇਦ ਬੜਾ, ਬ੍ਰਹਮਾ ਬੜਾ ਕਿ ਜਾ ਸੋ ਪਾਇਆ। ਬ੍ਰਹਮਾ ਬੜਾ ਕਿ ਜਿਹਨੇ ਬ੍ਰਹਮਾ ਪੈਦਾ ਕੀਤਾ ਉਹ ਬੜਾ। ਬਸ ਇੱਥੇ ਆ ਕੇ ਵੇਦ ਬੜਾ ਕਿ ਜਹਾਂ ਤੇ ਆਇਆ। ਇਹ ਵੇਦ ਨਹੀਂ ਬੜਾ ਹੈ, ਗਿਆਨ ਨਹੀਂ ਬੜਾ ਹੈ, ਕਿਉਂਕਿ ਗਿਆਨ ਜੜ ਹੈ, ਗ੍ਰੰਥ ਵੀ ਜੜ ਹੈ, ਅੱਖਰ ਵੀ ਜੜ ਨੇ, ਕਾਗਜ਼ ਵੀ ਜੜ ਹੈ। ਉਹ ਚੇਤਨ ਹੈ ਜਿਹਨੇ ਬੋਲਿਆ ਲਿਖਿਆ ਉਹ ਬੜਾ ਹੈ। ਜਿਹਨੇ ਅੱਖਰ ਬਣਾਏ ਨੇ, ਸਿਆਹੀ ਬਣਾਈ ਹੈ, ਕਾਗਜ਼ ਬਣਾਇਆ, ਫਿਰ ਲਿਖਿਆ ਵੀ ਗਾਹਾਂ ਵਾਲਿਆ ਕੋਲ ਚਲਿਆ ਜਾਵੇ, ਉਹ ਬੜਾ ਹੈ ਕਿ ਅੱਖਰ ਬੜੇ ਨੇ ਬਣਾਏ ਹੋਏ। ਇਹ ਕਿਰਤ ਹੈ ਫਿਰ ਵੀ,
ਇਹ ਸਾਰੀ ਕਿਰਤ ਹੈ। ਕਿਰਤ ਕਮਾਵਣ ਸ਼ੁਭ ਅਸ਼ੁਭ। ਕਿਰਤ ਤੇ ਜਿਹੜਾ ਕਮਾਉਣ ਆਇਆ ਹੈ ਉਹ ਬੜਾ ਹੈ, ਜਿਹੜੀ ਕਿਰਤ ਹੈ ਉਹ ਬੜੀ ਨਹੀਂ। ਕਰਤਾ ਬੜਾ ਹੈ, ਆ ਜਿਹੜੀ ਸੰਸਾਰ ਕਿਰਤ ਹੈ ਉਹਦੀ ਇਹ ਬੜੀ ਨਹੀਂ। ਇਹ ਆਦਮੀ ਦੀ ਕਰਤਾ ਅੱਖਰ ਲਿਖਣੇ, ਆਦਮੀ ਦੀ ਬੋਲੀ ਹੈ। ਕਰਤੇ ਦੀ ਕਿਰਤ ਤਾਂ ਕੰਨਾਂ ਨੂੰ ਸੁਣਨ ਵਾਲੀ ਥੀ ਨਹੀਂ ਬਾਣੀ, ਉਹ ਤਾਂ ਥੀ ਨਹੀਂ। ਕਿਰਤ ਤਾਂ ਪਰਮੇਸ਼ਰ ਦੀ ਉਹ ਹੈ ਅਸਲ 'ਚ, ਪਰ ਆਧਾ ਆਦਮੀ ਦੀ ਕਰਤਾ ਹੈ ਅੱਖਰ। ਜੋ ਬੋਲੀ ਆਦਮੀ ਨੇ ਬੋਲੀ ਹੈ ਨਾ, ਜੋ ਨਾਨਕ ਦਾਸ ਬੋਲਿਆ ਬੁਲਾਇਆ, ਉਹ ਤਾਂ ਉਹਦੀ ਨਾਨਕ ਦੀ ਕਿਰਤ ਬਣ ਗਈ ਹੁਣ। ਪਰ ਬੁਲਾਇਆ ਬੋਲਿਆ, ਫਿਰ ਵੀ ਆਪਣੇ ਕੋਲੋਂ ਨਹੀਂ ਬੋਲਿਆ। ਇਹ ਬਾਣੀ ਤੁਰੋਂ ਨਹੀਂ ਆਈ ਹੋਈ। ਤੁਰੋਂ ਜਿਹੜੀ ਆਈ ਹੋਈ ਆ ਉਹ ਸੁਣ ਕੇ ਉਹਨੂੰ ਅੱਖਰੀ ਰੂਪ ਦਿੱਤਾ, ਆਪਣੀ ਭਾਸ਼ਾ ਦਾ ਰੂਪ ਦਿੱਤਾ। ਤੇ ਜਿਹੜਾ ਆਤਮਾ ਸੀ, ਜਿਹੜੀ ਵਿਵੇਕ ਬੁੱਧੀ ਸੀ, ਜਿਹਨੇ ਇਹ ਲਿਖੀ ਹੈ ਬੋਲੀ ਹੈ, ਉਹ ਬੜੀ ਸੀ ਅਸਲ 'ਚ। ਉਹੀ ਸੀ ਨਾਨਕ ਦੂਜਾ ਬਣੀ, ਉਹੀ ਤੀਜਾ ਨਾਨਕ ਬਣੀ, ਉਹੀ ਨੌ ਤੱਕ ਗਈ। ਇਹ ਵੀ ਅਸਲ 'ਚ ਉਹੀ ਹੈ, ਚਾਹੇ ਉਹਨਾਂ ਨੇ ਨਾਨਕ ਪਦ ਨਹੀਂ ਵਰਤਿਆ, ਕਿਉਂਕਿ ਇਹ ਐਂਗਲ ਹੋਰ ਵਰਤਿਆ ਹੋਇਆ। ਨਾਨਕ ਵਾਲਾ ਐਂਗਲ ਨਹੀਂ ਨਾ ਇਹਦੇ ਵਿੱਚ, ਇਹ ਹੋਰ ਐਂਗਲ ਤੋਂ ਕਹੀ ਹੋਈ ਗੱਲ ਹੈ, ਕਿਉਂਕਿ ਨਾਨਕ ਨੇ ਐਂਗਲ ਵਰਤਿਆ ਨਹੀਂ ਸੀ, ਇਸ ਕਰਕੇ ਉਹਨਾਂ ਨਾਨਕ ਪਦ ਨਹੀਂ ਵਰਤਿਆ। ਭਾਵੇਂ ਕੁਝ ਸ਼ਬਦ ਲਿਖੇ ਨੇ ਰਾਗਾਂ ਦੇ ਵਿੱਚ ਵੀ, ਭਾਸ਼ਾ 10ਵੀਂ ਵਾਲੇ ਜਿਹੜੇ ਆਏ ਨੇ, ਉਹ ਪਰ ਉਹ ਹੈ ਤਾਂ ਉਹੀ ਐਂਗਲ ਗੁਰਬਾਣੀ ਵਾਲਾ, ਰਹਾਉ ਵੀ ਹੈ ਉਹਦੇ ਵਿੱਚ, ਉਹਨਾਂ ਦੇ ਵਿੱਚ। ਫਿਰ ਵੀ ਉਹਨਾਂ ਨੇ ਸਾਰੀ ਬਣ ਇੱਥੇ ਨਾਨਕ ਪਤਾ ਨਹੀਂ ਵਰਤਿਆ, ਉੱਥੇ ਵੀ ਨਹੀਂ ਵਰਤਿਆ ਉਹਨਾਂ। ਹਾਂਜੀ। ਵਰਨੀ ਨਾ ਜਾਤ ਤੁਮਰੀ ਬੇਅੰਤ, ਵਰਨੀ ਨਾ ਜਾਤ ਮਮ ਅਲਪ ਬੁੱਧ ਤਬ ਗੁਣ ਅਨੰਤ। ਹਾਂ ਹਾਂ, ਤੇਰੇ ਗੁਣ ਅਨੰਤ ਨੇ। ਤੇਰੀ ਜਿਹੜੀ ਸਾਰੀ ਰਚਨਾ ਹੈ ਇਹ ਵਰਣੀ ਨਹੀਂ ਜਾ ਸਕਦੀ। ਤੇਰੀ ਬੁੱਧੀ ਜਿਹੜੀ ਹੈ ਉਹਦੇ ਸਾਰੇ ਗੁਣ ਨੇ, ਉਹ ਸਾਰੀ ਮੈਂ ਵਿਆਖਿਆ ਨਹੀਂ ਕੁਦਰਤ ਦੀ। ਤੇਰੀ ਕਾਦਰ ਤੂੰ ਹੈ, ਤੇਰੀ ਕੁਦਰਤ ਦੀ ਵੀ ਵਿਆਖਿਆ ਨਹੀਂ ਕਰ ਸਕਦਾ। ਕੁਦਰਤ ਦੀ ਵਿਆਖਿਆ ਕਰੂੰ, ਕਾਦਰ ਦੀ ਕੀ ਵਿਆਖਿਆ ਕਰਨੀ? ਕੁਦਰਤ ਵਿੱਚ ਹੀ ਤੇਰੇ ਗੁਣ ਦੇਖੇ ਜਾ ਸਕਦੇ ਨੇ। ਕਾਦਰ ਨੂੰ ਕੁਦਰਤ ਵਿੱਚੋਂ ਹੀ ਸਮਝਿਆ ਜਾ ਸਕਦਾ, ਗੁਣਾਂ ਚੋਂ ਹੀ ਤੈਨੂੰ ਸਮਝਿਆ ਜਾ ਸਕਦਾ। ਤੇਰੇ ਗੁਣਾਂ ਚੋਂ, ਤੇਰੇ ਗੁਣਾਂ ਚੋਂ ਹੀ ਤੈਨੂੰ ਸਮਝਿਆ ਜਾ ਸਕਦਾ। ਹਾਂਜੀ। ਤਬ ਗੁਣ ਅਤੀ ਉੱਚ ਅੰਬਰ ਸਮਾਨ। ਤੇਰੇ ਗੁਣ ਤਾਂ ਇੰਨਾ ਗੁਣਾਂ ਦਾ ਐਡਾ ਬੜਾ ਢੇਰ ਹੈ। ਜਿਵੇਂ ਦੇਖੋ, ਹਵਾਲਾ ਨਹੀਂ ਕਿਹਾ ਅੰਬਰ ਸਮਾਨ। ਜੇ ਕੋਈ ਹਿੰਦੂ ਬੋਲਦਾ ਤਾਂ ਕੈਲਾਸ਼ ਪਰਬਤ ਕਹਿ ਦਿੰਦਾ ਪੰਡਤ। ਕੈਲਾਸ਼ ਪਰਬਤ ਤੋਂ ਬੜਾ ਹੈ ਨਹੀਂ ਕੁਛ ਇੱਥੇ। ਉਹ ਤਾਂ ਕਿਹਾ ਨਹੀਂ, ਅੰਬਰ ਕਹਿਤਾ। ਆਕਾਸ਼ ਵੀ ਨਹੀਂ ਕਿਹਾ, ਅੰਬਰ ਕਿਹਾ। ਆਕਾਸ਼ ਉੱਤੇ ਉੱਤੇ, ਥੱਲੇ ਵਾਲਾ, ਸਾਈਡਾਂ ਵਾਲਾ। ਅੰਬਰ ਸ਼ਬਦ ਵਰਤਿਆ, ਆਕਾਸ਼ ਵੀ ਨਹੀਂ ਵਰਤਿਆ। ਹਾਲਾਂਕਿ ਉੱਥੇ ਆਕਾਸ਼ ਵਰਤਿਆ ਹੋਇਆ ਆਦ ਵਿੱਚ, ਜੈਸੇ ਧਰ ਉੱਪਰ ਆਕਾਸ਼, ਮੇਰੇ ਵਿਗਿਆਨੀ ਕੇ ਮਨ ਪ੍ਰਕਾਸ਼। ਧਰ ਉੱਪਰ ਵੀ ਆਕਾਸ਼, ਚਾਰੇ ਜਦ ਧਰਤੀ ਘੁੰਮਦੀ ਹੈ ਹਰ ਪਾਸੇ ਦਾ ਆਕਾਸ਼ ਉੱਤੇ ਹੀ ਰਹਿੰਦਾ। ਇਹਦੇ ਗੱਲ ਉੱਥੇ ਵੀ ਠੀਕ ਹੈ। ਧਰਤੀ ਕਿਹੜਾ ਖੜੀ ਹੈ, ਘੁੰਮਦੀ ਹੈ। ਜੇ ਘੁੰਮਦੀ ਹੈ ਤਾਂ ਸਾਰਾ ਆਕਾਸ਼ ਉੱਤੇ ਹੀ ਰਹਿੰਦਾ, ਜਾਂ ਗੇੜਾ ਆ ਜਾਂਦਾ। 24 ਘੰਟੇ 'ਚ ਸਾਰੇ ਆਕਾਸ਼ ਘੁੰਮ ਜਾਂਦੀ ਹੈ, ਉੱਪਰੇ ਰਹਿੰਦਾ ਆਕਾਸ਼ ਤਾਂ, ਕਿਤਲਾ ਵੀ ਹੋਵੇ। ਉਹ ਦੂਆ ਉੱਤੇ ਆ ਗਿਆ, ਥੱਲੇ ਕਿਹੜਾ ਉੱਤੇ ਕਿਹੜਾ? ਜਿਹੜੀ ਚੀਜ਼ ਖੜਦੀ ਹੈ ਉਹਦਾ ਥੱਲਾ ਉੱਤਾ ਹੋ, ਜਿਹੜੀ ਖੜਦੀ ਨਹੀਂ ਉਹਦਾ ਥੱਲਾ ਉੱਤਾ ਕੀ ਹੈ? ਨਾ ਪੂਰਬ ਪੱਛਮ ਹੁੰਦਾ ਉਹਦਾ, ਨਾ ਥੱਲਾ ਉੱਤਾ ਹੁੰਦਾ। ਪੂਰਬ ਪੱਛਮ ਦਾ ਇੰਗਲੈਂਡ ਨੂੰ ਪੱਛਮੀ ਦੇਸ਼ ਕਹੇ, ਇੰਗਲੈਂਡ ਦਾ ਕਿਤੇ ਪੱਛਮ ਹੈ ਨਹੀਂ, ਇੰਗਲੈਂਡ ਦਾ ਪੂਰਬ ਹੈ ਨਹੀਂ। ਬਸ ਫਿਰ ਇੰਗਲੈਂਡ ਤੋਂ ਵੀ ਕੋਈ ਪੱਛਮ 'ਚ ਹੋਊ, ਕੋਈ ਪੂਰਬ 'ਚ ਵੀ ਹੋਊ, ਕੋਈ ਨਹੀਂ। ਇਹ ਮਥੀਆਂ ਹੋਈਆਂ ਗੱਲਾਂ ਨੇ ਸਾਡੀਆਂ। ਜਿੱਥੇ ਅਸੀਂ ਬੈਠੇ ਹਾਂ ਉੱਥੋਂ ਅਸੀਂ ਪੂਰਬ ਪੱਛਮ ਦੇਖ ਲੈਂਦੇ, ਹੋਰ ਕੀ ਹੈ। ਇੱਥੇ ਬੈਠੇ ਹਾਂ, ਇਹਨੂੰ ਦੀਵਾਰ ਨੂੰ ਪੂਰਬ ਦੀ ਕਹਿ ਦਾਂਗੇ, ਉਹ ਪਰਲੇ ਪਾਸੇ ਪੱਛਮ ਦੀ ਹੋ ਜੂਗੀ, ਪਰਲੇ ਪਾਸੇ ਬੈਠ ਕੇ
ਇਹ ਪੱਛਮ ਦੀ ਹੋ ਜੂਗੀ। ਇਹ ਤਾਂ ਉਹ ਦੀਵਾਰ ਪੱਛਮ ਦੀ ਹੈ, ਪਰਲੇ ਪਾਸੇ ਚਲੇ ਜਾਓ ਉਹ ਦੀਵਾਰ ਪੂਰਬ ਚ ਆ ਗਈ। ਪੂਰਬ ਪੱਛਮ ਤਾਂ ਕੁਝ ਵੀ ਨਹੀਂ ਹੈ। ਹਾਂਜੀ, ਤਬ ਗੁਣ ਅਤੀ ਉੱਚ ਅੰਬਰ ਸਮਾਨ। ਤੇਰੇ ਗੁਣ ਤਾਂ ਇੰਨੇ ਉੱਚੇ ਨੇ, ਗੁਣਾਂ ਦਾ ਢੇਰ। ਅੰਬਰ ਸਾਰੇ ਅੰਬਰ 'ਚ ਪਈ ਹੈ ਫੈਲੇ ਗੁਣ ਤੇਰੇ, ਜੇ ਰਚਨਾ ਅੰਬਰ ਦੇ ਵਿੱਚ ਹੀ ਹੈ ਨਾ। ਅੰਬਰ ਸਮਾਨ ਨੇ ਇਹ ਗੁਣ। ਮਨ ਅਲਪ ਬੁੱਧੀ ਬਾਲਕ ਅਜਾਨ। ਮੇਰੀ ਥੋੜੀ ਜਿਹੀ ਬੁੱਧੀ ਆ, ਮੈਂ ਬਾਲਕਾਂ ਛੋਟਾ ਜਿਹਾ, ਅਜੋ ਜਾਣਕਾਰੀ ਵੀ ਮੈਨੂੰ ਹੈ ਨਹੀਂ, ਥੋੜੀ ਜਿਹੀ ਜਾਣਕਾਰੀ ਹੈ ਮੈਨੂੰ ਤਾਂ। ਅਜਾਣ, ਬਹੁਤੀ ਜਾਣਕਾਰੀ ਨਹੀਂ ਹੈ। ਬਹੁਤੀਆਂ ਚੀਜ਼ਾਂ ਤੋਂ ਮੈਂ ਅਜਾਣ ਨਹੀਂ ਜਾਣਦਾ, ਥੋੜਾ ਜਿਹਾ ਕੁਝ ਜਾਣਦਾ। ਬਹੁਤਾ ਕੁਝ ਤੇਰੀ ਕੁਦਰਤ ਦਾ, ਬਹੁਤਾ ਕੁਝ, ਬਹੁਤੇ ਗੁਣ ਤੇਰੇ ਇਹੋ ਜਿਹੇ ਨੇ ਜੀ ਤੋਂ ਮੈਂ ਵੀ ਵਾਕਫ ਨਹੀਂ, ਜਿਹਦੀ ਮੈਨੂੰ ਜਾਣਕਾਰੀ ਨਹੀਂ। ਅਜਾਣ ਨਹੀਂ ਜਾਣਦਾ ਜਿਹਨਾਂ ਨੂੰ ਮੈਂ। ਕਿਮ ਸਕੋਂ ਵਰਨ ਤੁਮਰੇ ਪ੍ਰਭਾਵ। ਫਿਰ ਮੈਂ ਤੇਰੇ ਪ੍ਰਭਾਵ ਕਿਵੇਂ ਵਰਣਨ ਕਰ ਸਕਦਾ ਸਾਰੇ? ਇੱਥੇ ਕੁਝ ਪ੍ਰਭਾਵ ਹੈ, ਚੰਦ ਤੇ ਚਲੇ ਜਾਈਏ ਉੱਥੇ ਹੋਰ ਪ੍ਰਭਾਵ ਹੈ, ਉੱਥੇ ਵਜ਼ਨ ਘਟ ਜਾਂਦਾ ਜਾ ਕੇ। ਇੱਥੇ ਪਾਣੀ ਹੈ, ਉੱਥੇ ਪਾਣੀ ਹੈ ਨਹੀਂ। ਕਿਤੇ ਕੁਛ ਸੂਰਜ ਦੇ ਨੇੜੇ ਹੀ ਨਹੀਂ ਕੋਈ ਜਾ ਸਕਦਾ, ਉੱਥੇ ਹੋਰ ਪ੍ਰਭਾਵ ਹੈ ਉਹਦਾ। ਇਸ ਕਰਕੇ ਤੇਰੇ ਪ੍ਰਭਾਵ ਕਿੱਥੇ ਕੀ ਨੇ? ਸੂਰਜ ਨੂੰ ਤੂੰ ਕੀ ਪ੍ਰਭਾਵ ਦੇ ਰਿਹਾ? ਤਾਂ ਹੀ ਅੱਗ ਦਾ ਗੋਲਾ ਬਣਿਆ ਹੋਇਆ ਹੈ। ਚੰਦਰਮੇ ਨੂੰ ਕੀ ਪ੍ਰਭਾਵ ਦੇ ਰਿਹਾ? ਉਹ ਠੰਡਾ ਹੈ। ਤੇਰੇ ਪ੍ਰਭਾਵ ਕਿੱਥੇ ਕਿੱਥੇ ਕੀ, ਇੱਥੇ ਕੀ ਪ੍ਰਭਾਵ ਪੈਂਦੇ ਨੇ? ਸਾਰੇ ਜੀਵਾਂ ਦੇ ਕੀ ਪ੍ਰਭਾਵ ਤੇਰੇ ਪੈਂਦੇ ਨੇ? ਕਿਹਦੇ ਹੁਕਮ ਨੇ? ਤੇਰੀ ਇੱਛਾ ਦੇ। ਕਿੱਥੇ ਤੇਰੀ ਇੱਛਾ ਕੀ ਪ੍ਰਭਾਵ ਪਾ ਰਹੀ ਹੈ, ਕਿੱਥੇ ਕੀ ਪਾ ਰਹੀ ਹੈ? ਇਹ ਨਹੀਂ ਬਣਿਆ ਜਾ ਸਕਦਾ। ਤੁਮਰੀ ਗਤਵਤ ਤੁਮ ਹੀ ਜਾਣੀ। ਤੇਰੀ ਗਤਵਤ ਨੂੰ ਤੂੰ ਆਪੇ ਜਾਣਦਾ ਹੋਵੇਗਾ, ਦੂਆ ਕੌਣ ਜਾਣੂਗਾ? ਦੂਏ ਤਾਂ ਮਨ ਦੀ ਗੱਲ ਦੂਆ ਨਹੀਂ ਜਾਣ ਸਕਦਾ। ਦੂਏ ਦੇ ਮਨ ਦੀ ਗੱਲ ਦੂਆ ਬੰਦਾ ਨਹੀਂ ਜਾਣ ਸਕਦਾ, ਤੇ ਤੇਰੇ ਮਨ ਦੀ ਗੱਲ ਕੌਣ ਜਾਣ ਲੂਗਾ? ਹਾਂਜੀ, ਸਭ ਪਰਾ ਸ਼ਰਨ ਤਜ ਸਭ ਉਪਾਗ। ਇਸੇ ਕਰਕੇ ਤਾਂ ਮੈਂ ਤੇਰੀ ਸ਼ਰਨ ਪੈ ਗਿਆ, ਸਾਰੇ ਉਪਾਅ ਛੱਡ ਕੇ। ਮੈਂ ਤਾਂ ਆਪ ਸਰੈਂਡਰ ਕਰ ਗਿਆ। ਉਪਾਅ ਨਹੀਂ ਕੋਈ ਕੀਤਾ। ਉਪਾਅ ਕੌਣ ਕਰਦਾ? ਉਪਾਅ ਕਰਦਾ ਮਾਲਾ ਵਾਲਾ, ਉਪਾਅ ਕਰਦਾ ਹਠ ਯੋਗੀ, ਉਪਾਅ ਕਰਦਾ ਸਮਾਧੀ ਵਾਲਾ। ਤੇ ਗੁਰਮੁਖੀ ਆ, ਗੁਰਮੁਖ ਸ਼ਰਨ ਪੈ ਜਾਂਦਾ। ਸ਼ਰਨ ਪਰੇ ਕੀ ਬਾਹੇ ਹੈ ਕਿ ਲਾਜਾਸ ਗੋਬਿੰਦ ਦਾਸ। ਤੈਨੂੰ ਬਾਂਹ ਫੜਾਤੀ, ਤੈਂ ਬਾਂਹ ਫੜ ਲਈ, ਹੁਣ ਲਾਜ ਤੈਨੂੰ। ਅਜੇ ਮੈਂ ਡੁੱਬ ਗਿਆ, ਤੈਨੂੰ ਲਾਜ ਹੈ। ਲੋਕਾਂ ਨੇ ਤੈਨੂੰ ਕਹਿਣਾ, ਜਿਹਨੂੰ ਬਾਂਹ ਫੜਾਤੀ, ਜੇ ਬਾਂਹ ਛੁੱਟਤੀ ਤਾਂ ਛੱਡਣ ਵਾਲੇ ਦੀ ਲਾਜ ਹੈ। ਕੋਈ ਚੀਜ਼ ਆਪਣੇ ਹੱਥ 'ਚ ਫੜੀ ਹੋਈ ਹੈ, ਜੇ ਆਪਾਂ ਬੇਧਿਆਨੇ ਹੋ ਕੇ ਛੁੱਟ ਗਈ, ਦੁੱਧ ਡੁੱਲ ਗਿਆ, ਤਾਂ ਜ਼ਿੰਮੇਵਾਰੀ ਆਪਣੀ ਹੈ। ਦੁੱਧ ਦਾ ਕੀ ਹੁੰਦਾ? ਡੁੱਲਣਾ ਹੀ ਹੈ ਵਿਚਾਰਿਆਂ ਨੇ, ਜਦ ਹੱਥੋਂ ਛੁੱਟ ਜੂ। ਹਾਂਜੀ, ਜੈ ਲਖਤ ਚਤਰ ਨਹਿ ਭੇਦ ਵੇਦ। ਚਤੁਰਵਾਦ ਬਹੁਤ ਬੰਦੇ ਹੋਏ ਨੇ। ਕੋਈ ਇਹ ਨਹੀਂ ਕਹਿ ਰਿਹਾ ਕਿ ਮੈਂ ਦੇਖਿਆ। ਜਿੰਨੇ ਵੀ ਰਿਸ਼ੀ ਮੁਨੀ ਹੋਏ ਨੇ, ਅਸਲ ਦੇ ਵਿੱਚ ਰਿਸ਼ੀ ਮੁਨੀ ਨੂੰ ਕਹਿ ਰਹੇ ਨੇ ਚਤੁਰ। ਜਿਹੜੇ ਜ਼ਿਆਦਾ ਸਿਆਣੇ ਹੋ ਕੇ ਗ੍ਰੰਥ ਲਿਖਣ ਲੱਗ ਗਏ ਨਾ, ਆਪਣੇ ਆਪ ਨੂੰ ਚਤੁਰ, ਚਤੁਰਾਈ ਨਾ ਚਤੁਰ ਪੁਜ ਪਾਇਆ। ਉੱਥੇ ਤਾਂ ਇਹ ਗੱਲ ਕਹੀ ਹੈ, ਇੱਥੇ ਇਹ ਕਹਿਤਾ। ਜਿਹੜੇ ਆਪਣੇ ਆਪ ਨੂੰ ਸਿਆਣੇ ਸਮਝਦੇ ਸੀ, ਚਤੁਰ ਬਣੇ ਹੋਏ ਸੀ, ਉਹਨਾਂ ਨੇ ਵੱਡੇ ਵੱਡੇ ਗ੍ਰੰਥ ਜ਼ਰੂਰ ਲਿਖ ਦਿੱਤੇ, ਨਾ ਭੇਦ ਵੇਦ। ਪਰ ਭੇਦ ਜਿਹੜਾ ਤੇਰਾ ਗਿਆਨ ਹੈ, ਉਹਦਾ ਭੇਦ ਨਹੀਂ ਪਾਇਆ। ਤੇ ਵੇਦ ਅਸਲ 'ਚ ਜਿਹੜਾ ਵੇਦ ਲਫ਼ਜ਼ ਗਿਆਨ ਆਇਆ ਨਾ, ਨਿਰਾਕਾਰ ਦੇ ਗਿਆਨ ਨੂੰ ਵੇਦ ਕਹਿੰਦੇ ਨੇ ਅਸਲ ਦੇ ਵਿੱਚ। ਨਿਰਾਕਾਰੀ ਗਿਆਨ ਹੈ, ਇਹਨੂੰ ਵੇਦ ਕਹਿੰਦੇ, ਇਹਨੂੰ ਨਾਮ ਕਹਿੰਦੇ ਨੇ। ਵੇਦ ਵਿੱਚ ਸਾਰਾ ਦੂਆ ਗਿਆਨ ਬਾੜਤਾ ਉਹਨਾਂ ਨੇ, ਇਹ ਅੱਡ ਕੱਢ ਲਿਆ। ਜਿਹੜੇ ਕਹਿੰਦੇ ਨੇ ਵੇਦ ਇਹ ਦਸਮ ਗ੍ਰੰਥ ਨੂੰ, ਆਦਿ ਗ੍ਰੰਥ ਨੂੰ ਜਾਂ ਦਸਮ ਨੂੰ, ਇਹ ਤਾਂ ਸਾਨੂੰ ਘਬਰਾਉਣਾ ਨਹੀਂ ਚਾਹੀਦਾ। ਵੇਦ ਕੋਈ ਮਾੜਾ ਵਾਲਾ ਸ਼ਬਦ ਨਹੀਂ ਹੈਗਾ। ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨਾ ਪਾਵਤ ਭੇਦਾ। ਇਹ ਭੇਦ ਵੀ ਕਹਿੰਦਾ, ਭੇਦ ਨਹੀਂ ਤੇਰਾ।
ਜੇ ਕੋਈ ਭੇਦ ਦੱਸਦਾ ਚਤੁਰ ਆਦਮੀ ਉਹ ਮੂਰਖ ਹੈ। ਇੱਥੇ ਮੂਰਖ ਹੈ ਉਹਨੂੰ, ਆ ਜਿਹੜੇ ਚਤੁਰ ਨੇ ਇਹਨਾਂ ਨੂੰ ਮੂਰਖ ਹੈ। ਉੱਥੇ ਦਸਮ ਦੀ ਬਾਣੀ 'ਚ ਹੈ ਵੀ ਤਾਂ ਕੋ ਮੂੜ ਉਚਾਰਤ ਭੇਦਾ। ਜੇ ਕੋਈ ਭੇਦ ਦੱਸਣ ਲੱਗ ਜਵੇ, ਭੇਦ ਕੀ ਦੱਸਣ ਲੱਗੇ, ਬ੍ਰਹਮਾ ਦਾ ਦਿਨ ਇੰਨਾ, ਬ੍ਰਹਮਾ ਦੀ ਰਾਤ ਇੰਨੀ, ਬ੍ਰਹਮਾ ਦਾ ਉਹ ਇੰਨਾ, ਬਨਸਪਤੀ 18 ਭਾਰ, ਇਹ ਦੱਸਣ ਲੱਗ ਗਏ। ਜਿਹੜੇ ਪ੍ਰਕਿਰਤੀ ਬਾਰੇ ਦੱਸਣ ਲੱਗ ਗਏ, ਜ਼ਮੀਨ ਚਪਟੀ ਹੈ, ਕਿਵੇਂ ਬਣੀ, ਇਹ ਹੈ, ਉਹ ਜਿਹੜੇ ਲੱਗ ਗਏ ਉਹ ਮੂਰਖ ਨੇ। ਆਪਣੇ ਆਪ ਨੂੰ ਚਤੁਰ ਮੰਨਦੇ ਸੀ, ਮੂਰਖ ਨੇ। ਵੇਦ ਕਹਿੰਦਾ ਤਤ ਗਿਆਨ ਵਾਲੇ ਜਿਹੜੇ ਨੇ, ਤਤ ਵੇਤੇ ਨੇ, ਉਹ ਕਹਿੰਦੇ ਨੇ ਤਤ ਵੇਤਾ ਵੇਦ, ਵੇਦ ਕਹਿੰਦੇ ਨੇ ਵੇਦਾ, ਉਹ ਚੇਤਨ ਵੇਦ। ਉਹ ਕਹਿੰਦਾ ਵੀ ਬੇਅੰਤ ਹੈ ਬ੍ਰਹਮ, ਤੇ ਫਿਰ ਦੂਏ ਤਾਂ ਮੂਰਖ ਨੇ ਜਿਹੜੇ ਫੇਲ ਲੱਗ ਗਏ। ਉਹ ਗੱਲ ਨਹੀਂ ਮੰਨੀ ਤਤ ਵੇਤੇ, ਤਤ ਕਹਿੰਦੀ ਦੀ ਗੱਲ ਨਹੀਂ ਮੰਨੀ, ਆਪਣੀ ਅਕਲ ਲੈ ਕੇ ਬਹਿ ਗਏ ਵੀ ਦੁਨੀਆ ਸਾਡੀ ਮਗਰ ਲੱਗ ਜੂ। ਕਮਲੇ ਲੱਗ ਵੀ ਗਏ, ਕਮਲੇ ਜ਼ਿਆਦਾ ਨੇ ਨਾ, ਉਹ ਗਿਆਨ ਮਗਰ ਕਮਲੇ ਜ਼ਿਆਦਾ ਲੱਗਦੇ ਨੇ। ਇਤਿਹਾਸ ਹੈ ਹੁਣ ਸਾਡਾ, ਇਤਿਹਾਸ ਦਾ ਚਸਕਾ ਜ਼ਿਆਦਾ ਬੰਦਿਆਂ ਨੂੰ ਪਿਆ ਹੋਇਆ, ਕਿ ਜ਼ਿਆਦਾ ਬੰਦੇ ਬੁੱਧੀਹੀਨ ਨੇ, ਥੋੜ੍ਹੇ ਬੰਦੇ ਗਿਆਨਵਾਨ ਹੁੰਦੇ ਨੇ ਟੌਪ ਦੇ। ਗੁਰਬਾਣੀ ਦਾ ਚਸਕਾ ਥੋੜ੍ਹੇ ਬੰਦਿਆਂ ਨੂੰ, ਨਿਰੋਲ ਗੁਰਬਾਣੀ ਸੁਣਦਾ। ਆ ਜਿਹੜੇ ਉਹ ਕਥਾ ਹੈ, ਝੂਠ ਹੈ ਉਹਦੇ 'ਚ, ਉਹਦਾ ਚਸਕਾ ਆਮ ਸੰਗਤ ਨੂੰ। ਜਿਹੜੇ ਗੁਰਦੁਆਰੇ ਰੋਜ਼ ਜਾਂਦੇ ਨੇ ਉਹ ਕਹਿੰਦੇ ਨਹੀਂ ਆ ਕਥਾ, ਕਿਉਂ ਉਹਨਾਂ ਦੀ ਉਹ ਸਮਝ ਆਉਂਦੀ, ਆ ਤਾਂ ਉਹਨਾਂ ਦੀ ਸਮਝ 'ਚ ਨਹੀਂ ਆਉਂਦੀ ਗੱਲ। ਫਿਰ ਸਮਝਣ ਨੂੰ ਤਿਆਰ ਵੀ ਹੈ ਨਹੀਂ, ਉਹਨਾਂ ਦੀ ਲੋੜ ਵੀ ਹੈ ਨਹੀਂ। ਮੂਲ ਗੱਲ ਇਹ ਹੈ, ਆਮ ਜਿਹੜੇ ਲੋਕ ਜਾਂਦੇ ਨੇ ਗੁਰਦੁਆਰੇ, ਉਹਨਾਂ ਦਾ ਮੂਲ ਜਿਹਦਾ ਨਾਮ ਮਸਲਾ ਹੈ ਉਹਦਾ ਜਾਣਾ ਹੀ ਛੱਡ ਦਿੰਦਾ। ਫਿਰ ਉਹ ਨਾ ਮੰਦਰ ਜਾਵੇ ਨਾ ਮਸਜਿਦ। ਦੇਖੋ ਮਸਜਿਦ ਵਾਲਿਆਂ ਨੇ ਮਸਜਿਦ ਛੱਡਤੀ, ਮੁਸਲਮਾਨਾਂ ਨੇ ਮਸਜਿਦ ਛੱਡਤੀ ਜਾਣਾ, ਜਿਹੜੇ ਗਾਹ ਲੰਘੇ। ਮੰਦਰ ਵਾਲਿਆਂ ਨੇ ਮੰਦਰ ਛੱਡਤੇ ਜਾਣੇ, ਮੰਦਰ ਛੱਡਿਆ ਹੀ। ਕਬੀਰ ਦਾ ਜਿਹੜਾ ਗੁਰੂ ਰਾਮਾਨੰਦ ਨੇ ਛੱਡਤਾ ਮੰਦਰ ਜਾਣਾ, ਸਾਰੀ ਉਮਰ ਜਾਂਦਾ ਰਿਹਾ। ਲਿਖਿਆ ਨਾ ਇੱਕ ਦਿਵਸ ਮਨ ਭਿਓ ਉਮੰਗ, ਚੋਆ ਚੰਦਨ ਬਹੁਤ ਸੰਗੰਦ, ਪੂਜਣ ਚੱਲੀ ਬ੍ਰਹਮ ਠਾਏ, ਗੁਰ ਬ੍ਰਹਮ ਬਤਾਇਆ ਮਨ ਹੀ ਮਾਹੇ। ਛੱਡ ਦਿੱਤਾ ਜਦ ਪਤਾ ਲੱਗਿਆ। ਸਾਰੀ ਉਮਰ ਮੰਦਰ ਜਾਂਦਾ ਰਿਹਾ, ਮੂਰਤੀ ਪੂਜਾ ਕਰਦਾ ਰਿਹਾ, ਠਾਕਰ ਦੁਆਰੇ ਜਾਂਦਾ ਰਿਹਾ। ਜਦ ਪਤਾ ਲੱਗਿਆ ਬ੍ਰਹਮ ਮੰਦਰ ਹੈ, ਕਬੀਰ ਨੇ ਆ ਕੇ ਦੱਸਿਆ, ਫਿਰ ਉਹ ਆਦਤ ਤਾਂ ਸਾਰੀ ਜ਼ਿੰਦਗੀ ਦੀ ਬਣੀ ਹੋਈ ਸੀ। ਥਾਲੀ ਚੱਕ ਲਈ, ਫਿਰ ਰੱਖ ਦਿੱਤੀ, ਵੇ ਕੀ ਕਰ ਚੱਲਿਆ, ਛੱਡ ਦਿੱਤਾ। ਛੱਡ ਦਿੱਤਾ, ਤੂੰ ਫਿਰ ਖੋਜ ਨਿਕਲ ਚੱਲਿਆ ਉਸੇ 'ਚ। ਜਿਹਨੂੰ ਸਮਝ ਆ ਗਈ ਉਹਨੇ ਛੱਡ ਦਿੱਤਾ। ਮੰਦਰ ਵੀ ਛੱਡਤਾ, ਗੁਰਦੁਆਰੇ ਵੀ ਛੱਡ ਦਿੰਦੇ ਨੇ। ਗੁਰਦੁਆਰਾ ਤਾਂ ਅੰਦਰ ਹੈ, ਫਿਰ ਉਹਨੂੰ ਸਮਝ ਆ ਜਾਂਦੀ ਹੈ ਵੀ ਗੁਰਦੁਆਰਾ ਤਾਂ ਅੰਦਰ ਹੈ, ਬਾਹਰ ਕੀ ਹੈ। ਬਾਹਰ ਤਾਂ ਦੱਸਦੇ ਨੇ ਵੀ ਅੰਦਰ ਹੈ ਤੇਰੇ, ਉੱਥੇ ਤਾਂ ਦੱਸਿਆ ਤੇਰੇ ਅੰਦਰ ਹੈ। ਖੋਜਣਾ ਤਾਂ ਅੰਦਰ ਖੋਜੋ, ਬਾਹਰ ਟੋਲੇ ਸੇ ਉੱਥੇ ਤਾਂ ਦੱਸਿਆ ਹੈ, ਬਾਹਰ ਟੋਲੇ से भन भलाई। सब कुछ घर में बाहर नहीं, जे सब कुछ घर में बाहर नहीं फिर उत्थे की करन जाना, उत्थे तो बाहर छड़ देना चाहिए, अंदर खोज शुरू होनी चाहिए है। जे अंदर खोज है उत्थे जाण दी लोड़ नहीं, क्योंकि उत्थे वाले लोगों की पढ़ाई उन्नी के रहनी है, उत्थे तो नवे आई जाने ने। तो हुण गाहां चलना, गाहां की पढ़ाई कल्ला कर सकता। फिर जे किसी ने खोज करनी है, खोजी कल्ला करता हुंदा, खोज अपनी। कॉलेजां दे विच खोज नहीं हुंदी, खोजी तो कल्ला ही खोज करता। जिन्ने खोजी ने कल्ले खोज करते हैं, या उहदे नाल कोई होर खोजी होवे, इक्को जे दो खोजी होण फिर कर लैंदे ने। खोजी अलग बैठ के खोज करते हैं। वो जिहड़े पहली स्टेज वाले उन्हां दा कोई तलक नहीं हुंदा खोजियां दा, उन्हां जो खोजी बन के फिर निकलदे हुंदे ने, इदां ही निकलदे हुंदे थल्ले तो उत्ते नूं। हुण वो प्राइमरी स्कूल कह सकते हैं इन्हां नूं, जिवें प्राइमरी स्कूल वाले ही हाई स्कूल चाहणगे, मिडल चाहणगे, उत्ते नूं हुंदे। वो तो प्राइमरी स्कूल ने गुरुद्वारे, तो बिल्कुल प्राइमरी सिक्ख्या, उत्थे अगली सिक्ख्या नहीं हुंदी। मंदरां चों कोई भगत नहीं पैदा होया, अज तक कोई नहीं पैदा होया मंदर चों। एक दसो, दत्तात्रेय किहड़े मंदर च गया? किसे च नहीं गया। मंदर तो पैदा करते हुंदे ने। वो नानक किहड़े मंदर च गया सी?
ਕਿਹੜੇ ਮੰਦਰ 'ਚ ਗਿਆ ਸੀ? ਗੁਰਦੁਆਰੇ ਤੋਂ ਤਾਂ ਹੈ ਨਹੀਂ ਸੀ, ਮੰਦਰ ਹੋ ਗਿਆ ਨਹੀਂ। ਫਿਰ ਕਬੀਰ ਵੀ ਘਰੇ ਫੇਰਦਾ ਰਿਹਾ, ਮਾਲਾ ਮੰਦਰ 'ਚ ਨਹੀਂ ਗਿਆ। ਲਿਖਿਆ ਉਹਨੇ ਮੰਦਰ 'ਚ ਕੌਣ ਵੜ ਦਿੰਦਾ ਸੀ ਕਬੀਰ ਨੂੰ? ਉਹ ਤਾਂ ਪਹਿਲਾਂ ਹੀ ਜਲਾ ਸੀ। ਨਾਮਦੇਵ ਮੰਦਰ 'ਚ ਗਿਆ, ਉਹ ਤਾਂ ਝੂਠ ਬੋਲਦੇ ਨੇ, ਦੁੱਧ ਪਿਲਾਉਣਗੇ, ਦੁੱਧ ਵੰਡ ਦੇ ਦਿੰਦੇ ਉਹਨੂੰ ਮੰਦਰ ਦੇ ਵਿੱਚ। ਉਹ ਕਹਿੰਦਾ ਮੈਨੂੰ ਸਾਹਮਣੇ ਨਹੀਂ ਬੈਠਣ ਦਿੱਤਾ, ਤੁਸੀਂ ਕਹਿੰਦੇ ਮੰਦਰ 'ਚ ਗਿਆ। ਇਹ ਸਭ ਝੂਠ ਬਾਅਦ 'ਚ ਬੋਲਦੇ ਨੇ। ਇਹ ਇੱਥੋਂ ਨਹੀਂ ਪੈਦਾ ਹੁੰਦਾ, ਉਹ ਤਾਂ ਪਹਿਲੇ ਪ੍ਰਾਇਮਰੀ ਸਕੂਲ ਹੁੰਦੇ ਨੇ ਉੱਥੇ ਸਿਰਫ। ਹਾਂਜੀ, ਆਬਾ ਅਨੰਤ ਮਹਿਮਾ ਅਛੇਦ। ਆਬਾ ਅਨੰਤ ਮਹਿਮਾ ਅਛੇਦ। ਮਹਿਮਾ ਕੀ ਹੈ? ਅਛੇਦ। ਅਛੇਦ ਹੈ ਜਿਹਨੂੰ ਕੱਟ ਨਹੀਂ ਸਕਦੇ ਅਸੀਂ, ਜੇ ਛੇਦ ਨਹੀਂ ਹੋ ਸਕਦਾ। ਗੁਰਬਾਣੀ ਵਿੱਚ ਛੇਦ ਨਹੀਂ ਕਿਤੇ ਹੋਣ ਨੂੰ ਜਗ੍ਹਾ। ਛੇਦ ਉੱਥੇ ਹੁੰਦਾ ਜਿੱਥੇ ਭਰਮ ਹੋਵੇ। ਤਰਕ ਤੀਰ ਉੱਥੇ ਕੰਮ ਕਰੂ ਜਿੱਥੇ ਕਮੀ ਹੈ, ਜਿੱਥੇ ਝੂਠ ਹੈ। ਸੱਚੀ ਬਾਣੀ 'ਚ ਕਿਤੇ ਤਰਕ ਕੋਈ ਕੰਮ ਕਰਦਾ ਹੀ ਨਹੀਂ, ਤਰਕ ਉੱਠਦਾ ਹੀ ਨਹੀਂ ਕਿਤੇ। ਜਿਹਦੇ ਤਰਕ ਉੱਥੇ ਛੇਦ ਹੋ ਜਾਣ। ਜਿਹੜਾ ਕਬੀਰ ਕਹਿੰਦਾ ਬੇੜਾ ਜਰਜਰਾ ਫੂਟੇ 6,000, ਛੇਦ ਇੱਥੇ ਆਇਆ ਨਾ। ਕਿਉਂ ਆਇਆ ਛੇਦ? ਸਵਾਲ ਇਹ ਹੈ। ਕਬੀਰ ਕਹਿੰਦਾ ਬੇੜਾ ਜਰਜਰਾ, ਹਿੰਦੂ ਮਤ ਦਾ ਬੇੜਾ ਜਰਜਰਾ ਹੈ। ਕਾਗਜ਼ ਦੀ ਨਾਵ ਹੈ। ਕਬੀਰ ਕਾਗਜ਼ ਕੀ ਓਬਰੀ, ਬਸ ਕੇ ਕਰਮ ਕਪਾਟ, ਸਿਆਹੀ ਲਿਖ ਲਈ ਕਰਮ ਫਿਲਾਸਫੀ, ਤਖਤੇ ਜੜ ਲਏ ਉਹਦੇ। ਉਹ ਪਾਰ ਹੋ ਜਾਊਗਾ ਭਵ ਸਾਗਰ। ਸਮੁੰਦਰ 'ਚ ਲਿਆ ਕਾਗਜ਼ਾਂ ਦਾ ਬੇੜਾ ਬਣਾ ਕੇ, ਸਮੁੰਦਰ ਦੇਖ ਲਓ ਵੀ ਪਾਰ ਕਰਕੇ, ਦਰਿਆ ਪਾਰ ਕਰਕੇ ਦੇਖ ਲਓ, ਫਿਰ ਪਤਾ ਲੱਗ ਜਾਊਗਾ। ਉਹ ਕਹਿੰਦੇ ਫੂਟੇ 6,000, ਬੇੜਾ ਹੋ ਗਿਆ ਪੁਰਾਣਾ, ਚਾਹੇ ਲੋਹੇ ਦਾ। ਜੰਗ ਖਾ ਗਈ। ਦੇਖੋ ਨਾ, ਕੀ ਕਹਿੰਦੇ ਨੇ? ਸਨਾਤਨ ਧਰਮ ਨੂੰ ਕਹਿੰਦੇ ਪੁਰਾਣਾ। ਜੇ ਪੁਰਾਣਾ ਫਿਰ ਜਰਜਰਾ। ਉਹ ਤਾਂ ਆਪੇ ਮੰਨਦੇ ਨੇ ਪੁਰਾਣਾ। ਸੱਚ ਪੁਰਾਣਾ ਹੋਵੇ ਨਹੀਂ, ਸੱਚ ਪੁਰਾਣਾ ਨਹੀਂ ਹੁੰਦਾ। ਸੱਚਾ ਦਾ ਧਰਮ ਹੈ ਨਹੀਂ ਜੇ ਪੁਰਾਣਾ। ਜਿਹੜਾ ਪੁਰਾਣਾ ਹੋ ਗਿਆ ਸੱਚਾ ਨਹੀਂ। ਤੇ ਗੁਰਬਾਣੀ ਨੂੰ ਧਰਮ ਤਾਂ ਇਹ ਆਦ ਧਰਮ, ਇਹਦਾ ਨਾਮ ਯਾਦ ਆਦ ਧਰਮ ਹੈ। ਫਿਰ ਚਿਰਾਣਾ ਲਫ਼ਜ਼ ਵਰਤੇ। ਚਿਰਾਣਾ ਇੱਕੋ ਵਾਰ ਆਇਆ ਗੁਰੂ ਗ੍ਰੰਥ ਸਾਹਿਬ। ਚਿਰਾਣਾ ਚਿਰੰਕਾਲ ਤੋਂ, ਆਦ ਕਾਲ ਤੋਂ ਲੈ ਕੇ ਚਿਰੰਕਾਲ। ਇਹ ਦੇਹ ਸਜਰੀਆ। ਜਦ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ, ਆਦਮੀ ਦਾ ਜਨਮ ਹੈ ਨਹੀਂ ਸੀ। ਆਦਮੀ ਦਾ ਜਨਮ ਅਖੀਰਲੀ ਪੌੜੀ ਤੇ ਆ ਕੇ ਹੋਇਆ। ਇਹ ਜਿਹੜੀ ਅੰਦਰ ਬੁੱਧੀ ਹੈ, ਦੇਹੀ ਹੈ, ਇਹ ਇਕੱਠੀ ਕੀਤੀ ਹੈ ਨਹੀਂ ਬੁੱਧੀ। ਉਥੋਂ ਲੈ ਕੇ ਆ ਜਿਹੜਾ ਗਿਆਨ ਅਸੀਂ ਇਕੱਠਾ ਕੀਤਾ, ਚਿਰੰਕਾਲ ਤੋਂ ਲੈ ਕੇ ਕੀਤਾ ਹੋਇਆ। ਪਹਿਲੀ ਜੂਨ ਤੋਂ ਲੈ ਕੇ ਹੁਣ ਤੱਕ ਦੀ ਕਮਾਈ ਹੈ ਮਨੁੱਖਾ ਜਨਮ ਦੀ। ਸਾਰੀਆਂ ਜੂਨਾਂ 'ਚ ਇੰਨੀ ਬੁੱਧੀ, ਇੰਨੀ ਅਕਲ ਆਈ ਹੈ ਸਾਨੂੰ, ਇੰਨਾ ਗਿਆਨ ਹੈ ਸਾਡੇ ਕੋਲ। ਚਿਰੰਕਾਲ ਲਫ਼ਜ਼ ਵਰਤਿਆ। ਚਿਰਾਣਾ ਧਰਮ ਹੈ, ਪੁਰਾਣਾ ਨਹੀਂ ਹੈ। ਪੁਰਾਣਾ ਤਾਂ ਕਹਿ ਕੇ ਆਪੇ ਫਸ ਗਏ ਹੋ। ਇਸ ਕਰਕੇ ਇਹ ਛੇਦ ਨਹੀਂ ਹੈ, ਇਹਦੇ 'ਚ ਕੋਈ ਛੇਦ ਨਹੀਂ ਕੀਤਾ ਜਾ ਸਕਦਾ ਸੱਚ 'ਚ, ਕਿ ਪੁਰਾਣਾ ਹੀ ਨਹੀਂ ਹੁੰਦਾ। ਤਰਕ ਤੇ ਕੰਮ ਨਹੀਂ ਕਰਦਾ। ਉਹ ਕਹਿੰਦੇ ਫੂਟੇ 6,000, ਜਿੱਥੇ ਵੀ ਉਂਗਲ ਲਾਉਨੇ ਆ ਸਵਾਲ ਪੈਦਾ ਕਰਦੇ, ਜਵਾਬ ਹੈ ਹੀ ਨਹੀਂ, ਛੇਕ ਹੋ ਗਿਆ। ਜਗ੍ਹਾ ਜਗ੍ਹਾ ਝੂਠ ਹੈ, ਜਗ੍ਹਾ ਜਗ੍ਹਾ ਝੂਠ ਹੈ। ਜਿੱਥੇ ਤਰਕ ਗਿਆ ਉੱਥੇ ਗਲੀ ਹੋ ਗਈ, ਜਿੱਥੇ ਤਰਕ ਗਿਆ ਉੱਥੇ ਗਲੀ ਹੋ ਗਈ। ਜਿਹੜੀ ਚੀਜ਼ ਤੇ ਤਰਕ ਕੀਤਾ ਉਹ ਸੁਰਾਖ ਹੋ ਗਿਆ। ਛਾਲਣੀ ਦਾ ਕਰਕੇ ਰੱਖਿਆ ਪਿਆ ਭਗਤਾਂ ਨੇ ਧਰਮ ਨੂੰ। ਇਹਨੂੰ ਛੱਜ ਬੋਲੇਗਾ, ਛਾਲਣੀ ਕੀ ਬੋਲੇ? ਛਾਲਣੀ ਹੁਣ ਦੇਖੋ ਨਾ, ਆ ਜਿਹੜੀ ਹੈ ਆਪਣੀ ਜਾਲੀ ਹੈ, ਜਾਲੀ ਨੂੰ ਪਾਣੀ ਰੱਖ ਲਓ, ਉੱਤੇ ਬਹਿ ਜਾਓ, ਫਿਰ ਦੇਖ ਲਓ ਪਾਣੀ ਦਾ ਜਾਲੀ ਆਪੇ ਉੱਤੇ ਆ ਜਾਣਾ। ਜਾਲੀ ਦਾ ਬੇੜਾ ਨਹੀਂ ਚੱਲਦਾ ਹੁੰਦਾ। ਹਾਂਜੀ, ਗੁਣ ਗਣਤ ਚਤੁਰ ਮੁਖ ਪਰਾਹਾਰ, ਤਬ ਨੇਤ ਨੇਤ ਕੀਨੋ ਉਚਾਰ। ਜਦ ਕਹਿੰਦੇ ਬ੍ਰਹਮਾ ਚਾਰ ਮੁਖ ਵਾਲਾ ਬ੍ਰਹਮਾ ਕਹਿੰਦੇ ਨੇ, ਅਸਲ ਦੇ ਵਿੱਚ ਚਾਰ ਮੁਖ, ਚਤੁਰ ਮੁਖ ਪਰਾਹਾਰ। ਹਾਂ, ਚਤੁਰਮੁਖ ਚਾਰ ਮੁਖ ਨਹੀਂ ਹੁੰਦੇ। ਇਹ ਚਾਰ ਮੁਖ ਵਾਲਾ ਕਹਿੰਦੇ ਨੇ। ਚਾਰ ਮੂੰਹ ਨਹੀਂ ਕਿਸੇ ਆਦਮੀ ਦੇ ਹੁੰਦੇ, ਕਦੇ ਵੀ ਨਾ ਹੋਏ ਨੇ। ਚਤੁਰ ਨੂੰ ਹੁੰਦਾ ਮੂੰਹ ਚੋਂ ਗੱਲ ਸਿਆਣੀ ਕਰਨ ਵਾਲਾ। ਚਤੁਰ ਸੁਜਾਨ ਵੀ ਹੁੰਦਾ ਇੱਕ। ਸੁਜਾਨ ਚੰਗੀ ਗੱਲ। ਇੱਕ ਤਾਂ ਚਤੁਰ ਹੁੰਦਾ ਹੈ ਪੋਜ਼ਿਟਿਵ ਆਦਮੀ, ਇੱਕ ਹੁੰਦਾ ਚਤੁਰ ਨੈਗੇਟਿਵ ਆਦਮੀ।
ਹਾਂ ਉਹ ਚਤਰਾਈ ਕਰਦੇ ਨੇ, ਚਤਰਾਈ ਨੇ ਪਾਉਂਦੇ ਨੇ। ਚਤਰਾਈ ਕਿਵੇਂ ਬਈ ਤੈਨੂੰ ਇੱਕ ਘੜੀ ਦਾ ਤਾਂ ਸੁਰਗ ਮਿਲਣਾ, ਬਾਕੀ ਤੈਨੂੰ ਮਿਲਣਾ ਨਰਕ, ਤੂੰ ਐਂ ਕਰੀ ਪਹਿਲਾਂ ਘੜੀ ਮੰਗ ਲਈ ਫਿਰ ਤੂੰ ਜਾਈਓ ਹੀ ਨਾ, ਉਹ ਤੇਰੇ ਕੋਲ ਫੜ। ਇਹ ਚਤਰਾਈ ਹੈ, ਇਹ ਚਤਰਾਈ ਸੀ। ਸਮਝਿਆ ਨਹੀਂ ਵੀ ਕਹਾਂ ਤੈਨੂੰ ਪੁੱਛਣਗੇ। ਉਹ ਕਮਲੇ ਨੇ, ਨਾ ਕੋਈ ਸੁਰਗਾ ਨਾ ਕੋਈ ਨਰਕਾ ਹੈ ਹੀ ਨਹੀਂ। ਪਹਿਲਾਂ ਤਾਂ ਇਹ ਸੁਰਗ ਨਰਕ ਦਾ ਕੋਈ ਗੱਲ ਹੀ ਨਹੀਂ ਹੈ। ਹਾਂਜੀ, ਜਦ ਬ੍ਰਹਮਾ ਨੇ ਬੜੇ ਗੁਣ ਉਚਾਰਨ ਕੀਤੇ, ਬ੍ਰਹਮਾ ਨੇ, ਬ੍ਰਹਮ ਗਿਆਨੀਆਂ ਨੇ, ਇਹ ਵੀ ਬ੍ਰਹਮਾ ਦਾ ਅਵਤਾਰ ਨੇ ਦਸਮ ਪਾਤਸ਼ਾਹ, ਇਹ ਵੀ ਨੇਤ ਨੇ ਤੇ ਕਹਿ ਰਹੇ ਨੇ ਬੇਅੰਤ ਬੇਅੰਤ, ਸਾਰੇ ਭਗਤ ਬ੍ਰਹਮਾ ਦਾ ਹੀ ਅਵਤਾਰ ਨੇ। ਬ੍ਰਹਮ ਦੇ ਅਵਤਾਰ ਆਏ ਨੇ ਇਹਦੇ ਵਿੱਚ 10, ਉਹਨਾਂ ਨੇ ਬੇਅੰਤ ਬੇਅੰਤ ਕਿਹਾ ਸਾਰਿਆਂ ਨੇ। ਨੇਤ ਨੇ ਤਾਂ ਬੇਅੰਤ ਬੇਅੰਤ, ਅੰਤ ਨਹੀਂ ਪਾਇਆ ਜਾ ਸਕਦਾ, ਉਚਾਰਨ ਕੀਤਾ। ਲੇਕਿਨ ਸਮਾਧੀ ਵਾਲਾ ਨਹੀਂ ਕਹਿੰਦਾ, ਸਮਾਧੀ ਵਾਲਾ ਅੰਤ ਪਾਉਣਾ ਚਾਹੁੰਦਾ ਵੀ ਐ ਸਮਾਧੀ ਮੈਂ ਮਨ ਟਿਕਾਊਂਗਾ ਵੀ ਆਹ ਧਰਤੀ ਸਾਰੀ ਡੋਲ ਜੂਗੀ, ਆਹ ਹੋ ਜੂਗਾ, ਉਹ ਹੋ ਜੂਗਾ। ਫਿਰ ਉਹ ਸਾਨੂੰ ਆ ਕੇ ਪੁੱਛੂ ਵੀ ਧਰਤੀ ਕਿਉਂ ਡੋਲਦੀ, ਤੂੰ ਮੰਗ ਕੀ ਮੰਗਣਾ। ਆਪਣੇ ਭਾਣੇ ਉਹਨੂੰ ਚਲਾਉਂਦੇ ਨੇ। ਇਹ ਹੈਗਾ, ਉਹ ਮੰਗਦੇ ਨੇ ਜੋਰੀ ਮੰਗਾ ਤਾਂ ਲਾ ਲਓ, ਆਪਣੇ ਜੋਰ ਨਾਲ ਬੁੱਧ ਪਾਲਣਾ। ਕਹਿੰਦੇ ਲੈ ਕੇ ਛੱਡਾਂਗੇ ਮੁਕਤੀ ਤੇ ਤੋਂ। ਸਰੈਂਡਰ ਨਹੀਂ ਹੁੰਦੇ, ਉਹਨੂੰ ਸਰੈਂਡਰ ਕਰਦੇ ਨੇ। ਰੱਬ ਬਸ ਭਗਤਾਂ ਨੇ ਕੀਤਾ, ਉਹ ਤਾਂ ਬਸ ਭਗਤਾਂ ਨੂੰ ਭਗਤ ਬਸ ਕਰਨਾ ਚਾਹੁੰਦੇ ਨੇ। ਸਮਝਿਆ ਜੀ? ਉਹ ਜਿਹੜੀ ਪੜ੍ਹਾਈ ਆ ਉਹ ਬਾਗੀ ਕਰਦੀ ਹੈ, ਚਤਰਾਈ ਵਾਲੀ ਪੜ੍ਹਾਈ ਹੈ, ਬਾਗੀ ਕਰਦੀ ਹੈ ਪਬਲਿਕ ਨੂੰ। ਥੱਕ ਗਿਰਿਓ ਬਿੰਦ ਸਿਰ ਲਿਖਤ ਕਿਤ, ਸਤਰੇ ਥੱਕ ਗਿਆ, ਥੱਕ ਗਿਰਿਓ ਬਿੰਦ। ਬਿੰਦ ਵਿਦਿਆ ਚੱਲ ਪਰਬਤ ਨੂੰ ਕਹਿੰਦੇ ਨੇ। ਬਿੰਦ ਵਿਦਿਆ ਚੱਲ ਪਰਬਤ ਆ ਨਾ, ਉਹ ਜਿਹੜਾ ਦੱਖਣ ਦੇ ਵਿੱਚ ਸਤਾ ਮਤਲਬ ਪਠਾਰ ਹੈ, ਉਹਨੂੰ ਔਰ ਉਰਲਾ ਮੈਦਾਨ ਨੂੰ ਅਲੱਗ ਕਰਦਾ ਹੈ। ਜਿੱਥੋਂ ਦੱਖਣ ਦੀ ਸ਼ੁਰੂ ਹੁੰਦੀ ਹੈ ਚੜ੍ਹਾਈ, ਪਹਿਲਾਂ ਪਹਾੜ ਹੁੰਦਾ ਨਾਲ ਨਾਲ, ਉਹਨੂੰ ਵਿਦਿਆ ਚੱਲ ਕਹਿੰਦੇ ਨੇ ਪਰਬਤ ਪਹਾੜ ਨੂੰ। ਉਹ ਐਂ ਸਮਝ ਲਓ ਇਹ ਆਮ ਤੌਰ 'ਤੇ ਜਾਂ ਤਾਂ ਗੰਗਾ ਦੇ ਕਿਨਾਰੇ 'ਤੇ ਭਗਤੀ ਕਰਦੇ ਨੇ, ਰਹੇ ਨੇ, ਗੰਗਾ ਦੇ ਕਿਨਾਰੇ 'ਤੇ ਮੰਦਰ ਨੇ। ਐਂ ਸਮਝ ਲਓ ਵਿਦਿਆ ਚੱਲ ਪਰਬਤ ਉੱਤੇ ਡਿੱਪਿਆ, ਉਹਦੇ ਇੰਨਾ ਭਾਰ ਪਿਆ ਵੀ ਮੈਂ ਕਿਹੜੇ ਪੰਗੇ 'ਚ ਪੈ ਗਿਆ। ਜਦ ਕੋਈ ਆਦਮੀ ਉਲਝ ਜਾਂਦਾ ਨਾ ਕਿਸੇ ਚੀਜ਼ 'ਚ, ਉਹਦਾ ਸਵਾਲ ਹੱਲ ਨਹੀਂ ਹੁੰਦਾ, ਬੁੱਧੀ ਕੰਮ ਕਰਨਾ ਬੰਦ ਕਰ ਦਿੰਦੀ ਹੈ। ਫਿਰ ਐਵੇਂ ਪਹਾੜ ਡੇ ਪੈਂਦਾ ਉੱਤੇ ਉਹਦੇ। ਐਂ ਕਹਿੰਦਾ ਵੀ ਉਹਦੇ ਤੇ ਇੰਨਾ ਪਹਾੜ ਡੇ ਪਿਆ ਕਿਸਮ ਦਾ। ਚੱਕ ਰਹੇ ਬਾਲ ਖਿਲਾਤ ਚਿੱਤ, ਕਿਉਂਕਿ ਬਿੰਦ ਤਾਂ ਕੇ ਹੈ ਉਹ ਵਿਦਿਆ ਜਲ ਪਰਬਤ ਜਿਹੜਾ ਹੈਗਾ, ਉਧਰ ਮੰਨਣ ਵਾਲੇ ਨੇ ਵੇਦ ਨੂੰ, ਰਾਵਣ ਉਧਰੇ ਹੋਇਆ ਨਾ ਪਰੇ, ਇੱਧਰ ਮੰਨਣ ਵਾਲੇ ਨੇ ਸ਼ਿਵ ਜੀ ਨੂੰ। ਇਹ ਤਾਂ ਨਹੀਂ ਕਿਹਾ, ਇਹ ਮਨਮੁਖਾਂ ਦਾ ਪਹਾੜ ਹੈ ਸਾਰਾ, ਕੈਲਾਸ਼। ਵਿਦਿਆ ਜਲ ਗੁਰਮੁਖਾਂ ਦਾ। ਉਹ ਵਿਚਾਰਧਾਰਾ ਉੱਥੋਂ ਪਰੇ ਹੋਰ ਹੋ ਜਾਂਦੀ ਹੈ, ਉਹ ਤਾਂ ਨਹੀਂ ਕਿਹਾ ਇਹਨੂੰ। ਇੱਥੇ ਤਾਂ ਸ਼ਿਵ ਜੀ ਦਾ ਕਬਜ਼ਾ ਨਾ, ਬ੍ਰਹਮਾ ਦਾ ਕਬਜ਼ਾ ਉਧਰੇ, ਕਿਉਂ ਰਾਵਣ ਉਧਰੇ ਹੋਇਆ ਨਾ। ਰਾਵਣ ਜਿਹੜੇ ਸੀ ਰਿਸ਼ੀ ਮੁਨੀ ਸੀ ਨਾ, ਰਿਸ਼ੀ ਮੁਨੀ ਹੰਕਾਰੀ ਨੇ ਦੇਵਤੇ, ਰਿਸ਼ੀ ਮੁਨੀ ਨੇ ਜਿਹੜੇ, ਉਹਨਾਂ ਨੂੰ ਕੈਦ ਕਰ ਲੈਂਦਾ ਸੀ ਵੀ ਤੁਸੀਂ ਪਖੰਡੀ ਹੋ। ਆਪ ਹੀ ਬਾਹਮਣ ਸੀ, ਚਾਹੇ ਆਪ ਬ੍ਰਾਹਮਣ ਸੀ, ਇਹ ਪੰਡਤ ਸੀ। ਰਿਸ਼ੀ ਮੁਨੀ ਪੰਡਤ ਜਿਹਨਾਂ ਨੇ ਬਾਟ ਪਾੜੀ ਹੈ ਉਹ ਸੀਗੇ। ਉਦੋਂ ਬਾਟ ਪਾੜੀ ਵਾਲਿਆਂ ਨੂੰ ਉਹ ਕੈਦ ਕਰਦਾ ਸੀ, ਕਿਉਂਕਿ ਆਦਮੀ ਨੂੰ, ਰਾਜੇ ਨੂੰ ਉਹ ਅਵਤਾਰ ਮੰਨਦੇ ਸੀ, ਅਵਤਾਰ ਦੀ ਉਹ ਪਦਵੀ ਦੇ ਦਿੱਤੀ ਸੀ ਉਹਨਾਂ ਨੇ। ਰਾਮਚੰਦਰ ਉਹਨਾਂ ਨੇ ਆਪਣੇ ਕਾਬੂ ਕਰ ਲਿਆ ਸੀ, ਤਾਂ ਰਾਮਚੰਦਰ ਨੂੰ ਆਪਣੀ ਮਦਦ ਲੈ ਕੇ ਗਏ ਸੀ। ਜਾਂ ਰਾਮਚੰਦਰ ਨੂੰ ਭਗਵਾਨ ਡਿਕਲੇਅਰ ਕਰਨਗੇ, ਰਾਮ ਤਾਂ ਉਹਨਾਂ ਦੀ ਉਹ ਕਰੂਗਾ। ਉਹ ਰਾਮ ਨੂੰ ਸਮਝਦਾ ਹੀ ਕੁਛ ਨਹੀਂ। ਗੁਰਬਾਣੀ ਵੀ ਕਹਿ ਰਹੀ ਆ, ਸਮੇਂ ਸਮੇਂ ਦੇ ਰਾਜੇ ਹੋਏ ਨੇ, ਗਾਵਾਂ ਕਰ ਅਵਤਾਰਾ, ਅਵਤਾਰ ਬਣ ਕੇ ਗਾਉਂਦੇ ਨੇ। ਕੌਣ ਗਾਉਂਦੇ ਨੇ? ਪੰਡਤ। ਗੁਰਬਾਣੀ ਖੜੀ ਹੈ ਉਹਨਾਂ ਨਾਲ, ਇਹ ਰਾਵਣ ਨਾਲ ਖੜੀ ਹੈ ਗੁਰਬਾਣੀ, ਵੇਦ ਨਾਲ, ਇਹਨਾਂ ਨਾਲ ਨਹੀਂ ਖੜੀ ਹੈ, ਇਹਨਾਂ ਦੇ ਖਿਲਾਫ ਨੇ। ਦੱਖਣ ਦੀ ਫਿਲਾਸਫੀ ਸਾਡਾ ਵਿਰੋਧ ਨਹੀਂ ਕਰ ਰਹੀ,
ਗੁਰਮਤਿ ਦਾ। ਦੱਖਣ ਵਾਲੇ ਨਹੀਂ ਕਰ ਰਹੇ, ਆਏ ਕਰ ਰਹੇ ਨੇ ਮੈਦਾਨ ਵਾਲੇ। ਮੂਰਤੀ ਪੂਜਾ ਇੱਥੇ ਹੀ ਹੈ। ਹਾਂਜੀ, ਗੁਣ ਗਣਤ ਚਤੁਰਮੁਖ ਹਾਰ ਮਾਨ, ਹਟ ਤਜ ਬੇਅੰਤ ਕੀਨੋ ਮਿਖਾਨ। ਜਦੋਂ ਬ੍ਰਹਮ ਗੁਣਗਾਨ ਕਰਦਾ ਸੀ, ਆਖਰ ਹਟ ਛੱਡ ਕੇ ਹਾਰ ਮੰਨ ਲਈ ਉਹਨੇ। ਹਟ ਤਿਆਗ ਕੇ ਹਾਰ ਮੰਨ ਲਈ, ਬਈ ਨਹੀਂ ਇਹ ਕੰਮ ਨਹੀਂ ਹੋ ਸਕਦਾ। ਹਟ ਛੱਡਤਾ ਔਰ ਸਰੈਂਡਰ ਕਰ ਗਿਆ, ਵਿਖਿਆਨ ਕੀਤਾ, ਕਹਿਤਾ, ਮੰਨ ਲਿਆ ਕਿ ਤੇਰੇ ਕੋਲ ਜਿਹੜੇ ਬੇਅੰਤ ਨੇ ਪਾਲ ਨਹੀਂ ਪਾਇਆ ਜਾ ਸਕਦਾ। ਨੇਤ ਨੇਤ ਮੁਖ ਚਾਰ ਬਤਾਵੈ। ਹਟ ਤਜ ਬੇਅੰਤ ਕੀਨੋ ਬਖਾਨ। ਬੇਅੰਤ ਕਹਿਤਾ ਉਹਨੂੰ, ਹਟ ਛੱਡ ਕੇ ਉਹਨੂੰ ਬੇਅੰਤ ਬਖਾਨ ਨਹੀਂ ਕੀਨਾ। ਬੇਅੰਤ ਕਹਿਤਾ, ਬਖਾਨ ਦਾ ਮਤਲਬ ਬੇਅੰਤ ਮੰਨ ਲਿਆ, ਕਹਿਤਾ, ਉਚਾਰਨ ਕਰਤਾ ਵੀ ਬੇਅੰਤ ਹੈ। ਜੇ ਬੇਅੰਤ ਬਖਾਨ ਨਹੀਂ ਕੀਨਾ, ਬੇਅੰਤ ਬਖਾਨ ਤਾਂ ਜੇ ਕਰਦਾ ਤੇ ਫਿਰ ਤਾਂ ਇੱਥੇ ਬੰਦ ਨਹੀਂ ਕਰ ਸਕਦਾ। ਹਟ ਤਜ ਬੇਅੰਤ ਕੀਨੋ ਬਖਾਨ। ਬੇਅੰਤ ਤਾਂ ਰਿਹਾ ਨਾ, ਅੰਤ ਤਾਂ ਹੋ ਗਿਆ ਉਹਦਾ ਵੇਦ ਦੇ ਵਿੱਚ। ਬੇਅੰਤ ਬਖਾਨ ਹੋਇਆ ਜਿਹੜਾ ਜੋ ਹੋ ਹੀ ਜਾਂਦਾ ਹੈ, ਉੱਥੇ ਲਿਖਿਆ ਨਹੀਂ, ਲਗਾਤਾਰ ਹੁੰਦਾ ਹੀ ਰਹੂਗਾ। ਬਖਾਨ ਕਰਤਾ ਕਿ ਉਹ ਬੇਅੰਤ ਹੈ, ਇਹ ਡਿਕਲੇਅਰ ਕਰਤਾ ਕਿ ਤੂੰ ਬੇਅੰਤ, ਤੇਰਾ ਬਖਾਨ ਨਹੀਂ ਹੋ ਸਕਦਾ ਸਾਰਾ। ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਕਬੀਰ ਅਕਥ ਕਥਾ ਬਹੁ ਕਾਹੇ ਖਰੀਜੈ। ਇਹ ਕਥਾ ਤਾਂ ਇਕੱਠੇ ਰਹਿਣੀ ਹੈ, ਬਹੁਤੀ ਕਰਨ ਦੀ ਕੀ ਲੋੜ ਹੈ, ਨੇੜੇ ਹੀ ਮੁਕਾ ਲਓ। ਬੇਅੰਤ ਬੇਅੰਤ ਕਹਿ ਕੇ ਖੜਾ ਛਡਾ ਲਿਆ। ਪੰਕਤੀ ਦੀ ਵਿਆਖਿਆ ਰਹਿ ਗਈ ਸੀ, ਥੱਕ ਗਿਰੇ ਉਹ ਬਿੰਦ ਸਿਰੇ ਲਿਖਤ ਕਿਰਤ। ਸਿਰ ਤੇ ਭਾਰ ਇੰਨਾ ਪਿਆ, ਕਿਰਤ ਜਿਹੜੀ ਕਰਦਾ ਸੀ ਛੱਡਤਾ, ਵੀ ਇਹ ਨਹੀਂ ਹੋਣ ਵਾਲਾ ਕੰਮ। ਤੇ ਚੱਕ ਰਹੇ ਬਾਲ ਖਿਲਾਦ ਜਿੱਤ। ਚੱਕ ਰਹੇ ਬਾਲ, ਚੱਕ ਰਹੇ ਬਾਲ। ਬਾਲ ਬੁੱਧ ਵਾਲੇ, ਬਾਲੀ ਲਫ਼ਜ਼ ਹੈ ਅਸਲ ਚ, ਬਾਲ ਨਹੀਂ ਹੈ। ਚੱਕ ਰਹੇ ਬਾਲ ਖਿਲਾਦ। ਆਹੋ, ਜਿਹੜੀ ਥੋੜੀ ਬੁੱਧੀ ਹੈ, ਅਲਪ ਬੁੱਧੀ ਵਾਲੇ ਨੇ ਸਾਰੇ ਹੈਰਾਨ ਹੋ ਗਏ। ਖਿਲਾਦ ਜਿੱਤ। ਖਿਲਾਦ ਚਿੱਤ, ਚਿੱਤ ਤਾਂ ਉਹਨਾਂ ਦੇ ਖਿਲ ਗਏ, ਚਾਹੇ ਚਿੱਤ ਤਾਂ ਖਿਲੇ ਹੋਏ ਨੇ, ਪਰ ਚੱਕ ਰਹੇ ਵੀ ਇਹ ਹਥਿਆਰ ਸੁੱਟ ਗਿਆ। ਬ੍ਰਹਮ ਪਹਿਲਾਂ ਸੁਣਦੇ ਸੀ ਨਵੇਂ ਨਵੇਂ ਰੋਜ਼, ਉਹ ਕਹਿੰਦੇ ਵੀ ਹਥਿਆਰ ਸੁੱਟ ਗਿਆ ਵਰਮਾ ਤਾਂ। ਹੁਣ ਵੀ ਚਲੋ ਇੰਨਾ ਹੀ ਆ, ਜਿੰਨਾ ਕਹਿੰਦਾ ਜਿੰਨਾ ਵਿਖਿਆਨ ਹੋ ਗਿਆ ਅਸੀਂ ਸੁਣਿਆ ਕਰੋ, ਪੜ੍ਹ ਲਿਆ ਕਰੋ, ਇਹੀ ਬਥੇਰਾ। ਜਿੰਨਾ ਮਰਜ਼ੀ ਕਰੀ ਜਾਓ, ਗੱਲ ਤਾਂ ਉੱਥੇ ਹੀ ਰਹਿਣੀ ਹੈ। ਸੁਣ ਲਓ, ਸਮਝ ਲਓ, ਇੰਨਾ ਹੀ ਬਹੁਤ ਹੈ। ਧਰਮ ਜਪਤ ਰੁਦਰ ਜੁਗ ਕੋਟ ਬੀਤ। ਇਸੇ ਤਰ੍ਹਾਂ ਰੁਦਰ ਨੂੰ ਜਪਦੇ ਨੂੰ ਸਮਝਦੇ, ਜਪਦੇ ਨੂੰ ਰੁਦਰ ਜਪਦਾ ਨਹੀਂ ਹੈ। ਦੇਖੋ ਸਮਾਧੀ ਲਾਉਂਦਾ, ਚੁੱਪ ਕਰਕੇ ਹੀ ਸਮਝ ਰਿਹਾ, ਉਹ ਵਿਚਾਰ ਰਿਹਾ ਵੀ ਇਹ ਕੀ ਚੀਜ਼ ਹੈ। ਸਮਾਧੀ ਨਹੀਂ ਹੈ ਹੋਰ ਕੋਈ। ਜੇ ਵਿਚਾਰ ਨਹੀਂ ਚੱਲਦਾ, ਸਮਾਧੀ ਕਾਹਦੀ ਹੈ? ਗੁਣ ਵਿਚਾਰੇ ਗਿਆਨੀ ਸੋਏ। ਕੁਦਰਤ ਨੂੰ ਦੇਖ ਕੇ, ਕੁਦਰਤ ਦੀ ਵਿਚਾਰ ਕਰਕੇ ਗਿਆਨ ਹਾਸਲ ਕਰਨਾ ਹੀ ਸਮਾਧੀ ਹੈ। ਜਿਹੜੀ ਚੁੱਪ ਕਰਕੇ ਸਮਾਧੀ ਹੈ ਨਾ, ਕੁਦਰਤ ਦੇ ਵਿੱਚੋਂ ਕਾਦਰ ਨੂੰ ਸਮਝਣਾ, ਫਿਰ ਜਪਣਾ ਹੋਊਗਾ ਲਫ਼ਜ਼। ਅੱਖਾਂ ਵਿੱਚ ਕੇ ਨਹੀਂ ਜਪ ਸਕਦਾ। ਜਪਤ ਰੁਦਰ ਜੁਗ ਕੋਟ ਬੀਤ। ਕਰੋੜਾਂ ਯੁੱਗ ਹੋ ਗਏ ਵੀ ਉਹ ਇੱਕੋ ਆਦਮੀ ਨਹੀਂ ਜਪ ਰਿਹਾ। ਇੱਕ ਤੇ ਬਾਅਦ ਦੂਆ ਤੇ ਬਾਅਦ ਤੀਆ। ਉਹ ਪਹਿਲੇ ਨੇ ਜਪ ਕੇ ਤੈਨੂੰ ਕੀ ਦੱਸਿਆ ਬਈ? ਦੂਏ ਨੇ ਕੀ ਦੱਸਿਆ? ਤੀਏ ਨੇ ਕੀ ਦੱਸਿਆ? ਕੁਝ ਵੀ ਨਹੀਂ ਦੱਸਿਆ। ਕਿਸੇ ਨੇ ਪ੍ਰਾਪਤ ਹੋਇਆ ਉਹਨਾਂ ਸਮਝ ਆਈ ਉਹਦੇ ਕੋਲ ਦੱਸਦਾ। ਜਿਹੜਾ ਉਹ ਕੰਮ ਲੱਗਿਆ ਹੋਇਆ ਸੀ, ਬਹੁਤ ਕਈ ਬਦਲਤੇ, ਕੋਈ ਨੂੰ ਉੱਥੇ ਹੀ ਆ। ਬਹੁਤ ਕਈ ਬਦਲਤੇ ਮਰ ਗਏ ਤੇ ਪੈਣਾ ਤਾਂ ਮੁੱਕਿਆ ਨਹੀਂ। ਪੈਣਾ ਨਹੀਂ ਮੁੱਕਦਾ, ਜਿੰਨੀ ਮਰਜ਼ੀ ਜੋੜੀਆਂ ਬਦਲ ਲਓ, ਜਿੰਨੇ ਮਰਜ਼ੀ ਬਹੁਤ ਬਦਲ ਲਓ, ਪੈਣਾ ਤਾਂ ਹੈ ਹੀ ਨਹੀਂ। ਉੱਥੇ ਕਿਹੜਾ ਕੱਢੀ ਜਾਣਾ? ਪੈਣਾ ਕਿੱਥੇ? 1000 ਸਾਲ ਵੀ ਕੋਲੂ ਖੜਾ ਰਹੇ, ਉਹ ਬਹੁਤ ਆਈ ਜਾਣਗੇ, ਮਰੀ ਜਾਣਗੇ, ਬੁੜੇ ਹੋਈ ਜਾਣਗੇ, ਜ਼ਿੰਦਗੀ ਭੋਗੀ ਜਾਣਗੇ, ਜਾਈ ਜਾਣਗੇ, ਰਹਿਣਗੇ ਉੱਥੇ ਹੀ। ਇਹ ਗੱਲ ਹੈਗੀ ਹੈ ਮਾਲਾ ਵਾਲਿਆਂ ਦੀ, ਯਾਰ ਇਹ ਜਿਹੜੇ ਨੇ ਸਮਾਧੀ ਵਾਲਿਆਂ ਦੀ। ਚਾਹੇ ਕੋਟ ਯੁੱਗ ਵੀ ਬੀਤ ਜਾਣ, ਉਹ ਤਾਂ ਸਫ਼ਰ ਤਾਂ ਮੁੱਕ ਨਹੀਂ ਰਿਹਾ ਉੱਥੇ। ਉਹੀ ਮਾਲਾ ਫੇਰਦਾ ਸੀ, ਉਹੀ ਕੋਲੂ ਚੱਲਦਾ ਸੀ। ਮਾਲਾ ਹੀ ਫੇਰਦਾ, ਬਹੁਤ ਹੋਰ ਕੀ ਕਰਦਾ? ਆਲੇ ਘੁੰਮਦਾ ਹੀ ਉਹਦੇ। ਵਹਿ ਗਈ ਗੰਗਾ ਸਿਰ ਮੁਰਨਾ ਚੀਤ। ਗੰਗਾ ਚੱਲ ਗਈ ਉਧਰੋਂ। ਗੰਗਾ ਕਿੱਥੋਂ ਚੱਲ ਗਈ? ਉਹਨੂੰ ਤਾਂ ਸਮਝ ਆਈ ਨਹੀਂ
ਬ੍ਰਹਮ ਗਿਆਨੀਆਂ ਨੇ ਗੰਗਾ ਵੀ ਚਲਾਤੀ। ਬਹਿ ਗਈ ਗੰਗ। ਹਾਂ, ਸਿਰ ਦੇ ਉੱਤੇ ਦੀ ਗੱਲ ਚਲੀ ਗਈ, ਉਹਦੇ ਬੁੱਧੀ ਤੋਂ ਬਾਹਰ ਦੀ ਗੱਲ ਕਹਿ ਦਿੱਤੀ ਲੋਕਾਂ ਨੂੰ ਜਿਹਨਾਂ ਕੋ ਗਿਆਨ ਕਰਦਾ ਸੀ, ਉੱਤੇ ਦੀ ਚਲੀ। ਸਿਰ ਚੋਂ ਗੰਗਾ ਕੱਢਤੀ ਉਹਨਾਂ ਨੇ ਇਹਦੇ ਹੱਥ ਕਰਕੇ। ਗੱਲ ਉਹਦੇ ਸਿਰ ਤੋਂ ਦੀ ਉੱਤੇ ਦੀ ਚਲੀ ਗਈ, ਬ੍ਰਹਮਾ ਦੀ ਗੱਲ ਕਹੀ ਹੋਈ। ਪਰ ਉਹਨੇ ਪਤੰਦਰ ਨੇ ਸਵਾਦੀ ਉਹਨੇ ਵੀ ਨਹੀਂ ਛੱਡੀ। ਉਹਨੇ ਨਹੀਂ ਕਿਹਾ ਜੋ ਮਰਜ਼ੀ ਕਰੀਓ, ਮੈਂ ਜਿੱਦਾਂ ਲੱਗਿਆ ਮੈਂ ਠੀਕ ਹਾਂ, ਬਸ ਦੱਸਣਾ ਕਿਸੇ ਨੂੰ ਕੁਛ ਹੈ ਨਹੀਂ, ਮੰਨਣਾ ਵੀ ਕਿਸੇ ਦੀ ਗੱਲ ਹੈ ਨਹੀਂ, ਦੱਸਣ ਨੂੰ ਕੁਛ ਹੈ ਨਹੀਂ, ਮੰਨਣਾ ਹੈ ਨਹੀਂ। ਆਪਣੀ ਸਮਾਧੀ ਨਹੀਂ ਛੱਡੀ, ਚਾਹੇ ਸਿਰ ਦੇ ਉੱਤੇ ਦੀ ਗੱਲ ਨਿਕਲ ਗਈ, ਸਮਝ ਤੋਂ ਪਰੇ ਦੀ ਗੱਲ ਕਹਿ ਦਿੱਤੀ। ਦੁਨੀਆ ਮੰਨ ਗਈ, ਉਹ ਨਹੀਂ ਮੰਨਿਆ, ਤਾਂ ਕਰਕੇ ਉਹਦੀ ਮੂਹੀ ਚੱਲਦੀ ਹੈ। ਹੁਣ ਜੋਗੀਆਂ ਨੇ ਮੰਨੀ ਗੁਰੂ ਨਾਨਕ ਦੀ ਗੱਲ, ਗੰਗਾ ਦਾ ਸਿਰ ਤੇ ਦੀ ਬਹਿ ਗਈ। ਅਸਲ ਜੋਗੀਆਂ ਦੀ ਗੱਲ ਕਰ ਰਹੇ ਨੇ, ਜਿਹੜੀ ਗੁਰੂ ਨਾਨਕ ਨਾਲ ਵਾਰਤਾ ਹੋਈ ਹੈ ਉਹ ਕਰ ਰਹੇ ਨੇ। ਗੰਗਾ ਚੱਲ ਗਈ ਸਿਰ ਦੇ ਉੱਤੇ ਦੀ, ਗਿਆਨ ਦੀ, ਨਾਨਕ ਦੀ, ਪਰ ਸਮਾਧੀ ਉਹਨਾਂ ਨੇ ਵੀ ਨਹੀਂ ਛੱਡੀ। ਸ੍ਰੀ ਚੰਦ ਨੂੰ ਨਾਲ ਲਾ ਲਿਆ ਆਪਣੇ, ਉੱਥੋਂ ਚਿੱਤ ਨਹੀਂ ਛੱਡਿਆ ਸਮਾਧੀ 'ਚ ਉਹਨਾਂ ਨੇ ਆਪਣਾ। ਹਠ ਯੋਗ ਨਹੀਂ ਛੱਡਿਆ, ਹਠ ਯੋਗੀ ਨੇ ਹਠ ਨਹੀਂ ਛੱਡਿਆ ਉਹਨਾਂ ਨੇ ਆਪਣਾ। ਕਈ ਕਲਪ ਬੀਤ ਜਹ ਦੇਖੋ, ਬ੍ਰਹਮਾ ਨੇ ਹਠ ਛੱਡ ਦਿੱਤਾ, ਆਇਆ ਨਾ, ਬ੍ਰਹਮਾ ਲਿਖ ਰਿਹਾ ਸੀ। ਜਿਹੜਾ ਹਠ ਛੱਡ ਦੇਵੇ ਉਹ ਬ੍ਰਹਮ ਗਿਆਨੀ ਹੈ, ਜਿਹੜਾ ਹਠ ਨਾ ਛੱਡੇ ਮੂਰਖ ਹੈ। ਬਸ ਮੂਰਖ ਹੈ ਬ੍ਰਹਮ ਗਿਆਨੀ ਦੀ ਨਿਸ਼ਾਨੀ। ਵਿਦਵਾਨ ਨਹੀਂ ਮੰਨਦੇ ਵਿਦਿਆ ਦੇ ਉੱਤੇ, ਜਿਹੜੇ ਉਹ ਮੂਰਖ ਨੇ ਸਾਰੇ, ਪੰਡਿਤ ਮੂਰਖ ਹੈ। ਮਾਲਾ ਫੇਰਦਾ, ਮਾਲਾ ਛੱਡ ਦੇਵੇ ਤਾਂ ਮੂਰਖਤਾ ਹੀ ਜਾਵੇ। ਮਾਲਾ ਦਾ ਕੋਲੂ ਵਾਲਾ ਬੋਲਦਾ, ਉੱਥੇ ਰਹੂ। ਕਈ ਕਲਪ ਬੀਤ ਜਹ ਧਰਤ ਧਿਆਨ, ਨਹੀਂ ਤਦ ਧਿਆਨ ਆਏ ਸੁਜਾਨ। ਕਈ ਕਲਪ ਦੇ ਲੋਕ ਧਿਆਨ ਧਰ ਰਹੇ ਨੇ, ਕਿਸੇ ਨੇ ਕੁਛ ਨਹੀਂ ਦੱਸਿਆ। ਉਹ ਭਾਈ ਜੇ ਕੋਈ ਖੋਜੀ ਖੋਜ ਕਰਦਾ ਹੈ, ਜਿੰਨੀ ਮੈਂ ਖੋਜ ਕਰ ਲਈ ਅੱਗੇ ਹੋਰ ਆਊਗਾ, ਉਹ ਬੰਦੇ ਕਰੂਗਾ ਖੋਜ। ਜਿੰਨੀ ਗੁਰੂ ਨਾਨਕ ਦੀ ਬਾਣੀ ਔਖੀ ਹੈ ਭਾਸ਼ਾ, ਭਗਤਾਂ ਨੂੰ ਸੌਖੀ ਹੈ, ਪਰ ਭਗਤ ਬਾਣੀ ਨੂੰ ਇਸ ਕਰਕੇ ਭਗਤ ਬਾਣੀ ਪਹਿਲਾਂ ਦੀ ਬਜਾਏ ਪਿੱਛੇ ਰੱਖੀ ਹੈ, ਕਿਉਂਕਿ ਸੌਖੀ ਕਰਕੇ ਸਮਝਾਈ ਹੈ ਗੁਰੂ ਨਾਨਕ ਨੇ। ਗੁਰੂ ਨਾਨਕ ਦੀ ਬਾਣੀ ਨੂੰ ਸੌਖੀ ਕਰਕੇ ਸਮਝਾਇਆ, ਫਿਰ ਅੰਗਦ ਨੇ ਅੰਗਦ ਦੀ ਬਾਣੀ ਨੂੰ ਸੌਖੀ ਕਰਕੇ ਸੌਖੀ ਭਾਸ਼ਾ 'ਚ ਸਮਝਾਉਂਦੇ ਚਲੇ ਆਏ ਨੇ। ਖੋਜ ਵੱਧਦੀ ਚਲੀ ਗਈ ਹੈ। ਪਬਲਿਕ ਦੀ ਇੱਛਾ ਦੇਖ ਕੇ ਉਹਨਾਂ ਦੇ ਲੈਵਲ ਤੇ ਵੀ ਇਹਨਾਂ ਨੂੰ ਛੇਤੀ ਸਮਝ ਆ ਜਾਵੇ। ਜਿਹੜਾ ਪੰਡਤ ਉਹਦੇ 'ਚ ਅਰਥਾਂ ਦੇ ਅਨਰਥ ਕਰਦਾ ਸੀ, ਉਹ ਦੇਖ ਕੇ ਉਹ ਸਾਰੇ ਰਾਹ ਬੰਦ ਕਰਦੇ ਚਲੇ ਗਏ। ਇਸ ਵਕਤ ਸਾਰੇ ਰਾਹ ਬੰਦ ਨੇ ਗੁਰਬਾਣੀ 'ਚ, ਕੋਈ ਅਰਥਾਂ ਦਾ ਅਨਰਥ ਹੋ ਹੀ ਨਹੀਂ ਸਕਦਾ। ਡੈਫੀਨੇਸ਼ਨਾਂ ਵਿੱਚੇ ਪਈਆਂ ਨੇ, ਡਿਕਸ਼ਨਰੀ ਵਿੱਚੇ ਪਈ ਹੈ, ਸਭ ਕੁਝ ਵਿੱਚ ਪਿਆ। ਤਾਂ ਮੁਕੰਮਲ ਹੋ ਗਿਆ। ਉਹਨਾਂ ਨੇ ਕਿਹਾ ਬਹੁਤ ਹੈ, ਠੀਕ ਹੈ, ਨਹੀਂ ਤਾਂ ਜਿੰਨਾ ਮਰਜ਼ੀ ਗ੍ਰੰਥ ਬਣਾ ਲਓ, ਇਹ ਕਿਹੜਾ ਮੁੱਕਦਾ। ਆਹ 10 ਅੱਡ ਬਣਾ ਦਿੱਤਾ। ਫਿਰ ਇਹਦੇ 'ਚ ਇਹੋ ਜਿਹੇ ਕੋਈ ਸਵਾਲ ਨੇ ਜਿਹੜੇ ਆਦ ਵਿੱਚੋਂ ਅਸੀਂ ਜਵਾਬ ਨਹੀਂ ਦੇ ਸਕਦੇ। ਜਿਵੇਂ ਪਹਿਲਾ ਜਨਮ ਕਿਵੇਂ ਹੋਇਆ, ਕਰਮ ਵਾਲਿਆਂ ਨੂੰ ਤਾਂ ਕਹਿਤਾ ਪਹਿਲਾ ਜਨਮ ਹੋ ਨਹੀਂ ਸਕਦਾ। ਕਰਮ ਹੈ ਨਹੀਂ, ਫਿਰ ਹੈ ਕੀ ਭਰਮ ਹੈ। ਭਰਮ ਕਿਵੇਂ ਪੈਦਾ ਹੋਇਆ, ਕੀ ਹੁੰਦਾ, ਉਹ ਸਾਰੀ ਕਹਾਣੀ ਇਹਦੇ 'ਚ ਆ ਗਈ। ਉਹ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਇੱਥੇ ਆ ਗਏ, ਉੱਥੇ ਨਹੀਂ ਸੀ ਜਵਾਬ ਦਿੱਤੇ ਜਾ ਸਕਦੇ। ਇਹ ਸਾਰੀ ਸਾਖੀ ਉੱਥੇ ਸੁਣਦੇ ਤਾਂ ਜਵਾਬ ਆਉਣੇ ਸੀ। ਹੁਣ ਇੱਕ ਸ਼ਬਦ ਹੈ, ਇੱਕ ਸ਼ਬਦ 'ਚ ਐਡਾ ਸਾਰਾ ਥੋੜ੍ਹੀ ਫਿੱਟ ਕਰ ਦਿੰਦੇ ਸੀ, ਇਹ ਅਲੱਗ ਪਿਆ ਸਾਰਾ। ਹਾਂਜੀ, ਕਈ ਕਲਪ ਬੀਤ ਜਹ ਧਰਤ ਧਿਆਨ। ਜਦੋਂ ਧਿਆਨ ਧਰਦਿਆਂ ਨੂੰ ਕਈ ਕਲਪ ਬੀਤ ਗਏ, ਕਈ ਯੁੱਗ ਬੀਤ ਗਏ ਕਹਿ ਦੋ। ਨਹੀਂ ਤਦ ਧਿਆਨ ਆਏ ਸੁਜਾਨ, ਤਦ ਵੀ ਧਿਆਨ 'ਚ ਸੁਜਾਨ ਨਹੀਂ ਆਏ। ਸੁਜਾਨ ਹੋਇਆ ਜਿਹਨੂੰ ਸਾਰੀ ਜਾਣਕਾਰੀ ਹੈ, ਜਿਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ, ਉਹ ਸੁਜਾਨਤਾ ਉਹ ਹੈ। ਬਾਕੀ ਤਾਂ ਸਭ ਅਜਾਣ ਨੇ, ਆਪਣੇ ਆਪ ਨੂੰ ਅਜਾਣ ਨਹੀਂ ਕਹਿੰਦੇ। ਸੁਜਾਨ ਉਹ ਹੈ ਜਿਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਹਾਂ, ਹਾਂਜੀ। ਜਬ ਕੀਨ ਨਾਲ ਬ੍ਰਹਮਾ ਪ੍ਰਵੇਸ਼, ਮਨ ਮਹਾਨ ਦਿਜ ਬਰ ਦਿਜੇਸ਼। ਜਦ ਬ੍ਰਹਮਾ ਨੇ ਉਲਟਾ ਕੰਮ ਕਰ ਲਿਆ, ਜਬ ਕੀਨ ਨਾਲ ਬ੍ਰਹਮਾ ਪ੍ਰਵੇਸ਼,
ਨਾਲ ਹੀ ਜਿਹੜੀ ਕੌਲ ਹੁੰਦਾ, ਕਮਲ ਹੁੰਦਾ ਨਾ, ਫੁੱਲ ਉੱਤੇ ਹੁੰਦਾ, ਕਮਲ ਫੁੱਲ ਛੱਡ ਕੇ ਥੱਲੇ ਕਮਲ ਕਿੱਥੋਂ ਪੈਦਾ ਹੋਇਆ, ਕਿਵੇਂ ਪੈਦਾ ਹੋਇਆ, ਉਹ ਨਾਲੀ 'ਚ ਪ੍ਰਵੇਸ਼ ਕਰ ਲਿਆ। ਮਤਲਬ ਹੈ ਮਾਇਆ ਆ ਜਿਹੜਾ ਹੁੰਦਾ ਨਾ ਆਪਣੇ ਨਾੜੂ ਆ ਨਾਭੀ, ਆ ਹਿਰਦਾ ਛੱਡ ਕੇ ਨਾੜੀ, ਵੀ ਇਹ ਕਿੱਥੋਂ ਇੱਕ ਸਰੀਰ ਰਸ ਕਿੱਥੋਂ ਆ ਰਿਹਾ, ਕਿਉਂ ਪੈਦਾ ਹੋ ਰਿਹਾ, ਮਾਇਆ ਦੀ ਖੋਜ 'ਚ ਪੈ ਗਿਆ, ਐ ਮਤਲਬ ਹੈ। ਕਮਲ ਫੋੜੇ ਛੱਡਦਾ, ਕਮਲ ਛੱਡ ਕੇ ਮਾਇਆ ਦੀ ਖੋਜ 'ਚ ਚਲਾ ਗਿਆ, ਹਿਰਦਾ ਛੱਡਤਾ। ਬੰਦੇ ਦਿਲ ਖੋ ਜਾਂਦੇ ਛੱਡ ਕੇ, ਹਾਂ, ਦਿਲ ਖੋਜਣ ਦੇ ਬਜਾਏ ਸਰੀਰ ਦੀ ਖੋਜ 'ਚ ਪੈ ਗਿਆ। ਉਹ ਵੀ ਬ੍ਰਹਮਾ ਹੀ ਹੈ, ਪਹਿਲਾਂ ਸਾਰੇ ਬ੍ਰਹਮਾ ਨੇ। ਇਹਨੂੰ ਕਹਿੰਦੇ ਫਿਰ ਕੌਣ, ਇਹਨੂੰ ਕਹਿੰਦੇ ਕਈ ਜੁਗ ਨਾਲੀ 'ਚ ਵੜ ਗਿਆ। ਹਾਂ, ਮਾਇਆ ਦੀ ਖੋਜ 'ਚ ਬਣ ਗਿਆ। ਆ ਮਾਇਆ ਦੀ ਖੋਜ 'ਚ ਪਏ ਨੇ ਹੁਣ ਸਾਰੇ ਵਿਦਵਾਨ। ਇਹ ਤਾਂ ਕੁਛ ਨਹੀਂ ਮਿਲਣੇ ਵਾਲਾ। ਉੱਥੋਂ ਵੀ ਹੱਥ ਖੜੇ ਕਰਕੇ ਬੇਅੰਤ ਬੇਅੰਤ ਕਹਿ ਕੇ ਨਿਕਲਿਆ ਵਿਦਵਾਨ। ਇਹ ਵੀ ਬੇਅੰਤ ਬੇਅੰਤ ਕਹਿ ਕੇ ਨਿਕਲਣਗੇ ਸਾਇੰਸਦਾਨ ਸਾਰੇ, ਕਿਉਂਕਿ ਤਾਂ ਮੌਤ ਹੈ ਹੁਣ। ਸਾਇੰਸ ਉੱਥੇ ਪਹੁੰਚ ਗਈ ਜਦੋਂ ਅੱਗੇ ਵਿਨਾਸ਼ ਹੈ, ਵਿਕਾਸ ਨਹੀਂ ਹੈ। ਹੁਣ ਅੱਗੇ ਵਿਕਾਸ ਨਹੀਂ ਹੈ, ਵਿਨਾਸ਼ ਹੈ। ਅੱਗੇ ਇੱਕ ਦੂਏ ਤੇ ਕਬਜ਼ਾ ਕਰਨ ਦੀ ਗੱਲ ਹੈ, ਇੱਕ ਦੂਏ ਤੇ ਹਾਵੀ ਹੋਣ ਦੀ ਗੱਲ ਹੈ, ਪ੍ਰੋਸਪੈਰਿਟੀ ਕਬਜ਼ਿਆਂ ਦੀ ਗੱਲ ਹੈ, ਤੇਲ ਤੇ ਕਬਜ਼ਿਆਂ ਦੀ ਗੱਲ ਹੈ, ਆਉਣ ਵਾਲੀਆਂ ਲੋੜਾਂ ਨੂੰ ਆਪਣੀਆਂ ਨੂੰ ਪੂਰਤੀ ਕਿਵੇਂ ਕਰਨੀ ਇਹ ਗੱਲ ਹੈ। ਲੋੜਾਂ ਬਹੁਤ ਵਧਾ ਲਈਆਂ। ਹੁਣ ਕਿਉਂ ਪਰੇਸ਼ਾਨ ਨੇ ਸਾਰੇ? ਲੜ ਕੇ ਮਰ ਜਾਣਗੇ, ਹੋਰ ਕੀ ਕਰਨਗੇ? ਲੜ ਕੇ ਮਰ ਜਾਣਗੇ। ਤਿਆਗ ਜੇ ਹੁੰਦਾ, ਮਾਇਆ ਤੋਂ ਤਿਆਗ ਹੁੰਦਾ, ਫੇਰ ਲੜਾਈ ਨਹੀਂ ਸੀ ਹੁੰਦੀ। ਜਾਂ ਮਾਇਆ ਤੇ ਕਬਜ਼ੇ ਦੀ ਗੱਲ ਉੱਥੇ ਲੜਾਈ ਹੋਊਗੀ। ਉਹ ਕਬਜ਼ਾ ਜਿਹਦੀ ਮਾਇਆ ਉਹਦੀ ਉਹ ਰਹਿਣ ਦਿੰਦੇ, ਜਿਹਦੀ ਮਾਇਆ ਉਹਦੀ ਨਹੀਂ ਮੰਨੀ, ਮਾਇਆ ਆਪਣੀ ਬਣਾ ਲਈ ਨਾ। ਉਹਨੇ ਫਿਰ ਪੁੱਠੀ ਬੁੱਧੀ ਤਾਂ ਹੋਈ ਹੋਈ ਹੈ। ਜਦ ਦੂਏ ਦੀ ਅਸੀਂ ਡਾਕੂ ਇਹ ਦੇਖੂਗਾ ਵੀ ਇਹ ਬੈਂਕ ਹੈ, ਲੋਕਾਂ ਦੀ ਮਾਇਆ, ਮੈਂ ਇਹਦਾ ਡਾਕਾ ਮਾਰਨਾ, ਉਹ ਮਰੂਗਾ ਜਾਂ ਮਾਰੂਗਾ ਉੱਥੇ, ਹੋਰ ਕੀ ਕਰੂਗਾ? ਹੋ ਸਕਦਾ ਡਾਕਾ ਮਾਰਨ ਵਾਲੇ ਬੈਂਕ ਵਾਲੇ ਉਹਦੀ ਪਹਿਲਾਂ ਗੋਲੀ ਇਹਨਾਂ ਨੂੰ ਲੱਗ ਜਾਵੇ। ਕਈ ਥਾਂ ਇਹ ਮਰ ਜਾਂਦੇ ਨੇ, ਕਈ ਥਾਂ ਇਹ ਮਾਰ ਦਿੰਦੇ ਨੇ। ਤੇ ਪੁੱਠੀ ਬੁੱਧੀ ਤਾਂ ਜ਼ਿਆਦਾ ਹੋ ਗਈ ਨਾ, ਜਾਂ ਡਾਕਾ ਮਾਰਨ ਜਾਂਦਾ। ਇਹ ਗਲਤ ਰਸਤਾ ਹੈ, ਇਹ ਰਸਤਾ ਠੀਕ ਨਹੀਂ ਹੈ। ਰਾਜ ਦੀ ਇੱਛਾ ਕਰਨੀ, ਜਿਹੜਾ ਰਾਜ ਤੇ ਬੈਠਾ ਤੈਨੂੰ ਕਦ ਰਾਜ ਦੇ ਦੂ? ਉਹਨੇ ਫੌਜਾਂ ਕਾਸ ਨੂੰ ਬਣਾਈਆਂ, ਉਹਨੇ ਪੁਲਿਸ ਕਾਸ ਨੂੰ ਬਣਾਈ ਹੈ, ਤੇਰਾ ਕਬਜ਼ਾ ਕਿਵੇਂ ਹੁਣ ਦੇ ਦੂ? ਕੋਈ ਕੰਮ ਤੈਂ ਵੀ ਉਹੋ ਜਿਹਾ ਹੀ ਕਰਨਾ। ਜਦ ਉਹਦਾ ਰਾਜ ਹੁੰਦਾ, ਕੰਮ ਤਾਂ ਉਹੋ ਜਿਹਾ ਹੀ ਕਰਦੇ ਨੇ, ਸਾਰੀ ਦੁਨੀਆ ਜਾਣਦੀ ਹੋਵੇ। ਉਹ ਕਿਉਂ ਕਬਜ਼ਾ ਹੁਣ ਦਊ? ਆਹੀ ਲੜਾਈ ਹੈ ਦੁਨੀਆ ਦੇ ਵਿੱਚ, ਹੋਰ ਕੀ ਹੈ? ਦੂਏ ਕਬਜ਼ਾ ਕਰਦੇ ਨੇ, ਹੋਰ ਨਹੀਂ ਦਿੰਦਾ। ਦੋ ਧੜੇ ਬਣ ਗਏ, ਬਣੀ ਜਾਂਦੇ ਨੇ। ਧੜੇਬੰਦੀ ਦੀ ਲੜਾਈ ਹੈ। ਇਸ ਕਰਕੇ ਬ੍ਰਹਮ ਗਿਆਨੀਆਂ ਨੇ ਮਾਇਆ ਤੇ ਕਬਜ਼ਾ ਔਰ ਰਾਜ ਦੀ ਇੱਛਾ ਨਹੀਂ ਰੱਖੀ। ਸੁਖ ਇਸ ਦੇ ਵਿੱਚ ਹੈ। ਸਾਰਿਆਂ ਨੂੰ ਦੱਸ, ਜੇ ਆਪ ਨਾ ਕਬਜ਼ਾ ਕਰਨ ਦੀ ਇੱਛਾ ਰੱਖਦੇ ਤਾਂ ਦੂਆਂ ਨੂੰ ਕਹਿ ਸਕਦੇ ਨੇ ਗੱਲ। ਜਿਨ ਮਨ ਹੋਰ ਮੁਖ ਹੋਰ ਕਾਢੇ ਕੱਚਿਆਂ। ਜਿਹੜੇ ਗੁਰਬਾਣੀ ਨੂੰ ਸਿੱਖ ਬਣਨ ਦੀ ਗੱਲ ਕਰਦੇ ਨੇ ਔਰ ਰਾਜ ਚਾਹੁੰਦੇ ਨੇ, ਉਹਨਾਂ ਦੇ ਮਨ 'ਚ ਹੋਰ ਹੈ, ਮੁੱਖ 'ਚ ਹੋਰ। ਮੁੱਖ 'ਚ ਸਰਬੱਤ ਦਾ ਭਲਾ, ਅੰਦਰ ਹੋਰ ਕੁਛ ਹੈ। ਅੰਦਰ ਪ੍ਰੈਕਟੀਕਲੀ ਹੈ ਨਹੀਂ। ਕਾਲਜ ਬਣਾ ਲਿਆ, ਗੁਰਦੁਆਰੇ ਦੇ ਪੈਸਿਆਂ ਤੋਂ 80% ਸਿੱਖਾਂ ਦੇ ਬੱਚੇ ਜਾਣਗੇ, ਸਰਬੱਤ ਦਾ ਭਲਾ ਕਿੱਥੇ ਰਹਿ ਗਿਆ? ਤਾਂ ਗੁਰਮਤਿ ਦੇ ਖਿਲਾਫ ਹੈ। ਸਿੱਖੀਓ ਛੜਤੀ, ਪ੍ਰੈਕਟੀਕਲੀ ਸਿੱਖੀ ਤੋਂ ਖਿਲਾਫ ਨੇ। ਕਹਿੰਦੇ ਨੇ ਅਸੀਂ ਸਿੱਖ, ਸਭ ਦੁਨੀਆ ਜਾਣਦੀ ਹੈ। ਦੁਨੀਆ ਨਹੀਂ ਜਾਣਦੀ, ਦੂਏ ਕਮਲੇ ਨੇ, ਸਭ ਜਾਣਦੇ ਨੇ। ਪਰ ਅਗਲਾ ਕੀ ਕਹੇ? ਸਾਰੇ ਹੀ ਇਹੋ ਜਿਹੇ ਨੇ। ਹਿੰਦੂ ਹਿੰਦੂਆਂ ਦਾ ਚਾਹੁੰਦੇ ਨੇ, ਈਸਾਈ ਈਸਾਈਆਂ ਦਾ ਕਰਦੇ ਨੇ, ਮੁਸਲਮਾਨ ਮੁਸਲਮਾਨਾਂ ਦਾ ਕਰਦੇ ਨੇ। ਤਾਂ ਨਹੀਂ ਅਗਲੇ ਕਹਿੰਦੇ ਸਾਡੇ ਵਰਗੇ ਹੀ ਇਹ ਨੇ। ਹਿੰਦੂ ਇਹਨਾਂ ਨੂੰ ਕਹਿੰਦੇ ਵੀ ਹਿੰਦੂ ਨੇ, ਗੱਲ ਵੀ ਠੀਕ ਹੈ, ਹਿੰਦੂ ਨੇ। ਅੰਦਰੋਂ ਤਾਂ ਉਹੀ ਜਿਹੀ ਚੀਜ਼ ਹੈ ਨਾ, ਕੱਚੇ ਨੇ। ਜਿਹੜਾ ਕੱਚਾ ਘੜਾ ਨਾ, ਕਾਚੇ ਕਰਵੇ ਰਹੇ ਨਾ ਪਾਣੀ।
ਪਾਣੀ ਕਿੱਥੇ ਰਹਿ ਜੂਗਾ ਸੱਚ। ਰਾਮੋਦਕ ਨਹੀਂ ਟਿਕ ਸਕਦਾ ਕੱਚੇ ਘੜੇ 'ਚ, ਇਹ ਨਹੀਂ ਪੈ ਸਕਦਾ ਉਹ 'ਚ। ਕੱਚੇ ਨੇ ਸਿੱਖ। ਅਕਸਰ ਕਹਿੰਦੇ ਕੱਚੇ ਪਿੱਲੇ, ਇਹ ਕੱਚੇ ਪਿੱਲੇ ਕਹਿੰਦੇ ਨੇ ਇਹਨੂੰ, ਜਿਹੜੇ ਬਾਣਾ ਨਾ ਹੋਵੇ ਇਹਨੂੰ ਕੱਚੇ ਪਿੱਲੇ ਕਹਿੰਦੇ ਨੇ। ਉਹਦਾ ਬਾਣੇ ਵਾਲੇ ਨੂੰ ਵੀ ਕੱਚਾ ਪਿੱਲਾ ਕਹਿੰਦੇ ਨੇ, ਜਿਹੜਾ ਕਮਜ਼ੋਰ ਹੋਵੇ। ਆਹ ਕੱਚੀ ਪਿੱਲੀ ਗੱਲ ਕਰਦਾ, ਕੱਚਾ ਪਿੱਲਾ ਉਹਦਾ, ਉਹਨੂੰ ਵੀ ਕਹਿੰਦੇ ਨੇ ਪਕਾਉਣ ਵਾਸਤੇ। ਇੱਥੇ ਕੱਚਾ ਹੈ, ਉੱਥੇ ਉਹ ਕੱਚਾ ਪਿੱਲਾ ਜਦੇ ਕਹਿੰਦੇ ਨੇ। ਕੱਚੀ ਪਿੱਲੀ ਗੱਲ ਨਹੀਂ ਕਰਦੀ। ਪੱਕੂ ਤਾਂ ਹੀ ਜੇ ਅਸੀਂ ਦੇਖਾਂਗੇ ਕਿ ਆਵਾਜ਼ ਇੱਧਰੋਂ ਕੱਚਾ, ਇਹਨੂੰ ਹੋਰ ਅੱਗ ਦੀ ਲੋੜ ਹੈ ਤਾਂ ਪੱਕੂਗਾ। ਜੇ ਅੱਗ ਦੇਣੀ ਹੋਈ ਨਹੀਂ ਤਾਂ ਆਵਾ ਕਿੱਥੋਂ ਪਕੜ। ਹਾਂਜੀ, ਜਬ ਕੀਨ ਨਾਲੀ ਬ੍ਰਹਮਾ ਪ੍ਰਵੇਸ਼, ਜੇ ਨਾਲੀ 'ਚ ਪ੍ਰਵੇਸ਼ ਕਰ ਗਿਆ ਬ੍ਰਹਮ, ਮਾਇਆ ਦੀ ਖੋਜ ਪੈ ਗਿਆ। ਮਨ ਮਨ ਮਹਾਨ ਦਿਜਬਰ ਦਜੇਸ਼, ਭਾਵੇਂ ਪਹਿਲਾਂ ਉਹ ਮਨ ਤੇ ਬੜਾ ਕੰਟਰੋਲ ਸੀ ਉਹਦਾ। ਮਨ ਮਨ ਮਹਾਨ, ਹਾਂ, ਮਨ ਦੇ ਵਿੱਚ ਕੋਈ ਇੱਛਾ ਨਹੀਂ ਸੀ ਉਹਦੇ, ਹੋਰ ਖੋਜ ਪੈ ਗਿਆ। ਖੋਜੀਆਂ ਦੇ ਮਨ 'ਚ ਬਹੁਤੀ ਇੱਛਾ ਨਹੀਂ ਹੁੰਦੀ। ਖੋਜ ਕਰ ਦਿੰਦੇ ਦੁਨੀਆ ਵਾਸਤੇ। ਹੁਣ ਦੇਖ ਲਓ ਅਬਦੁਲ ਕਲਾਮ, ਇਹ ਮਨਮਾਨੇ ਹੈ, ਹਾਂ, ਤਿਆਗੀ ਹੈ। ਇਹ ਜਿਹੇ ਮਨਮਨ ਹੁੰਦੇ ਨੇ ਚਾਹੇ ਅਬਦੁਲ ਕਲਾਮ। ਗਿਆਨਵਾਨ ਹੈ, ਇੱਛਾ ਕੋਈ ਨਹੀਂ ਹੈ। ਸਾਰੀ ਜ਼ਿੰਦਗੀ ਲਾਤੀ ਖੋਜ 'ਚ ਆਪਣੀ। ਰਾਸ਼ਟਰਪਤੀ ਵੀ ਬਣਾਤਾ, ਹੁਣ ਫਿਰ ਉਹ ਕਹਿੰਦਾ ਮੈਂ ਨਹੀਂ ਬਣਨਾ। ਜਦ ਦੇਖਿਆ ਨਾ, ਉਹ ਕਹਿੰਦਾ ਜੇ ਸਾਰੇ ਕਹਿਣਗੇ ਤਾਂ ਬਣੂ, ਮੈਂ ਨਹੀਂ ਬਣਦਾ, ਮੈਂ ਵੋਟਾਂ ਨਾਲ ਨਹੀਂ, ਮੈਂ ਨਹੀਂ ਖੜਾ ਹੁਣ ਬਸ। ਮਨ ਮਹਾਨ ਹੈ ਤਾਂ ਕਹਿਤਾ। ਹਾਂ, ਕੁਛ ਚੰਗਾ ਜੇ ਭਲਾ ਹੋਵੇ ਮਿੱਥੇ ਦੇਸ਼ ਦਾ ਤਾਂ ਮੈਂ ਬਣ ਸਕਦਾ। ਮੈਂ ਕੀ ਲੈਣਾ ਪਾਰਟੀਬਾਜ਼ੀ ਤੋਂ, ਮੈਂ ਕੀ ਲੈਣਾ? ਮੈਂ ਕਲੰਕ ਲਵਾਉਣਾ ਆਪਣੇ ਆਪ ਨੂੰ। ਮਨ ਮਹਾਨ ਸੀ, ਮਨ ਦੇ ਵਿੱਚ ਇੱਛਾ ਨਹੀਂ ਹੈ। ਮਨ ਦਾ ਮਨ ਉੱਡਿਆ ਹੋਇਆ, ਉਹਨੇ ਮਨ ਕਾਬੂ 'ਚ, ਉਹਦਾ ਮਾਇਆ ਦੀ ਇੱਛਾ ਨਹੀਂ ਹੈ ਵਿੱਚ ਉਹਦੇ। ਦਿਜਬਲ, ਦਿਜ ਕਹਿੰਦੇ ਨੇ ਬ੍ਰਾਹਮਣ ਨੂੰ, ਦਿਜ ਬ੍ਰਾਹਮਣ ਨੂੰ ਕਹਿੰਦੇ ਨੇ। ਬ੍ਰਾਹਮਣ ਉਹ ਹੈ ਜਿਹਦੇ ਕੋਲ ਆਤਮ ਗਿਆਨ ਵੀ ਹੋਵੇ, ਬੁੱਧ ਬਲ ਹੈ ਉਹਦੇ ਕੋਲ, ਸ਼ੁੱਧ ਬੁੱਧੀ ਹੈ, ਸ਼ੁੱਧ ਬੁੱਧੀ। ਹਾਂ, ਦਿਜਬਲ ਦਿਜੇਸ਼। ਔਰ ਜਿਹੜੇ ਦਿਜ ਨੇ, ਗਿਆਨਵਾਨ ਨੇ, ਉਹਨਾਂ 'ਚ ਵੱਡਾ ਗਿਆਨ। ਹਾਂ, ਦੇਖੋ ਨਾ, ਖੋਜੀ ਤਾਂ ਛੋਟੇ ਵੀ ਹੁੰਦੇ ਨੇ। ਖੋਜੀ ਤਾਂ ਕਲਾਮ ਤਾਂ ਖੋਜੀਆਂ 'ਚ ਵੱਡਾ ਖੋਜੀ ਹੈ। ਹਾਂ, ਖੋਜੀ ਤਾਂ ਬਹੁਤ ਨੇ, ਖੋਜੀ ਕਿਤੇ ਇੱਕ ਹੈ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਨੇ ਖੋਜ ਕਰ ਰਹੇ। ਪਰ ਵੱਡਾ ਜਿਹੜਾ ਹੁੰਦਾ ਉਹ ਦਿਜੇਸ਼ ਹੋ ਜਾਂਦਾ। ਮਾਇਆ ਦੀ ਖੋਜ ਵਾਲੇ ਉਹਨਾਂ ਨੂੰ ਕਿਹਾ ਹੈ, ਉਹ ਵੀ ਮਾਇਆ ਦੀ ਖੋਜ ਸੀ। ਇਹ ਵੀ ਤਿਆਗੀ ਹੁੰਦੇ ਨੇ, ਐ ਨਹੀਂ ਹੈ ਵੀ ਕਪਟੀ ਹੁੰਦੇ ਨੇ, ਹੁੰਦੇ ਵੀ ਤਿਆਗੀ ਉਹਦੇ। ਪਰ ਇਹ ਮਾਇਆ ਦੀ ਭਗਤੀ ਹੈ, ਮਾਇਆ ਦੀ ਭਗਤੀ ਹੈ। ਖੋਜ ਵੀ ਮਾਇਆ ਦੀ ਨਹੀਂ ਕਮਲ ਨਾਲ ਕੋ ਲਖਾ ਪਾਰ। ਪਰ ਇਹ ਜਿਹੜੀ ਸੀ ਨਾ ਮਾਇਆ, ਕਿਵੇਂ ਪੈਦਾ ਹੋਈ, ਕਿੱਥੋਂ ਪੈਦਾ ਹੋਈ, ਗਾਹਾਂ ਤੇ ਗਾਹਾਂ ਦਾ ਪਤਾ ਹੀ ਨਹੀਂ ਲੱਗਿਆ। ਇਹ ਠੀਕ ਹੈ ਵੀ ਇਹ ਤੇਜ਼ਾਬ ਦਾ, ਇਹ ਚੀਜ਼ ਤੇ ਐਕਸ਼ਨ ਹੁੰਦਾ। ਕਿਉਂ ਹੁੰਦਾ ਐਕਸ਼ਨ, ਕਿਉਂ ਦਾ ਜਵਾਬ ਨਹੀਂ ਹੈ। ਇਹ ਦੋ ਚੀਜ਼ਾਂ ਨੂੰ ਇਕੱਠੀਆਂ ਕਰਦੀ, ਅੱਗ ਆਪੇ ਪੈਦਾ ਹੋ ਜਾਂਦੀ ਹੈ, ਲੱਗ ਜਾਂਦੀ ਹੈ। ਕਿਉਂ ਲੱਗ ਜਾਂਦੀ ਹੈ, ਕਿਉਂ ਦਾ ਜਵਾਬ ਨਹੀਂ। ਇੰਨਾ ਪਤਾ ਲੱਗ ਜਾਂਦੀ ਹੈ। ਸੁਭਾਅ ਕਿਹਨੇ ਬਣਾਇਆ ਉਹਦਾ ਇਹ ਜਿਹਾ, ਉਹ ਨਹੀਂ ਪਤਾ ਕਿਹਨੇ ਬਣਾਇਆ। ਕਿਉਂ ਦਾ ਜਵਾਬ ਨਹੀਂ। ਹਾਂ, ਉਹ ਕਹਿੰਦੇ ਨੇ ਵੀ ਜਿਹੜੀ ਆਹ ਪਾਣੀ ਹੈ ਇਹ ਅੱਗ ਬੁਝਾ ਦਿੰਦਾ। ਪਾਣੀ ਕਿਉਂ ਅੱਗ ਬੁਝਾ ਦਿੰਦਾ? ਜਦ ਕਿ ਪਾਣੀ ਦੀਆਂ ਜੇ ਦੋ ਗੈਸਾਂ ਬਣਾ ਦਈਏ, ਹਾਈਡਰੋਜਨ ਔਰ ਆਕਸੀਜਨ, ਦੋ ਹਿੱਸੇ ਹਾਈਡਰੋਜਨ, ਇੱਕ ਹਿੱਸਾ ਆਕਸੀਜਨ, ਫਿਰ ਸਾਰਾ ਹੀ ਪਾਣੀ ਆਪੇ ਚੜ ਜਾਂਦਾ। ਅੱਗ ਲਾ ਦਈਏ, ਅੱਗ ਦਾ ਰੂਪ ਧਾਰਨ ਕਰ ਜੂ। ਇਹ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਿਵੇਂ ਬੁਝਾ ਦਿੰਦੀ ਹੈ? ਇਹ ਅੱਗ ਦਾ ਹੀ ਦੂਆ ਰੂਪ ਹੈ ਪਾਣੀ। ਅੱਗ ਦਾ ਦੂਆ ਰੂਪ, ਪਿਓਰ ਅੱਗ ਦਾ ਦੂਆ ਰੂਪ। ਅਗਰ ਸਾਗਰ ਕਿਹਾ ਨਾ,
ਭਵ ਸਾਗਰ ਨੂੰ। ਅਗਨ ਦਾ ਦੂਆ ਰੂਪ ਅਗਨ ਨੂੰ ਬੁਝਾ ਦਿੰਦਾ। ਸਾਇੰਸਦਾਨ ਵੀ ਹੈਰਾਨ ਨੇ ਵੀ ਅੱਡੋ ਅੱਡ ਕਰ ਦਈਏ, ਗੈਸਾਂ ਬਣਾ ਦਈਏ, ਅੱਗ ਹੈ। ਜੇ ਦੋਏ ਇਕੱਠੀਆਂ ਕਰ ਦਈਏ, ਪਾਣੀ ਬਣਾ ਦਈਏ, ਫਿਰ ਅੱਗ ਦੇ ਖਿਲਾਫ ਹੈ, ਫਿਰ ਜਲ ਨਹੀਂ ਦਿੰਦਾ। ਉਹਦਾ ਹੀ ਰੂਪ ਹੈ। ਪਾਣੀ ਹੋਵੇ ਉੱਤੋਂ ਥੱਲੇ ਨੂੰ ਆ ਜਾਂਦਾ, ਬਰਫ਼ ਹੋਵੇ ਪਹਾੜ ਦੀ ਚੋਟੀ ਤੇ ਰੱਖਦੇ, ਪੱਥਰ ਹੈ ਉੱਥੇ ਪਿਆ ਰਹਿੰਦਾ, ਹੌਲੀ 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 ਪਿਘਲੀ ਜਾਂਦਾ। ਹੌਲੀ ਹੌਲੀ ਲੋੜ ਹੈ, ਰੋਜ਼ ਵੀ ਕੌਣ ਪਾਵੇ। ਉਹਨੇ ਉੱਥੇ ਠੰਡ ਕਰਕੇ ਬਰਫ਼ ਬਣਾ ਦਿੱਤੀ ਵੀ ਹੌਲੀ ਹੌਲੀ ਲੋਕ ਵਰਤੀ ਜਾਣਗੇ, ਪੀ ਜਾਣਗੇ। ਰੋਜ਼ ਵੀ ਕੌਣ ਪਾਊਗਾ? ਇਹ ਤਾਂ ਉਹਨੇ ਬਣਾਈ ਹੈ ਨਾ ਸਭ ਕੁਛ ਸਿਸਟਮ। ਸਾਨੂੰ ਤਾਂ ਪਤਾ ਲੱਗਿਆ ਵੀ 0 ਡਿਗਰੀ ਤੇ ਪਾਣੀ ਜੰਮ ਜਾਂਦਾ। ਇਹ ਡਿਗਰੀਆਂ ਕਿਹਨੇ ਪੈਦਾ ਕੀਤੀਆਂ ਨੇ? ਦਿਮਾਗ ਕਿਹਦੇ ਦੀ ਕਾਢ ਹੈ? ਅਸੀਂ ਤਾਂ ਪਿੱਛੋਂ ਹੀ ਦੇਖਿਆ ਨਾ, ਜੋ ਕੁਝ ਹੈ ਉਹ ਤਾਂ ਜੋ ਦੇਖਿਆ ਨਾ। ਪਹਿਲਾਂ ਕਿਹਦੇ ਦਿਮਾਗ ਦੀ ਕਾਢਾਂ ਨੇ? ਇਸ ਕਰਕੇ ਉਹ ਕਹਿੰਦੇ ਵੀ ਛੱਡੋ ਪਰੇ, ਆਪਾਂ ਨੂੰ ਨਹੀਂ ਪਤਾ ਲੱਗਣਾ, ਆਪਾਂ ਜਿਹੜੇ ਕੰਮ ਆਏ ਉਹ ਕਰ ਲਓ। ਕਹੋ ਤਾਸ ਕੈਸ ਪਾਵੇ ਵਿਚਾਰ। ਹੁਣ ਦੱਸੋ ਵੀ ਉਹਦੀ ਵਿਚਾਰ ਆਪਾਂ ਕਿਵੇਂ ਕਰ ਲਾਂਗੇ ਜਦ ਉਹ ਪਾਰ ਇੰਨਾ ਚਿਰ ਬ੍ਰਹਮਾ ਨਾਲੀ 'ਚ ਵੜ ਕੇ ਹਜ਼ਾਰਾਂ ਸਾਲ ਲੱਗ ਗਏ, ਉਹ ਨਹੀਂ ਪਾਰ ਪਾ ਸਕਿਆ। ਹੁਣ ਨਵੇਂ ਸਿਰੇ ਤੇ ਜਿਹੜਾ ਕੋਈ ਹੋਰ ਕਰ ਰਿਹਾ ਮੂਰਖ ਹੈ। ਪੁਰਾਣੇ ਗ੍ਰੰਥਾਂ ਤੋਂ ਖਿਲਾਫ ਬਗਾਵਤ ਹੁੰਦੀ ਰਹੀ ਹੈ ਪਿਛਲੇ 100 ਸਾਲ ਤੋਂ, 200 ਸਾਲ ਤੋਂ। ਅੰਗਰੇਜ਼ ਜ਼ਿਆਦਾ ਕਰਦਾ ਰਿਹਾ ਕਿਉਂਕਿ ਉੱਥੇ ਸਾਇੰਸ ਦੀ ਖੋਜ ਹੈ। ਯੂਰਪ ਦੇ ਵਿੱਚ ਇੰਡੀਆ 'ਚ ਆਤਮਾ ਦੀ ਖੋਜ ਸੀ। ਸਾਡੇ ਇੰਡੀਆ 'ਚ ਆਤਮਾ ਦੀ ਖੋਜ ਤੇ ਬਲ ਹੈ। ਮੁਸਲਮਾਨਾਂ ਦੇ ਵਿੱਚ ਵੀ ਇਹੀ ਹੈ, ਬੋਧੀਆਂ ਦੇ ਵਿੱਚ ਵੀ ਇਹੀ ਹੈ। ਉੱਥੇ ਸਾਇੰਸ ਦੀ ਖੋਜ ਹੈ। ਸਾਇੰਸ ਦੀ ਖੋਜ ਵਾਲੇ ਜ਼ਿਆਦਾ ਪਰੇਸ਼ਾਨ। ਸਾਡੇ ਪਰੇਸ਼ਾਨੀ ਕਾਹਦੀ ਹੈ? ਅਸੀਂ ਆਤਮਾ ਦੀ ਖੋਜ ਛੱਡ ਕੇ ਮਾਇਆ ਤੋਂ ਪ੍ਰਭਾਵਿਤ ਹੋਏ ਹੋਏ ਹਾਂ। ਸਾਡੇ ਪਰੇਸ਼ਾਨੀ ਇਸ ਗੱਲ ਦੀ ਹੈ। ਮਾਇਆ ਦੀਆਂ ਲੋੜਾਂ ਕਿਹਾ ਸੀ ਨਹੀਂ ਵਧਾਉਣੀਆਂ, ਅਸੀਂ ਵਧਾ ਲਈਆਂ। ਸਾਡੇ ਪਰੇਸ਼ਾਨੀ ਇਸ ਗੱਲ ਦੀ ਹੈ। ਅਸੀਂ ਜੋ ਸਾਡੇ ਗ੍ਰੰਥ ਕਹਿੰਦੇ ਉਹਨੂੰ ਇਨਕਾਰ ਹੋ ਗਏ, ਮੰਨਣ ਤੇ ਮੰਨਦੇ ਨਹੀਂ, ਤਾਂ ਪਰੇਸ਼ਾਨੀ ਹੈ ਸਾਨੂੰ। ਸਾਨੂੰ ਤਾਂ ਇਸ ਗੱਲ ਦੀ ਪਰੇਸ਼ਾਨੀ ਹੈ। ਅਸੀਂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੈ ਨਹੀਂ। ਮੱਥਾ ਟੇਕਦੇ ਵੀ ਤੈਨੂੰ ਟੇਕਿਆ ਮੱਥਾ, ਚੁੱਪ ਰਹਿ, ਚੁੱਪ ਰਹਿ, ਮੱਥਾ ਟੇਕਿਆ ਤੈਨੂੰ, ਚੁੱਪ ਰਹਿਣ ਦਾ ਮੱਥਾ ਟੇਕਦੇ ਕਿ ਜੇ ਉਹਦੀ ਗੱਲ ਦੀ ਵਿਆਖਿਆ ਕਰਦੀ ਫਿਰ ਭਾਬੜ ਵੱਜਦਾ, ਫਿਰ ਭੱਜਦੇ ਨੇ ਉੱਠ ਕੇ। ਚੁੱਪ ਰਹਿਣ ਤੇ ਤਾਂ ਸਾਰੇ ਖੁਸ਼ ਨੇ, ਆਪਣੀਆਂ ਗੱਲਾਂ ਕਰਦੇ ਨੇ, ਚਾਹੇ ਲੜ ਵੀ ਪੈਣ ਗੋਲ ਕੇ ਪਿੱਛੇ। ਪਰ ਜੇ ਗੁਰਬਾਣੀ ਦੀ ਵਿਆਖਿਆ ਕਰੀਏ ਫਿਰ ਸਾਰੇ ਬੁਖਲਾ ਜਾਂਦੇ ਨੇ ਵੀ ਇਹ ਕੀ, ਇਹਨੂੰ ਬੰਦ ਕਰੋ, ਇਹਨੂੰ ਬੰਦ ਕਰੋ, ਇਹ ਨਾ ਗੱਲ ਕਰੋ। ਸੁਣਨ ਨੂੰ ਤਿਆਰ ਨਹੀਂ। ਕਿਉਂ? ਛੱਡ ਬੈਠੇ ਮਾਇਆ ਦੀ ਇੱਛਾ, ਮਾਇਆਧਾਰੀ ਹੋ ਗਏ। ਇਹ ਤਾਂ ਪਰੇਸ਼ਾਨ ਨੇ। ਹੁਣ ਗੋਰੇ ਚਾਹੁੰਦੇ ਨੇ ਵੀ ਇਹ ਪਰੇਸ਼ਾਨੀ ਕਿਵੇਂ ਦੂ? ਉਹ ਤਾਂ ਮੱਛੀ ਨੇ ਪੱਥਰ ਚੱਟ ਲਿਆ, ਉਹਨਾਂ ਨੇ ਮਾਇਆ ਦੇ ਸਵਾਦ ਦੇਖ ਲਏ। ਮਾਇਆ ਬੜੀ ਉਹਨਾਂ ਕੋਲ ਸੀ, ਸੁੱਖ ਨਹੀਂ ਹੈ ਵਿੱਚ ਉਹਦੇ ਮਾਇਆ ਦੇ। ਉਹਨਾਂ ਨੇ ਕਿਹਾ ਵੀ ਪੀਸ ਆਫ ਮਾਈਂਡ ਚਾਹੀਦਾ। ਹੁਣ ਮਾਇਆ ਨਾ ਭਾਈ ਮੁੱਲ ਨੂੰ ਮਿਲਦਾ ਨਹੀਂ। ਕਿਵੇਂ ਮਿਲੇ? ਉਹਨਾਂ ਨੂੰ ਇਹਦੀ ਖੋਜ ਹੈ। ਇਹਨਾਂ ਨੂੰ ਹਾਲੇ ਮਾਇਆ ਦੀ ਖੋਜ ਹੈ, ਕਿਉਂਕਿ ਮਾਇਆ ਦਾ ਪੱਥਰ ਜੋ ਮੱਛੀ ਨੇ ਚਟਿਆ ਨਹੀਂ, ਇਹਨਾਂ ਦੀ ਮੱਛੀ ਨੇ ਜੋ ਪੱਥਰ ਚਟਿਆ ਨਹੀਂ। ਜਿਹੜਾ ਮਾਇਆ ਦੀ ਹੱਦ ਤੱਕ ਪਹੁੰਚ ਜਾਂਦਾ ਉਹ ਮਾਇਆ ਤੋਂ ਫਿਰ ਪਿੱਛੇ ਮੁੜਦਾ। ਮਾਇਆ ਦੀ ਹੱਦ ਤੱਕ ਪਹੁੰਚ ਕੇ ਬ੍ਰਹਮਾ ਨੇ ਹੱਥ ਖੜੇ ਕਰਕੇ ਫਿਰ ਪਿੱਛੇ ਮੁੜਿਆ, ਬੇਅੰਤ ਕਰਕੇ। ਇਹ ਤਾਂ ਗਲਤ ਪਾਸੇ ਚਲੇ ਗਏ ਸੀ। ਪਹਿਲਾਂ ਕਿਹਾ ਹੋਇਆ ਸੀ ਬ੍ਰਹਮਾ ਦਾ, ਉਹ ਨਹੀਂ ਮੰਨੇ, ਗ੍ਰੰਥਾਂ ਦੇ ਖਿਲਾਫ ਬਗਾਵਤ ਕੀਤੀ ਜਿਹੜੇ ਲੋਕਾਂ ਨੇ। ਅੱਜ ਉਹ ਧਰਮ ਦੀ ਗੱਲ ਕਰ ਰਹੇ ਨੇ। ਅੱਜ ਬੜ ਧਰਮ ਦੀ, ਕਿਉਂਕਿ ਵਿਦਵਾਨਾਂ ਨੇ ਧਰਮ ਦੇ ਉੱਤੇ ਅਟੈਕ ਕੀਤੇ। ਅਟੈਕ ਵੀ ਸੱਚੇ ਕੀਤੇ। ਧਰਮ 'ਚ ਵੀ ਠੱਗੀ ਹੋ ਚੱਲਦੀ ਸੀ, ਠੱਗਾਂ ਦਾ ਧਰਮ ਸੀ। ਧਰਮ ਨੌਂ ਦਾ ਸੀ, ਅੰਦਰੋਂ ਤਾਂ ਹੈ ਨਹੀਂ ਸੀ। ਹੁਣ ਸਾਡੇ ਅਕਾਲੀਆਂ ਕੋਲ ਕਿਹੜਾ ਧਰਮ? ਨੌਂ। ਬਾਕੀ ਤਾਂ ਉਹੀ ਕਾਂਗਰਸੀਆਂ ਵਾਲੀ ਉਹਨਾਂ ਕੋਲ ਹੈ ਰਾਜ ਦੀ ਗੱਲ, ਇਹਨਾਂ ਕੋਲ ਵੀ ਉਹੀ ਹੈ। ਅੰਦਰੋਂ ਧਰਮ ਨੂੰ ਬਹੁਤ ਥੋੜ੍ਹੇ ਆਦਮੀ ਹੁੰਦੇ ਨੇ
ਜਿਹੜੇ ਮੂੰਹ ਦੇ ਵਿੱਚ ਜਿਹੜੀ ਗੱਲ ਹੋਵੇ ਔਰ ਅੰਦਰ ਵੀ ਹੋਈ ਉਹਨਾਂ ਕੋਲ ਪੀਸ ਆਫ ਮਾਈਂਡ ਵੀ ਹੁੰਦਾ ਹੈ। ਉਹਨਾਂ ਦਾ ਸ਼ਾਂਤੀ ਤਾਂ ਹੀ ਹੁੰਦੀ ਹੈ। ਉਹਨਾਂ ਨੂੰ ਪਤਾ ਵੀ ਇਹਨਾਂ ਨੇ ਕਿਹੜਾ ਜਿਹੜੇ ਇਕੱਠੇ ਕਰਦੇ ਨੇ ਘਪਲੇ ਕਰਦੇ ਨੇ ਪੈਸੇ ਨਾਲ ਲੈ ਜਾਣੇ ਇੱਥੇ ਰਹਿ ਜਾਣੇ ਨੇ ਇਹਨਾਂ ਦੇ। ਇਹਨਾਂ ਨੂੰ ਨਸ਼ਾ ਵੀ ਮੇਰੇ ਕੋਲ ਇੰਨੇ 1000 ਕਰੋੜ ਹੈ, ਮੇਰੇ ਕੋਲ ਇੰਨੇ ਲੱਖ ਕਰੋੜ ਹੈ। ਕਾਗਜ਼ਾਂ 'ਚ ਨੇ ਕਾਗਜ਼ਾਂ ਦਾ ਨਸ਼ਾ ਇਹਨਾਂ ਨੂੰ। ਅੱਗੇ ਜਿਹੜੇ ਰਾਜੇ ਚਲੇ ਗਏ ਇੱਥੋਂ ਇਹਨਾਂ ਨੇ ਕੀ ਲੈ ਜਾਣਾ ਇੱਥੇ। ਇਹਦਾ ਮੂਰਖ ਨੇ ਉਹ ਇਹਨਾਂ ਨੂੰ ਪਾਗਲ ਮੰਨ ਕੇ ਆਪਣੇ ਮਸਤ ਹੁੰਦੇ ਨੇ। ਰਾਜੇ ਇਹਨਾਂ ਨੂੰ ਪਾਗਲ ਮੰਨ ਕੇ ਆਪਣੇ ਮਸਤ ਹੁੰਦੇ ਨੇ ਵੀ ਇਹ ਪਾਗਲ ਨੇ ਛੱਡੀ ਫਿਰਦੇ ਨੇ। ਦੇਖੋ ਸਾਡੇ ਕੋਲ ਗੱਡੀ ਕਰੋੜਾਂ ਰੁਪਈਏ ਦੇ ਜਹਾਜ਼ ਅਰਬਾਂ ਰੁਪਈਏ ਦੇ ਸਾਡੇ ਆਲੇ ਦੁਆਲੇ ਬਜਟ ਸਾਨੂੰ ਲੋਕ ਮੱਥਾ ਟੇਕਦੇ ਨੇ। ਉਹ ਆਪਣਾ ਨੂੰ ਇਹ ਨਸ਼ਾ ਹੁੰਦਾ, ਇਹਨਾਂ ਨੂੰ ਆਪਣਾ ਦੂਆ ਨਸ਼ਾ ਹੁੰਦਾ। ਨਸ਼ਾ ਦੋਹਾਂ ਨੂੰ ਹੁੰਦਾ। ਇਹਨਾਂ ਨੂੰ ਸੱਚ ਦਾ ਨਸ਼ਾ ਹੁੰਦਾ, ਉਹਨਾਂ ਨੂੰ ਝੂਠ ਦਾ ਨਸ਼ਾ। ਦੋਏ ਨਸ਼ੇ ਨੇ। ਬੜੀ ਨਾ ਜਾਤ ਜੈ ਛਵੀ ਸੁਰੰਗ। ਬੜੀ ਨਾ ਜਾਤ ਨਹੀਂ ਬੜੀ ਜਾ ਸਕਦੀ। ਜੈ ਛਵ ਸੁਰੰਗ। ਛਵੀ ਛਵੀ ਸੁਰੰਗ ਕਿਹੜੀ ਛਵੀ? ਨਾਮ ਦੇ ਰੰਗ ਦੀ। ਜਿਹਦੇ ਤੇ ਨਾਮ ਦਾ ਰੰਗ ਚੜ ਗਿਆ ਉਹਦੀ ਛਵੀ ਨਹੀਂ ਦੱਸੀ ਜਾ ਸਕਦੀ। ਬਾਕੀ ਸਾਰਿਆਂ ਦੀ ਛਵੀ ਦੱਸੀ ਜਾ ਸਕਦੀ ਹੈ। ਮਾਇਆ ਦੇ ਰੰਗ ਦੀ ਛਵੀ, ਸੰਸਾਰੀ ਰੰਗਾਂ ਦੀ ਛਵੀ ਤਾਂ ਦੱਸੀ ਜਾ ਸਕਦੀ ਹੈ ਨਾ, ਸਮਝਾਈ ਜਾ ਸਕਦੀ ਹੈ। ਉਹਦਾ ਦਿਖਾ ਦੂ, ਅੱਖਾਂ ਨੂੰ ਦਿਖੂ। ਇਹ ਅੱਖਾਂ ਨਾਲ ਦਿਖਣੀ ਨਹੀਂ। ਇਹ ਨਿਰੋਲ ਬੁੱਧੀ ਦੇ ਲੈਵਲ ਦੀ ਗੱਲ ਹੈ। ਬੁੱਧੀ ਵਿਵੇਕ ਬੁੱਧੀ ਦੇ ਲੈਵਲ ਦੀ ਗੱਲ ਹੈ। ਆਬਾ ਅਪਾਰ ਮਹਿਮਾ ਅਭੰਗ। ਕਿਉਂਕਿ ਆਬਾ ਅਪਾਰ ਹੈ। ਹੁਣ ਅਪਾਰ ਲਫ਼ਜ਼ ਕਹਿ ਦਿੱਤਾ, ਕੀ ਤੋਂ ਅਪਾਰ ਹੈ ਬਈ? ਅਪਾਰ ਕੀ ਤੋਂ ਹੈ? ਜਿਹਦਾ ਪਾਰ ਹੈ ਉਹ ਤੋਂ ਹੀ ਅਪਾਰ ਹੋ। ਜਿਹਦਾ ਪਾਰ ਹੈ ਨਹੀਂ ਉਹ ਤੋਂ ਅਪਾਰ ਕੀ ਹੋ? ਮਾਇਆ ਤੋਂ ਪਰੇ ਹੈ, ਅਪਾਰ ਹੈ। ਮਾਇਆ ਦਾਇਰੇ 'ਚ ਹੈ। ਭਵ ਸਾਗਰ ਹੈ, ਭਵ ਸਾਗਰ ਤੋਂ ਪਾਰ ਹੈ। ਉਹਦੀ ਛਵੀ ਸਮਝ ਆਉਂਦੀ ਹੈ ਪਰੇ ਜਾ ਕੇ। ਭਵ ਸਾਗਰ ਦੇ ਵਿੱਚ, ਭਵ ਸਾਗਰ ਵਾਲੇ ਸਰੀਰ ਨਾਲ ਨਹੀਂ ਸਮਝ ਆਉਂਦੀ ਹੈ ਨਾ। ਭਵ ਸਾਗਰ 'ਚ ਅੱਖਾਂ ਨੇ ਸਾਡੇ ਕੋਲ ਦੇਖਣ ਨੂੰ, ਇਹਨਾਂ ਨਾਲ ਨਹੀਂ ਉਹ ਦੀਦੀ ਹੈ। ਭਵ ਸਾਗਰ ਵਾਲੀ ਜਿਹੜੀ ਸਾਡੇ ਕੋਲ ਬੁੱਧੀ ਹੈ, ਇਹ ਤੇ ਵੀ ਪਰੇ ਦੀ ਗੱਲ ਹੈ ਸਮਝਣ ਦੀ। ਭਵ ਸਾਗਰ ਜੋ ਵੀ ਸਾਡੇ ਕੋਲ ਸ਼ਕਤੀਆਂ ਨੇ ਉਹ ਤੇ ਪਰੇ ਦੀ ਗੱਲ ਹੈ। ਮਹਿਮਾ ਅਭੰਗ। ਕਿਉਂਕਿ ਬਾਣੀ ਭਵ ਸਾਗਰ ਤੋਂ ਪਾਰ ਤੋਂ ਆਈ ਹੈ। ਭਵ ਸਾਗਰ ਤਾਂ ਸੁਖ ਸਾਗਰ ਦੇ ਵਿੱਚ ਹੈ। ਵਿੱਚ ਵਾਲੇ ਤੋਂ ਪਰੇ ਹੈ, ਬਾਹਰ ਵਾਲੇ ਤੋਂ ਪਾਰ ਅਪਾਰ ਕਾਹਨੂੰ ਹੈ? ਆ ਵਿਦਵਾਨਾਂ ਤੋਂ ਅਪਾਰ ਹੈ। ਸੰਸਾਰੀ ਬੁੱਧੀ ਤੋਂ ਪਰੇ ਹੈ। ਮਹਿਮਾ ਅਭੰਗ। ਔਰ ਮਹਿਮਾ ਅਭੰਗ ਅਭੰਗ ਹੈ ਨਾ। ਸੂਰਜ ਦੀ ਲਾਈਟ ਅਭੰਗ ਹੈ। ਕਦੇ ਭੰਗ ਹੋਈ ਆ? ਘੱਟ ਵਧੀਆ। ਕਦੇ ਟੈਂਪਰੇਚਰ ਘਟਾ ਵਧਾ ਕੇ ਦਿਖਾ ਦਿਓ ਕੋਈ। ਇੱਕੋ ਜਿਹੀ ਰਹਿੰਦੀ ਹੈ ਨਾ। ਉਹ ਲੱਗਾ ਵੀ ਸਾਨੂੰ ਨਾ ਦੇਖੇ ਇੱਕੋ ਜਿਹੀ ਬੱਦਲ ਆ ਜਾਣ ਵਿੱਚ। ਸਾਨੂੰ ਨਹੀਂ ਰਹਿੰਦੀ ਤੀ। ਉੱਥੋਂ ਪਿੱਛੋਂ ਜਾ ਕੇ ਦੇਖੋ ਤਾਂ ਇੱਕੋ ਹੀ ਹੈ। ਇਹੋ ਜਿਹੀ ਅਭੰਗ ਹੈ। ਲਗਾਤਾਰ ਇੱਕੋ ਹੀ ਹੀਟ ਦੇ ਰਿਹਾ ਹੈ। ਜੈ ਏਕ ਰੂਪ ਕੀਨੇ ਅਨੇਕ। ਜੈ ਏਕ ਰੂਪ ਤੇ ਅਨੇਕ ਰੂਪ ਕਿਵੇਂ ਕੀਤੇ? ਜਿੱਥੋਂ ਦੱਤ ਦਾ ਜਨਮ ਹੁੰਦਾ ਪਹਿਲਾਂ ਇੱਕ ਰੂਪ ਤੋਂ ਹੀ ਹੋਇਆ ਨਾ। ਥੱਲੇ ਤ੍ਰੇਤੇ ਜਾ ਕੇ ਤੇੜ ਪਈ ਹੈ ਨਾ। ਜਾਂ ਮਤਭੇਦ ਹੋ ਗਿਆ ਸੱਚ ਨਾਲ, ਉਦੋਂ ਤੇੜ ਪੈਂਦੀ ਹੈ। ਜੇ ਸੱਚ ਨਾਲ ਮਤਭੇਦ ਨਹੀਂ ਫਿਰ ਨਹੀਂ ਤੇੜ ਹੈ। ਫਿਰ ਇੱਕ ਰੂਪ ਤੋਂ ਜਦ ਤੇੜ ਪੈ ਜਾਂਦੀ ਹੈ ਸੱਚ ਨਾਲ, ਫਿਰ ਕਿੰਨੇ ਰੂਪ ਧਾਰਨ ਕਰਨੇ ਪੈਂਦੇ ਨੇ। ਹਰ ਜੂਨ 'ਚ ਡਿਵੈਲਪਮੈਂਟ ਹੈ। ਜੂਨ ਵੀ ਰੂਪ ਹੈ ਔਰ ਬੁੱਧੀ ਦੀ ਡਿਵੈਲਪਮੈਂਟ ਵੀ ਰੂਪ ਹੈ। ਬੁੱਧੀ ਬਦਲਣੀ ਹੈ ਤਾਂ ਰੂਪ ਹੈ ਉਹਦਾ। ਦੋਏ ਪਾਸੇ ਰੂਪ ਨੇ। ਕਿਉਂ? ਨਾਨਕ ਦਾਸ ਮੁਖ ਤੇ ਜੋ ਬੋਲੇ, ਨਾਨਕ ਕਹਿੰਦਾ ਦੇਖੋ ਨਾਨਕ ਦਾਸ ਨਹੀਂ ਇੱਥੇ ਤੁਸੀਂ ਕਹਿ ਸਕਦੇ। ਜੇ ਨਾਨਕ ਦਾਸ ਹੁੰਦਾ ਤਾਂ ਦਾਸ ਨੂੰ ਔਕੜ ਹੁੰਦਾ। ਨਾਨਕ ਕਹਿੰਦਾ ਜਿਹੜਾ ਵੀ ਦਾਸ ਉਹਦਾ ਹੈ, ਜਿਹਦੇ ਭਗਤ ਨੇ ਜੋ ਬੋਲਦੇ ਨੇ, ਹਾਂ ਇੱਥੇ ਉੱਥੇ ਸੱਚ ਹੈ। ਦਾਸ ਜਿਹੜੀ ਗੱਲ ਕਹਿੰਦਾ ਉਹ ਇੱਥੇ ਉੱਥੇ ਸੱਚ ਹੈ। ਜਿਹੜਾ ਦਾਸ ਨਹੀਂ ਉਹ ਕਹਿੰਦਾ ਇੱਥੇ ਵੀ ਝੂਠ ਹੈ ਉੱਥੇ ਵੀ ਝੂਠ ਹੈ। ਜਿਹੜੇ ਦਾਸ ਤੇ ਬਿਨਾਂ ਕਹਿੰਦੇ ਨਾ ਗੁਰੂ ਬਾਬਣ, ਗੁਰੂ ਬਾਬਣ ਹੈ ਨਾ। ਬਾਬਣ ਦਾ ਕਿਹਾ ਇੱਥੇ ਵੀ ਝੂਠ ਹੈ ਉੱਥੇ ਵੀ ਝੂਠ ਹੈ। ਕਿ ਬਾਬਣ ਤਾਂ ਗੁਰੂ ਹੈ, ਦਾਸ ਤਾਂ ਹੈ ਨਹੀਂ। ਗੁਰੂ ਦਾ ਕਿਹਾ ਇੱਥੇ ਵੀ ਝੂਠ ਗਾਂ ਵੀ ਝੂਠ। ਜਿਹੜਾ ਗੁਰੂ ਦਾ ਬੁਲਾਇਆ ਬੋਲਿਆ ਦਾਸ, ਉਹ ਇੱਥੇ ਵੀ ਸੱਚ ਉੱਥੇ। ਗੁਰੂ ਤਾਂ ਆਪ ਪਰਮੇਸ਼ਰ ਹੈ ਨਾ।
ਉਹਦਾ ਬੁਲਾਇਆ ਬੋਲਿਆ, ਜਿਹੜਾ ਤੁਰਕੀ ਬਾਣੀ ਦਾ ਬੁਲਾਇਆ ਬੋਲਿਆ, ਸ਼ਬਦ ਗੁਰੂ ਦਾ ਬੁਲਾਇਆ ਬੋਲਿਆ, ਉਹ ਇੱਥੇ ਵੀ ਸੱਚ ਉੱਥੇ ਵੀ ਸੱਚ। ਜਿਹੜਾ ਆਪਣੀ ਬੁੱਧੀ ਨਾ ਬੋਲਿਆ ਇੱਥੇ ਵੀ ਝੂਠ, ਗਾਂ ਵੀ ਝੂਠ। ਜਿਹਨੂੰ ਇੱਕ ਮਨੁੱਖੀ ਬੁੱਧੀ ਝੂਠ ਸਾਬਤ ਕਰ ਦੇਵੇ, ਗਾਂ ਵਾਲਿਆਂ ਨੂੰ ਤਾਂ ਕਰੇ ਦੇਣ। ਪੱਗ ਛੋਰ ਆਣ, ਜਿਹੜਾ ਬੈਟਰੀ ਦੇ ਚਾਨਣੇ ਸਾਨੂੰ ਦੀਝ ਹੈ, ਉਹ ਦਿਨ ਚੜੇ ਤਾਂ ਦਿਖਣਾ ਹੀ ਹੈ। ਉਹ ਸੂਰਜ ਜਿਹੜੇ ਤਾਂ ਦਿਖੇ ਜਾਣਾ, ਜਿਹੜਾ ਬੈਟਰੀ ਦੇ ਚਾਨਣੇ 'ਚ ਰੋਜ਼ ਦੀਂਦਾ ਹੈ। ਸੂਰਜ ਜਿਹੜੇ ਤਾਂ ਦਿਖੇ ਜਾਣ, ਉੱਥੇ ਤਾਂ ਗਾਂ ਤਾਂ ਸੂਰਜ ਹੈ। ਇੱਥੇ ਸਾਡੀ ਬੁੱਧੀ ਟਾਰਚ ਵਾਲੀ ਹੈ। ਇੱਥੇ ਟਾਰਚ ਵਾਲੀ ਬੁੱਧੀ ਨੇ ਜਿਹਦੇ ਵਿੱਚੋਂ ਨੁਕਸ ਲੱਭ ਲਿਆ, ਝੂਠ ਲੱਭ ਲਿਆ, ਤੇ ਬੇਬੁੱਧੀ ਨੇ ਤਾਂ ਲੱਭੇ ਰਹਿਣ। ਪੱਗ ਛੋਰ ਆਣ ਤੇ ਧਰੋ ਟੇਕ, ਪੱਗ ਛੋਰ ਆਣ, ਹਾਂ, ਹੋਰਾਂ ਦੇ ਪੈਰ ਛੱਡ ਕੇ ਤੇ ਧਰੋ ਟੇਕ। ਪੱਗਾਂ ਲੱਗੇ ਹੋਏ ਨੇ ਨਾ, ਜਿਵੇਂ ਕੋਈ ਬ੍ਰਹਮਾ ਦੇ, ਵਿਸ਼ਨੂੰ ਦੇ, 33 ਕਰੋੜ ਦੇਵਤੇ ਦੇ, ਕੋਈ ਇਸਲਾਮ ਦੇ, ਕੋਈ ਕਿਸੇ ਦੇ। ਵਿਵੇਕ ਬੁੱਧੀ ਤੋਂ ਬਿਨਾਂ ਜਿਹੜੀਆਂ ਹੋਰ ਨੇ ਸੰਸਾਰੀ ਬੁੱਧੀ, ਸੰਸਾਰੀ ਜੀਵ ਨੇ, ਉਹਨਾਂ ਦੇ ਛੱਡ ਕੇ ਏਕ ਦੀ ਏਕ ਟੇਕ ਹੈ ਜਿਹੜੀ। ਤੇ ਧਰੋ ਟੇਕ, ਇਹ ਕੌਣ ਹੈ? ਇੱਕ ਮਨ ਇੱਕ ਚਿੱਤ ਹੋ ਕੇ ਜਿਹਨੇ ਗੱਲ ਕਹੀ ਹੈ, ਜਿਹਨੇ ਸੱਚ ਇੱਕ ਹੈ, ਸੱਚ ਦੀ ਟੇਕ ਧਰੋ। ਝੂਠ ਬਹੁਤ ਪ੍ਰਕਾਰੀ ਹੁੰਦਾ, ਝੂਠੇ ਗ੍ਰੰਥ ਬਹੁਤ ਪ੍ਰਕਾਰੀ ਨੇ, ਆਪਣੀ ਆਪਣੀ ਬੁੱਧ ਨਾਲ ਲਿਖੇ ਹੋਏ ਨੇ, ਬਹੁਤ ਪ੍ਰਕਾਰ ਦੇ ਨੇ। ਆਪਣੀ ਆਪਣੀ ਬੁੱਧ ਨਾਲ ਜਿਹੜੇ ਧਰਮ ਨੇ, ਮਨਮੱਤਾਂ ਨੂੰ ਛੱਡ ਕੇ ਇੱਕ ਮੱਤ ਹੈ ਜਿਹੜੀ ਗੁਰਮਤ, ਇਹਦੀ ਟੇਕ ਲੈ ਲਓ। ਰੁਆਲ ਛੰਦ ਭਾਂਤ ਭਾਂਤ ਬੇਅੰਤ ਦੇਸ, ਭਵੰਤ ਕਿਰਤ ਉਚਾਰ। ਪੰਜ ਪੰਜ ਦੇ ਦੇਸ਼ ਦੇ ਵਿੱਚ ਜੋ ਆਪਣੀ ਕਿਰਤ ਸੀ, ਜੋ ਆਪਣੀ ਇਹਦੀ ਜੋ ਇਹਨੇ ਸਮਝਿਆ, ਕਿਰਤ ਜੋ ਇਹਨੇ ਸਮਝਿਆ, ਦੱਤਾਤਰੇय ਨੇ, ਉਹ ਲੋਕਾਂ ਨੂੰ ਉਪਦੇਸ਼ ਕਰਦਾ ਫਿਰਦਾ ਰਿਹਾ, ਉਚਾਰ ਕਰਦਾ, ਉਪਦੇਸ਼ ਦਿੰਦਾ ਰਿਹਾ। ਭਾਂਤ ਭਾਂਤ ਪਗੋ ਲੱਗਾ, ਤਜ ਗਰਭ ਅਤਰ ਕੁਮਾਰ। ਗਰਭ ਛੱਡਤਾ, ਹੰਕਾਰ ਛੱਡਤਾ, ਲੋਕਾਂ ਨੂੰ ਕਹਾਂ ਹੰਕਾਰ ਛੱਡ ਦੋ। ਕਿਉਂਕਿ ਉਹ ਦੂਏ ਜਿਹੜੇ ਗੁਰੂ ਬਣੇ ਬੈਠੇ ਸੀ, ਉਹ ਕਹੇ ਛੱਡ ਦੋ ਗੱਲ, ਇਹ ਗਲਤ ਹੈ ਗੱਲ। ਤੁਹਾਡੇ ਕੀਤੇ ਤਾਂ ਕੁਛ ਹੋ ਸਕਦਾ, ਮੈਨੂੰ ਕਰਕੇ ਦਿਖਾਓ। ਜੇ ਹੋ ਸਕਦਾ ਤੁਸੀਂ ਗੁਰੂ ਕਿ ਵੇਦ ਤਾਂ ਉਦੋਂ ਪਹਿਲਾਂ ਨੇ ਪਏ, ਤੁਸੀਂ ਕਰਕੇ ਦਿਖਾਓ ਕੁਛ। ਚਲੋ ਸੂਰਜ ਦੀ ਥੋੜ੍ਹੀ ਜਿਹੀ ਸਪੀਡ ਵਧਾ ਦਿਓ, ਜੇ ਤੁਹਾਡੇ ਆਖੇ ਲੱਗਦਾ ਉਹਨੂੰ ਕਹਾਂ ਵੀ ਭੱਜ ਲੈ ਥੋੜ੍ਹਾ ਜਿਹਾ। ਅੱਜ ਰਾਤ ਦਿਨ ਛੋਟਾ ਹੋ ਜੂ, ਰਾਤ ਬੜੀ ਹੋ ਜੂ। ਜੇ ਸੂਰਜ ਭੱਜ ਕੇ ਲੰਘ ਜਾਏ, ਦਿਨ ਛੋਟਾ ਹੋ ਜੂਗਾ, ਰਾਤ ਬੜੀ, ਵੀ ਰਾਤ ਵੇਲੇ ਹੌਲੀ ਹੋ ਜੀ। ਨਹੀਂ ਹੋ ਸਕਦਾ। ਹਵਾ ਨੂੰ ਰੋਕ ਕੇ ਦਿਖਾਓ ਯਾਰ, ਰੋਕੀ ਨੂੰ ਚਲਾ ਕੇ ਦਿਖਾਓ, ਨਹੀਂ ਹੋ ਸਕਦਾ। ਸੂਰਜ ਦੀਆਂ ਇਹਦੀਆਂ ਸਮੁੰਦਰ ਦੀਆਂ ਛੱਲਾਂ ਆਉਂਦੀਆਂ, ਇਹਨੂੰ ਰੋਕ ਦਿਓ ਤੇ ਰੁਕ ਸਕਦੀ। ਫਿਰ ਐਵੇਂ ਦਾਅਵੇ ਕਾਹਦੇ ਕਰਦੇ ਹੋ? ਕਰਾਮਾਤਾਂ ਦੇ ਦਾਅਵੇ ਕਾਹਦੇ ਕਰਦੇ ਹੋ? ਫਿਰ ਕੁਝ ਕਰਕੇ ਦਿਖਾਓ, ਫਿਰ ਦਾਅਵਾ ਕਰ ਲਿਓ, ਫਿਰ ਮੰਨ ਲਾਂਗੇ ਅਸੀਂ। ਜਿਹੜਾ ਕਰ ਰਿਹਾ ਹੈ, ਜਿਹਦੇ ਕੀਤੇ ਤੇ ਹੋ ਰਿਹਾ ਹੈ, ਉਹਦੇ ਸ਼ਰੀਕ ਬਣਦੇ ਹੋ। ਏਦਾਂ ਨਹੀਂ ਸ਼ਰੀਕ ਬਣਿਆ ਜਾਂਦਾ। ਠੀਕ ਹੈ, ਤੁਹਾਡੀ ਬੁੱਧੀ ਥੋੜ੍ਹੀ ਜਿਹੀ ਜ਼ਿਆਦਾ ਹੈ। ਇਹ ਲੋਕਾਂ ਨੂੰ, ਇਹਨਾਂ ਨੂੰ ਤੁਸੀਂ ਭਰਮ ਜਾਲ 'ਚ ਫਸਾ ਕੇ ਸੱਚ ਨਾਲ ਤੋੜਨਾ, ਇਹ ਕੋਈ ਅਕਲਮੰਦੀ ਨਹੀਂ, ਚੰਗੀ ਗੱਲ, ਪੁੰਨ ਦੀ ਗੱਲ ਨਹੀਂ ਹੈ, ਪਾਪ ਦੀ ਗੱਲ ਹੈ, ਧਰਮ ਦੀ ਗੱਲ ਨਹੀਂ ਹੈ। ਉਹ ਕਹਿੰਦੇ ਜੇ ਫਰੀਦਾ ਜੇ ਤੂੰ ਅਕਲ ਲੱਤੀ ਤਾਂ ਕਾਲਾ ਕਿਉਂ? ਉਹਨਾਂ ਦਾ ਮਨ ਭਰਮ ਕਿਉਂ ਪੈਦਾ ਕਰਨਾ? ਕਾਲੇ ਲੇਖਾਂ ਤੇ ਲਿਖਦਾ, ਚਿੱਟੇ ਲੇਖ ਲਿਖਣਾ। ਉਹ ਕਾਲੇ ਲੇਖ ਆ ਜਿਹੜਾ ਪੁੰਨ ਪਾਪ ਮੰਨਣਾ, ਪੁੰਨ ਪਾਪ ਦੇ ਵਿਰੋਧ ਕਾਲੇ ਲੇਖ ਹੈ। ਕਾਲੇ ਲਿਖ ਲੋ ਲੇਖ। ਆਪਣੇ ਗੁਰਬਾਨ ਵਿੱਚ ਸਿਰ ਨੀਵਾਂ ਕਰ ਦੇਖ ਲੈ, ਤੂੰ ਇਹੀ ਕੰਮ ਤਾਂ ਨਹੀਂ ਕਦੇ ਕਰਦਾ। ਜੇ ਇਹ ਕਰਦਾ ਤਾਂ ਛੱਡ ਦੇ। ਗਿਆਨ ਹੈਗਾ ਦੇ ਦੇ, ਨਹੀਂ ਚੁੱਪ ਕਰ ਜਾ। ਜੇ ਕੋਈ ਗਿਆਨ ਹੈ ਤੇਰੇ ਕੋਲ, ਇਹਨਾਂ ਦੇ ਅੰਦਰ ਚਾਨਣ ਕਰ ਸਕਦਾ, ਹੋਰ ਕਰਦੇ ਨਹੀਂ, ਚੁੱਪ ਕਰ ਜਾ। ਆਪਣੇ ਅੰਦਰ ਪਹਿਲਾਂ ਚਾਨਣ ਕਰ ਲੈ, ਫੇਰ ਗੱਲ ਨਹੀਂ ਇਹਨਾਂ ਦੇ, ਆਪਣੇ ਦਾ ਕਰ ਲੈ। ਭਾਂਤ ਭਾਂਤ ਪਗੋ ਲੱਗਾ, ਤਜ ਗਰਭ ਅਤਰ ਕੁਮਾਰ। ਪੰਜ ਪੰਜ ਦੇ ਗੁਣ ਧਾਰਨ ਕੀਤੇ ਉਹਨੇ, ਪਗੋ ਲੱਗਾ, ਗੁਣ ਧਾਰਨ ਕੀਤੇ ਉਹਦੇ ਵਾਲਾ ਸੁਭਾਅ ਧਾਰਨ ਕਰ ਰਿਹਾ, ਆਪਣਾ ਸੁਭਾਅ ਛੱਡ ਰਿਹਾ ਹੈ। ਪਗੋ ਲੱਗਾ ਦਾ ਮਤਲਬ ਹੋਰ ਕੀ ਹੈ? ਅਤਰ ਕੁਮਾਰ, ਗਰਭ ਛੱਡਤਾ। ਸਭ ਗੁਣ ਤੇਰੇ ਨੇ, ਮੇਰਾ ਕੋਈ ਨਹੀਂ। ਉਹਦੇ ਵਾਲੇ ਗੁਣ ਧਾਰਨ ਕਰ ਰਿਹਾ, ਆਪਣਾ ਹੰਕਾਰ ਛੱਡ ਰਿਹਾ।
ਕੋਟ ਬਰਖ ਕਰੀ ਜਬੈ ਹਰੀ ਸੇਵ ਵਾ ਚਿਤ ਲਾਏ। ਕੋਟ ਬਰਖ ਬਹੁਤ ਸਾਰੇ ਬਰਖ ਤੱਕ ਕਰੀ ਜਬੈ ਹਰੀ ਸੇਵ ਵਾ ਚਿਤ ਲਾਏ। ਹਰੀ ਸੇ ਅਸਲ ਦੇ ਵਿੱਚ ਸੇਵ ਤਾਂ ਕਰਦਾ ਰਿਹਾ ਪਹਿਲੇ ਜਨਮ ਤੋਂ ਹੀ, ਉਹੀ ਸੇਵਾ ਫੇਰ ਲੱਗ ਗਿਆ। ਵਿਚਾਲੇ ਗਰਭ ਹੋਇਆ ਸੀ ਨਾ, ਐ ਜੂਨ ਚ ਆ ਕੇ ਗਰਭ ਹੁੰਦਾ ਤਜ ਗਰਭ ਅੰਤਰ ਕਮਾਲ। ਉਹ ਜਿਹੜਾ ਪਹਿਲੇ ਜਨਮ ਤੋਂ ਜਿਹੜੇ ਲੱਗਿਆ ਹੈ ਨਾ ਹੁਕਮ ਦੇ ਨਾਲੇ 84 ਲੱਖ ਪੌੜੀ ਚੜਿਆ, ਉਹ ਤੇ ਫੇਰ ਲੱਗ ਗਿਆ। ਮਨੁੱਖਾ ਜਨਮ ਜਾ ਕੇ ਸਲਿਪ ਹੋ ਜਾਂਦਾ। ਮਨੁੱਖਾ ਜਨਮ ਚ ਗਰਭ ਹੋਇਆ ਸੀ ਨਾ, ਉਹ ਗਰਭ ਦਾ ਇਲਾਜ ਵੀ ਹੋ ਗਿਆ ਸੀਗਾ। ਪਿਛਲੇ ਗਰਭ ਦਾ ਇਲਾਜ ਹੋਇਆ ਤਾਂ ਹੀ ਬੁੱਧ ਜ਼ਿਆਦਾ ਹੋਈ ਹੈ। ਉਹ ਫੇਰ ਬਿਮਾਰੀ ਉਹੀ ਛਿੜ ਪਈ ਆ ਜਿਹੜੀ ਮਨੁੱਖਾ ਬੁੱਧੀ ਚ ਆ ਕੇ। ਫਿਰ ਐਂ ਹੋ ਗਿਆ ਨਾ ਦੂਜਿਆਂ ਨੂੰ ਅਕਲਮੰਦ ਹਾਂ। ਹਾਂਜੀ ਅਕਸਮਾਤ ਭਈ ਤਵੈ ਤਾਂ ਵਿਉਮ ਬਾਣ ਬਣਾਏ। ਅਕਸਮਾਤ, ਅਕਸਮਾਤ ਹੁੰਦਾ ਬੇਅੰਤ ਅਨੰਤ ਪ੍ਰਕਾਰ ਦੀ, ਅਨੰਤ ਬੁੱਧ ਉਹਦੇ ਚ, ਬੁੱਧ ਦਾ ਪ੍ਰਕਾਸ਼ ਹੋਇਆ ਉਹਦੇ ਅੰਦਰ, ਅਨੰਤ ਬੁੱਧ ਦਾ। ਅਸੀਮ ਬੁੱਧੀ ਹੋ ਗਈ ਉਹਦੀ, ਅਸੀਮ ਗਿਆਨ ਹੋ ਗਿਆ ਉਹਨੂੰ, ਅਸੀਮ ਚਾਨਣ ਹੋ ਗਿਆ ਉਹਦੇ ਅੰਦਰ। ਅੱਗੇ ਵਿਉਮ ਬਾਣੀ ਬਾਚ ਦਤ ਪ੍ਰਤੀ। ਹਾਂ ਪਹਿਲੇ ਗੁਰੂ ਅਕਾਲ ਪੁਰਖ ਦੀ ਕਥਾ। ਦਤ ਸਤ ਕਹੂੰ ਤੁਜੈ ਗੁਰਹੀਨ ਮੁਕਤ ਨਾ ਹੋਏ। ਜਦ ਦੱਤ ਦੇ ਅੰਦਰ ਬਹੁਤ ਸਾਰੀ ਬੁੱਧ ਪੈਦਾ ਹੋ ਗਈ ਨਾ, ਫਿਰ ਦੱਤ ਨੂੰ ਫਿਰ ਵਿਉਂ ਬਾਣੀ ਹੋਈ, ਆਕਾਸ਼ ਬਾਣੀ ਅੰਦਰੋਂ ਹੀ ਉਹਨੂੰ ਸਮਝ ਆਈ। ਦੱਤ ਸਤ ਕਹੂੰ ਤੁਜੈ, ਤੈਨੂੰ ਸੱਚੀ ਗੱਲ ਦੱਸਾਂ। ਹਾਂ ਗੁਰਹੀਨ ਮੁਕਤ ਨਾ ਹੋਏ। ਦੇਖੋ ਗੁਰਹੀਨ, ਗੁਰਹੀਨ ਦਾ ਮਤਲਬ ਇਹ ਨਹੀਂ ਹੈ ਸਤਿਗੁਰ ਤੇ ਬਿਨਾਂ, ਇਹ ਨਹੀਂ ਗੱਲ ਹੈ। ਹੀਨ ਮੇਰੇ ਕੋਲ ਨਹੀਂ ਹੈ ਉਹ ਚੀਜ਼, ਮੈਂ ਉਹ ਤੇ ਹੀਨ। ਜੇ ਬਾਹਰ ਆਦਮੀ ਗੁਰੂ ਹੋਵੇ ਉਹ ਤੇ ਮੈਂ ਕਿੱਥੇ ਹੀਨ। ਉਹ ਗੁਰ ਬਿਨ ਆਊਗਾ, ਗੁਰ ਬਿਨ ਗਿਆਨ, ਧਰਮ ਬਿਨ ਧਿਆਨ। ਉਹ ਬਿਨ ਲੱਭਦਾ ਹੀਨ। ਹੀ ਜਿਹੜੀ ਮੇਰੀ ਜੇਬ ਵਿੱਚ ਹੈ ਚੀਜ਼, ਬਿਨਾ ਜਿਹੜਾ ਬਾਹਰ ਹੈ ਖੜਾ, ਬਿਨਾਂ ਹੀਨ। ਗਿਆਨ ਕੇ ਬਹੀਨ, ਬਹੀਨ ਲੱਗਿਆ ਨਾ, ਹੀਨ ਦਾ ਬਹੀਨ ਇੱਕੋ ਹੀ ਸੈਂਸ ਹੈ। ਇੱਥੇ ਗਿਆਨ ਲੱਗੂ, ਗੁਰ ਨਾਲ ਆਦਮੀ ਨਹੀਂ ਲੱਗਣਾ। ਗੁਰ ਜਿੱਥੇ ਬਹੀਨ ਲਫ਼ਜ਼ ਹੈ, ਹੀਨ ਆਊ, ਉੱਥੇ ਗਿਆਨ ਆਊ ਲਫ਼ਜ਼ ਗੁਰ ਦਾ। ਗਿਆਨ ਕੇ ਬਹੀਨ, काम क्रोध के अधीन लो मोह में प्रवीण, एक ज्ञान के विहीन कैसे पावे भगवंत को। विहीन और हीन इको ही गल है। ज्ञान तो सखणे नू मुक्ति नहीं मिल सकती। गुरु ता धान ने जो करने ने, वो गुरुदेवता धान ने करने ने जो। ज्ञान चाहिए, ज्ञान कितों बड़े सवाल पैदा होना। आ देखो राम रंक प्रजा वजा इम भाखे ही सब कोए। सारे रौ ने, राजे ने, रंक ने, गरीब ने, सारी दुनिया ही मनती है। सारी दुनिया मनती है ज्ञान ते बिना मुक्ति नहीं। प्रजा वजा सारी प्रजा भी ये मनती है कि ज्ञान बिना मुक्ति नहीं है। हाँ। कोट कष्टन क्यों करो नहीं ऐस देह उधार। करोड़ां कष्ट तपस्या कर ला तो कोई शिव जी फिर तपस्या नूं पै गए। शिव जी अरे इस तरीके नाल उधार नहीं होना। शरीर नूं कष्ट देना उधार नहीं हुंदा आत्मा दा। वर्मी मारी सांप नहीं मरी। आ शरीर दा वर्मी है, इहनूं कष्ट दिते ते सप नहीं मरदा। इहनूं कुटिया नहीं सप मरदा। शरीर नूं सप दा थल्ले बैठा, शरीर नूं मैनूं मिट्टी नूं कुट रहे हैं। इहदा मिट्टी है। मन नूं कुट, मन नूं कुट उहदे नाल प्रेम के चावक नाल। हाँ जी। जाए कै गुर कीजिए सुन सत अतर कुमार। आ गुर लफ्ज़ आया आदमी वास्ते आया। जाए के गुर कीजिए, इत्थे आदमी वास्ते आया गुर। इस आते तू गुर बना ला। कोई किसी आदमी तो सिक्ख्या लै जे कोई तेन लभदा है, किसी गुर बना ला।
ਸਤ ਅਤਰ ਕੁਮਾਰ। ਸੱਚੀ ਗੱਲ ਸੁਣ ਲੈ ਅਤਰ ਕੁਮਾਰ, ਅਤਰ ਰਿਸ਼ੀ ਦੇ ਲੜਕੇ, ਤੂੰ ਇਹ ਸੱਚੀ ਗੱਲ ਸੁਣ ਲੈ, ਜਾ ਕੇ ਕਿਸੇ ਨੂੰ ਗੁਰਦੇਵ ਬਣਾ ਲੈ ਆਪਣਾ। ਸਤ ਦੇਖੋ ਗੁਰ ਲਫ਼ਜ਼ ਆਇਆ, ਗੁਰੂ ਨਹੀਂ ਆਇਆ ਹੋਇਆ, ਗੁਰ ਕੀਜੀਏ, ਗੁਰੂ ਨਹੀਂ ਆਇਆ ਹੋਇਆ। ਗੁਰ ਕੀ ਇਹ ਗੁਰਬਾਣੀ ਦੇ ਨਾਲ ਬਿਲਕੁਲ ਮਿਲਦੀ ਗੱਲ ਹੈ। ਗੁਰੂ ਨਹੀਂ ਆਇਆ ਹੋਇਆ ਸ਼ਬਦ, ਗੁਰ ਕੀ ਜੀ ਆਇਆ ਹੈ ਲਫ਼ਜ਼। ਦਤ ਬਾਚ ਹਾਂ, ਐਸ ਬਾਗ ਭਏ ਜਵੈ ਤਬ ਦਤ ਸਤ ਸਰੂਪ। ਦੇਖੋ ਦਤ ਸਤ ਸਰੂਪ, ਦਤ ਨੂੰ ਸਤ ਸਰੂਪ, ਆਤਮਾ ਕਰਕੇ ਦਤ ਨੂੰ ਦਤ ਹੈ, ਸਰੀਰ ਕਰਕੇ ਦਤ ਨਹੀਂ ਹੈ। ਬੋਲੂ ਕੌਣ, ਜਵਾਬ ਕੌਣ ਦਊ? ਸੁਣਿਆ ਕੀ ਨੇ? ਸਤ ਸਰੂਪ ਨੇ ਸੁਣਿਆ। ਸਤ ਸਰੂਪ ਨੇ ਸੁਣਿਆ, ਆਕਾਸ਼ਬਾਣੀ ਸਤ ਸਰੂਪ ਨੂੰ ਹੋਈ ਹੈ। ਸਤ ਸਰੂਪ ਨੂੰ ਆਕਾਸ਼ਬਾਣੀ ਹੋਈ ਹੈ। ਕੰਨਾਂ ਨਾਲ ਨਹੀਂ ਸੁਣੀ, ਇਹਦਾ ਮਤਲਬ ਹੈ ਕੰਨਾਂ ਦੇ ਨਾਲ, ਕੰਨਾਂ ਨਾਲ ਸੁਣੀ ਹੈ। ਸੁਣੀ ਕੀ ਨੇ? ਇਹ ਤਾਂ ਸਾਡੇ ਕੋਲ ਜੰਤ ਹੈ, ਇੱਕ ਸਾਧਨ ਹੈ ਸੁਣਨ ਦਾ, ਬਾਹਰਲੀ ਗੱਲ ਹੈ। ਸਮਝਿਆ ਨਹੀਂ? ਹਾਂ, ਜਦ ਇਸ ਵਿਉ ਬਾਣੀ ਨੂੰ ਸੁਣਿਆ, ਦਤ ਸਤ ਸਰੂਪ ਨੇ, ਆਤਮਾ ਨੇ ਸੁਣਿਆ, ਆਤਮ ਜੋ ਸੁਣਿਆ ਦਤ ਦੀ ਆਤਮਾ ਨੇ, ਸਤ ਸਰੂਪ ਆਤਮਾ। ਸਿੰਧ ਸੀਲ ਸੁਭਿਰਤ ਕੋ ਨਦ ਗਿਆਨ ਕੋ ਜਨਕੂਪ। ਸਿੰਧ ਸੀਲ ਜਿਹੜਾ ਸਮੁੰਦਰ ਹੁੰਦਾ ਜੰਮਿਆ ਹੋਇਆ, ਐਸਾ ਸ਼ੀਤਲ ਹੈ ਜਿਵੇਂ ਸਿੰਧ ਸਮੁੰਦਰ, ਸ਼ੀਤਲਤਾ ਦਾ ਸਮੁੰਦਰ। ਸੁਭਿਰਤ ਕੋ ਨਦ, ਸੁਬਿਰਤ ਚੰਗੀ ਵਿਰਤੀ ਵਾਲਾ, ਸ਼ੁੱਧ ਵਿਰਤੀ ਵਾਲਾ ਬੰਦਾ। ਔਰ ਗਿਆਨ ਦਾ ਕੀ ਹੈ? ਕੂਪ, ਖੂਹ ਚੋਂ ਜਿੰਨਾ ਮਰਜੀ ਪਾਣੀ ਕੱਢੀ ਜਾ ਹੋ ਰਹੀ ਜਾਂਦਾ, ਜਿੰਨਾ ਮਰਜੀ ਕੱਢੀ ਜਾ ਹੋ ਰਹੀ ਜਾਂਦਾ। ਗਿਆਨ ਜਿੰਨਾ ਮਰਜੀ ਲਈ ਜਾ, ਉਹਦਾ ਮੁਕਦਾ ਹੀ ਨਹੀਂ। ਸੁਭਿਰਤ ਕੋ ਨਦ ਗਿਆਨ ਕੋ ਜਨਕੂਪ। ਗਿਆਨ ਕੋ ਜਲ ਕੂਪ। ਸੁਭਿਰਤ ਕੋ ਨਦੀ, ਸੁਬਿਰਤ ਹੈ, ਬਿਰਤੀ ਚੰਗੀ ਹੈ, ਯਾਨੀ ਕਿਸੇ ਨੂੰ ਗਲਤ ਗਿਆਨ ਨਹੀਂ ਦਿੰਦਾ, ਗਲਤ ਸਿੱਖਿਆ ਨਹੀਂ ਦਿੰਦਾ, ਮਾੜੀ ਬਿਰਤੀ ਨਹੀਂ। ਇਹ ਨਹੀਂ ਉਹਨੂੰ ਹੈਗਾ ਵੀ ਮੇਰਾ ਸ਼ਰੀਕ ਹੋ ਜੂ ਗਿਆਨ ਲੈ ਕੇ, ਨਾ ਨਾ ਨਾ। ਉਹ ਗਿਆਨ ਕਿਹੜਾ ਮੁੱਕਣ ਵਾਲੀ ਚੀਜ਼ ਹੈ, ਕਿੰਨਾ ਕੁ ਲੈ ਲੂਗਾ ਪੀ ਜਾਂ ਖੂਹ। ਇਹ ਥੋੜੀ ਕਹਿੰਦਾ ਵੀ ਇਹ ਗਾਂ ਸਟੋਰ ਕਰਕੇ ਮੇਰੇ ਤੋਂ ਜ਼ਿਆਦਾ ਨਾ ਸੀ ਹੋ ਜਾਏ ਪਾਣੀ। ਇਹ ਵੀ ਮੈਂ ਇਹਨੂੰ ਪਾਣੀ ਦੇਈ ਜਾਂਦਾ, ਚੁੱਪ ਕਰਕੇ ਜਾਂ ਮਰਜ਼ੀ ਕੱਢ ਲੈਂਦਾ। ਕਿਤੇ ਮੇਰੇ ਨਾਲ ਜ਼ਿਆਦਾ ਨਾ ਸਟੋਰ ਹੋ ਜਾਵੇ, ਇਹਦੀ ਇੱਜ਼ਤ ਹੋਵੇ, ਮੇਰੀ ਇੱਜ਼ਤ ਰਹੀ ਨਾ। ਕਦੇ ਸੋਚਿਆ ਖੂਹ ਨੇ? ਫਿਰ ਕੂਪ ਨਾਲ ਤਾਂ ਸੰਗਿਆ ਦਿੱਤੀ ਹੈ। ਆਦਮੀ ਇਹ ਸੋਚ ਸਕਦਾ, ਕੂਪ ਸੋਚਦਾ ਨਹੀਂ ਹੈ। ਆਦਮੀ ਦਾ ਬੇਈਮਾਨੀ ਕਰੂ, ਕੂਪ ਕਿੱਥੇ ਬੇਈਮਾਨੀ ਕਰਦਾ? ਆਦਮੀ ਦਾ ਬੇਈਮਾਨੀ ਕਰੂ, ਪੌਣ ਕਿੱਥੇ ਬੇਈਮਾਨੀ ਕਰਦੀ ਹੈ? ਆਦਮੀ ਦਾ ਬੇਈਮਾਨੀ ਕਰੂ, ਪਾਣੀ ਕਿੱਥੇ ਬੇਈਮਾਨੀ ਕਰਦਾ? ਆਦਮੀ ਬੇਈਮਾਨੀ ਕਰੂ, ਸੂਰਜ ਕਿੱਥੇ ਬੇਈਮਾਨੀ ਕਰਦਾ? ਇਹ ਜੜ ਚੀਜ਼ਾਂ ਚੰਗੀਆਂ ਨੇ ਸਾਡੇ ਨਾਲ। ਇਹ ਜੜ ਚੰਗੀਆਂ ਨੇ। ਧਰਤੀ ਸਾਡੇ ਨਾਲ ਚੰਗੀ ਹੈ। ਕੋਈ ਉਹਨੂੰ ਪੂਜੇ, ਕੋਈ ਚੰਦਨ ਲੇਪ ਕਰੇ, ਕੋਈ ਉਹਨੂੰ ਖੋਦੇ, ਕੋਈ ਖੋਦੇ, ਕੋਈ ਚੰਦਨ ਲੇਪ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਵੇ ਚੰਦਨ ਲੇਪ ਕੀਤਾ ਮੈਂ ਵਰ ਦੇ ਦਾਂ, ਇਹਨੂੰ ਖੋਦੇ, ਇਹਨੂੰ ਮੈਂ ਸ਼ਰਾਬ ਦੇ ਦਾਂ, ਕੋਈ ਨਹੀਂ ਫਰਕ ਪੈਂਦਾ ਇਹਨੂੰ। ਪਾਨ ਲਾਗ ਡਨੌਤ ਕੈ ਇਹ ਭਾਂਤ ਕੀਨ ਉਚਾਰ। ਪਾਨ ਲਾਗ ਡਨੌਤ ਕੈ, ਡਨੌਤ ਕਰੀ, ਇਹ ਭਾਂਤ ਕੀਨ ਉਚਾਰ। ਇਸ ਇੱਕ ਪਾਨ ਲਾਗ ਹੈ, ਉਹ ਮਤਲਬ ਹੈ ਉਹ ਗੱਲ ਨੂੰ ਸਮਝ ਕੇ। ਪਾਨ ਲਾਗ ਹੁੰਦਾ, ਪਾਨ ਹੁੰਦਾ ਪੀਣਾ, ਪਾਏ ਨਹੀਂ ਹੈ। ਪਾਨ ਲਾਗ ਉਹ ਗੱਲ ਨੂੰ ਸਮਝ ਲਿਆ, ਗਿਆਨ ਪੀ ਲਿਆ, ਉਹ ਜਿਹੜਾ ਲਿਆ। ਡਨੌਤ ਕਰੀ। ਹਾਂ, ਕੌਣ ਸੋ ਗੁਰ ਕੀਜੀਐ ਕਹਿ ਮੋਹਿ ਤਤ ਵਿਚਾਰ। ਉਹ ਅੱਗੋਂ ਕਿਹਾ ਉਹਨੇ ਗੱਲ ਨੂੰ ਸੁਣ ਕੇ ਸਮਝ ਕੇ, ਬਈ ਮੈਨੂੰ ਇਹ ਦੱਸੋ ਵੀ ਗੁਰ ਤਾਂ ਮੈਂ ਹੁਣ ਕਹਿ ਲਾ ਕਰ ਲਓ, ਕਿਹਨੂੰ ਕਰਾਂ? ਇਹ ਵੀ ਦੱਸ ਦੋ। ਕੌਣ ਸਾ ਗੁਰ ਕੀਜੀ, ਕਿਹੜਾ ਗੁਰ ਕਰਾਂ? ਉਹ ਵੀ ਦੱਸ ਦੇ। ਵਿਉਂ ਬਾਣੀ ਬਾਚ। ਫਿਰ ਵਿਉਂ ਬਾਣੀ ਹੋਈ। ਸਵਾਲ ਕਰਤਾ ਨਾ ਉਹਨੇ, ਸਵਾਲ ਕਰਤਾ, ਹੁਣ ਸਵਾਲ ਦਾ ਜਵਾਬ ਤਾਂ ਆਉਣਾ ਹੀ ਹੈ। ਜੌਨ ਚਿੱਤ ਵਿਖੈ ਰੁਚੈ ਸੋਈ ਕੀਜੀਐ ਗੁਰਦੇਵ। ਗੁਰਦੇਵ ਉਹਨੂੰ ਕਰ ਲੈ ਜਿਹੜਾ ਤੇਰਾ ਚਿੱਤ ਹੈ ਨਾ, ਦਲਾ ਮਨ ਕਰਕੇ ਨਾ ਕਰੀ, ਜਿੱਤ ਕਰਕੇ ਕਰੀ। ਚਿੱਤ ਜੀ ਤੋਂ ਤੇਰਾ ਪ੍ਰਭਾਵਿਤ ਹੋ ਜਾਵੇ, ਜਿਹੜੇ ਉਹਦੇ ਗੁਣ ਤੋਂ ਚਿੱਤ ਪ੍ਰਭਾਵਿਤ ਹੋ ਜਾਵੇ, ਤੇਰੇ ਨਾਲ ਵਧੀਆ ਗੁਣ ਹੋਵੇ,
ਉਹਨੂੰ ਗੁਰਦੇਵ ਕਰ ਲਈ, ਉਹਨੂੰ ਬਣਾ ਲਈ। ਤਾਂ ਤੈਨੂੰ ਪਤਾ ਹੋਊ ਨਾ ਵੀ ਮੈਂ ਕਿਹਨੂੰ ਕਰਨਾ। ਅਲੱਗ-ਅਲੱਗ ਸਟੇਜਾਂ ਦੇ ਅਲੱਗ-ਅਲੱਗ ਮਤਲਬ ਹੈ। ਆਦਮੀ ਨੂੰ ਪਤਾ ਨਾ ਮੈਂ ਕੀ ਖਾਣਾ। ਡਾਕਟਰ ਨਹੀਂ ਕਹਿੰਦਾ ਤੂੰ ਆ ਖਾ ਲੈ, ਉਹ ਕਹਿੰਦਾ ਜਿਹੜੀ ਚੀਜ਼ ਨੂੰ ਜੀ ਕਰਦਾ ਉਹ ਖਾ ਲੈ। ਹਾਂਜੀ, त्याग के कर कपट को चित लाए कीजै सेव। ਕਪਟ ਛੱਡ ਦੀ ਤੂੰ, ਕਪਟ ਤਿਆਗ ਕੇ ਚਿੱਤ ਲਾ ਕੇ ਸੇਵ ਕਰੀ। ਮਨ ਲਾ ਕੇ ਜਦ ਸੇਵ ਕਰਦੇ ਆ ਨਾ ਤਾਂ ਸ਼ਰਧਾ ਹੁੰਦੀ ਹੈ, ਚਿੱਤ ਲਾ ਕੇ ਸੇਵ ਕਰਦੇ ਭਰੋਸਾ ਹੁੰਦਾ। ਬੰਦਾ ਲੋਭੀ ਹੈ, ਇਹ ਤਾਂ ਜਾਂ ਸੇਵਾ ਵੀ ਕਰਦਾ ਵਿੱਚ ਆਪਣਾ ਕੋਈ ਨਾ ਕੋਈ। ਹਾਂ, ਜਦ ਕਹਿਣਾ ਗੁਰੂ ਚੇਲਾ ਲਾਲਚੀ ਦੋਨੋਂ ਖੇਲੇ ਦੋ। ਹਾਂਜੀ, रीज है गुरुदेव को तुम पाए हो वरदान। ਜੇ ਗੁਰਦੇਵ ਖੁਸ਼ ਹੋ ਗਿਆ ਨਾ ਫਿਰ ਤੈਨੂੰ ਵਰਦਾਨ ਦਊ, ਵਰਦਾਨ ਮਿਲ ਜੂਗਾ। यो ना होए उधार पै सुन ले हो दत्त सुजान। ਹੇ ਦੱਤ ਚੰਗੀ ਸਮਝ ਵਾਲੇ ਸੁਣ ਲੈ, ਹੋਰ ਕਿਸੇ ਤਰੀਕੇ ਨਾਲ ਉਧਾਰ ਤੇਰਾ ਨਹੀਂ ਹੋਣਾ। ਇਹੀ ਤਰੀਕਾ ਉਧਾਰ ਕਰਦਾ ਵੀ ਜਿਹਨੂੰ ਤੂੰ ਗੁਰਦੇਵ ਬੁਲੇਗਾ ਉਹਦੀ ਚਿੱਤ ਲਾ ਕੇ ਜੋ ਗੱਲ ਕਹੂਗਾ, ਚਿੱਤ ਲਾ ਕੇ ਉਹ ਕਮਾਈ ਕਰੀ ਜਿਹੜੀ ਗੱਲ ਦੱਸੂਗਾ। ਸੇਵ ਦਾ ਮਤਲਬ ਉਹਦੀ ਸੇਵਾ ਨਹੀਂ ਕਰਨੀ ਸਰੀਰ ਕਰਕੇ, ਜੋ ਗੱਲ ਕਹੂਗਾ ਉਹਦੀ ਕਮਾਈ ਕਰੀ, ਉਹੀ ਸੇਵ ਹੈ।